ਤੇ ਜੀ ਆਪ ਸਾਰਿਆਂ ਦਾ ਰੇਡੀਓ ਵਿਰਸਾ NZ 107 FM ਦੀਆਂ ਤਰੰਗਾਂ ਤੇ ਅੱਜ ਮੰਗਲਵਾਰ 10 ਅਗਸਤ 2018 ਪ੍ਰੋਗਰਾਮ ਸਾਂਝ ਵਿਚਾਰਾਂ ਦੀ ਹਰ ਮੰਗਲਵਾਰ ਦੀ ਤਰ੍ਹਾਂ ਜਿੱਦਾਂ ਆਪਾਂ ਇਸ ਪ੍ਰੋਗਰਾਮ ਲੈ ਕੇ ਆਈਦਾ ਤੁਹਾਡੇ ਲਈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲਦੇ ਪ੍ਰੋਗਰਾਮ ਵਿੱਚ ਜੇਕਰ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਸਟੂਡੀਓ ਦੇ ਨੰਬਰ ਤੁਹਾਨੂੰ ਪਤਾ ਹੀ ਆ 277 0107 ਅਤੇ 277 0108। ਇਹਨਾਂ ਦੋਨਾਂ ਨੰਬਰਾਂ ਦੇ ਉੱਤੇ ਫੋਨ ਕਰਕੇ ਤੁਸੀਂ ਕਿਸੇ ਵੀ ਵੇਲੇ ਆਪਣੀ ਗੱਲਬਾਤ ਕਰ ਸਕਦੇ ਹੋ। ਤੇ ਬਾਕੀ ਅੱਜ ਭਿੰਦਾ ਭਾਜੀ ਹੈ ਨੀ ਗੇ, ਉਹ ਜ਼ਰੂਰੀ ਕੰਮ ਕਰਕੇ ਆ ਨਹੀਂ ਸਕੇ। ਤੇ ਜਿਨ੍ਹਾਂ ਕੋਲ ਮੇਰਾ ਮੋਬਾਈਲ ਨੰਬਰ ਵੀ ਹੋਵੇ ਤੁਸੀਂ ਸਿੱਧੇ ਮੋਬਾਈਲ ਦੇ ਉੱਤੇ ਵੀ WhatsApp ਕਾਲ ਵੀ ਸਿੱਧੀ ਆਪਾਂ ਉਸ ਤੇ ਵੀ ਗੱਲਬਾਤ ਕਰ ਸਕਦੇ ਹਾਂ। ਅੱਜ ਜਿਹੜਾ ਰੇਡੀਓ ਵਿਰਸੇ ਦਾ ਅੱਜ ਇੱਕ ਖਾਸ ਦਿਨ ਆ ਕਿ ਅੱਜ ਦੇ ਦਿਨ ਭਾਜੀ ਹਰਨੇਕ ਸਿੰਘ ਹੁਣਾਂ ਨੇ ਜਿਹੜਾ ਰੇਡੀਓ ਵਿਰਸਾ ਉਹ ਸ਼ੁਰੂ ਕੀਤਾ ਸੀਗਾ 10 ਅਪ੍ਰੈਲ 2013 ਨੂੰ। ਤੇ ਉਸ ਦਿਨ ਆਈ ਥਿੰਕ ਸੰਡੇ ਸੀਗਾ ਜਦੋਂ ਭਾਜੀ ਹੋਰਾਂ ਨੇ ਆਹ ਅੱਜ ਦਾ ਜਿਹੜਾ ਪਹਿਲਾ ਪ੍ਰੋਗਰਾਮ ਕੀਤਾ ਸੀ ਉਹ ਭਖਦੇ ਮਸਲੇ ਸੀ। ਠੀਕ ਹੈ ਜੀ। ਤੇ ਸਾਰੇ ਸਰੋਤਿਆਂ ਨੂੰ ਤੇ ਖਾਸ ਕਰਕੇ ਭਾਜੀ ਹਰਨੇਕ ਸਿੰਘ ਤੇ ਵੀਰ ਬਲਜਿੰਦਰ ਸਿੰਘ ਹੋਰਾਂ ਨੂੰ ਬਹੁਤ ਬਹੁਤ ਵਧਾਈ ਇਸ ਗੱਲ ਦੀ, ਕਿਉਂਕਿ ਰੇਡੀਓ ਤਾਂ ਇਦੋਂ ਪਹਿਲਾਂ ਵੀ ਏਦਾਂ ਸੀਗਾ, ਬਹੁਤ ਏਦਾਂ ਨਹੀਂ ਹੈਗਾ ਵੀ ਕੋਈ ਰੇਡੀਓ ਪਹਿਲਾਂ ਨਹੀਂ ਹੈਗਾ ਸੀ ਜਿੱਥੇ ਕੋਈ ਏਦਾਂ ਕੋਈ ਗੁਰਮਤ ਦਾ ਪ੍ਰੋਗਰਾਮ ਨਾ ਚੱਲਦਾ ਹੋਵੇ। ਈਵਨ ਕਿ ਟੀਵੀ ਚੈਨਲਾਂ ਤੇ ਵੀ ਜਿੱਦਾਂ ਸਿੱਖ ਚੈਨਲ ਹੈਗਾ ਆ ਜਾਂ ਅਕਾਲ ਚੈਨਲ ਹੈਗਾ ਆ, ਏਦਾਂ ਦੇ ਚੈਨਲ ਵੀ ਹੋਣਗੇ ਜਿੱਥੇ ਏਦਾਂ ਮੰਨਿਆ ਜਾਂਦਾ ਸੀਗਾ ਵੀ ਇੱਥੇ ਹਮੇਸ਼ਾ ਕੀਰਤਨ ਚੱਲਦਾ ਰਹਿੰਦਾ ਆ, ਇੱਥੇ ਗੁਰੂ ਦੀ ਗੱਲ ਹੁੰਦੀ ਹੈ। ਈਵਨ ਚੜ੍ਹਦੀ ਕਲਾ ਦੇ ਉੱਤੇ ਜਦੋਂ ਬੰਗਲਾ ਸਾਹਿਬ ਤੋਂ ਕਥਾ ਹੁੰਦੀ ਸੀਗੀ, ਏਦਾਂ ਧੁੰਦਾ ਜੀ ਹੋਣੀ ਜਾਂ ਪੰਥਪ੍ਰੀਤ ਹੋਣੀ ਜਾ ਕੇ ਕਥਾ ਵੀ ਕਰਦੇ ਸੀਗੇ। ਪਰ ਜਦੋਂ ਇਹ ਕੱਲ ਮੈਨੂੰ ਏਦਾਂ ਆਪਣੇ ਪਰਸਨਲੀ ਜਿਹੜਾ ਫੀਲ ਹੁੰਦਾ, ਇਹ ਨਹੀਂ ਹੈਗਾ ਵੀ ਹੁਣ ਮੈਂ ਰੇਡੀਓ ਵਿਰਸਾ ਤੇ ਪ੍ਰੋਗਰਾਮ ਕਰਦਾ ਤੇ ਤਾਂ ਇਹ ਗੱਲਾਂ ਹੈਗੀਆਂ ਆ। ਉਹ ਰੇਡੀਓ ਵਿਰਸਾ ਤੇ ਪ੍ਰੋਗਰਾਮ ਵੀ ਤਾਂ ਕਰ ਰਹੇ ਆ ਅੱਜ ਕਿਉਂਕਿ ਰੇਡੀਓ ਵਿਰਸਾ ਹੈਗਾ ਆ। ਹੁਣ ਜੇਕਰ ਮੰਨ ਲਓ ਹੁਣ ਜਦੋਂ ਭਾਜੀ ਹੋਰਾਂ ਨੇ ਇਹ ਗੱਲ ਸ਼ੁਰੂਆਤ ਕੀਤੀ ਸੀਗੀ, ਗੱਲਾਂ ਬਹੁਤ ਹੁੰਦੀਆਂ ਆਪਣੇ ਮਨ ਦੇ ਵਿੱਚ ਵੀ, ਤੇ ਭਾਜੀ ਹੋਰਾਂ ਦੇ ਵੀ ਏਦਾਂ ਹੁਣ ਜਿੱਦਾਂ ਦੀਵਾਨ ਲੱਗਦੇ ਆ, ਦੀਵਾਨ ਲੱਗਣ ਦੇ ਨਾਲ ਬਹੁਤੀਆਂ ਗੱਲਾਂ ਉਦੋਂ ਦੀਵਾਨ ਦੇ ਵਿੱਚ ਹੁੰਦੀਆਂ ਤਾਂ ਸਾਰੇ ਲੋਕਾਂ ਦੇ ਗੱਲਾਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਗੱਲਾਂ ਕਹਿ ਹੋ ਜਾਂਦੀਆਂ ਆ। ਪਰ ਜੇਕਰ ਤੁਸੀਂ ਏਦਾਂ ਫੇਸਬੁੱਕ ਰਾਹੀਂ ਜਾਂ ਲਿਖ ਕੇ ਜਾਂ ਕਿਤਾਬਾਂ ਦੇ ਰਾਹੀਂ ਉਹ ਗੱਲਾਂ ਕਰਨੀਆਂ ਚਾਹੋ ਤਾਂ ਉਸ ਗੱਲ ਨੂੰ ਬਹੁਤ ਜ਼ਿਆਦਾ ਟਾਈਮ ਲੱਗਣਾ ਆ। ਕਿਤਾਬ ਪੜ੍ਹਨ ਦੇ ਵਿੱਚ ਵੀ ਸਾਰਿਆਂ ਦਾ ਇੰਟਰਸਟ ਨਹੀਂ ਹੁੰਦਾ ਗਾ, ਉਹਦੇ ਵਾਸਤੇ ਤੁਹਾਨੂੰ ਆਪਣਾ ਵੱਖਰਾ ਟਾਈਮ ਕੱਢਣਾ ਪੈਣਾ ਆ। ਪਰ ਜਦੋਂ ਇੱਥੇ ਰੇਡੀਓ ਤੇ ਬਹਿ ਕੇ ਗੱਲਬਾਤ ਕਰਨੀ ਆ ਤਾਂ ਉਹਦੇ ਵਾਸਤੇ ਏਦਾਂ ਨਹੀਂ ਹੈਗਾ ਵੀ ਤੁਹਾਨੂੰ ਕੋਈ ਵੱਖਰਾ ਟਾਈਮ ਕੱਢਣਾ ਪਵੇ ਜਾਂ ਵੱਖਰਾ ਏਦਾਂ ਕੋਈ ਆਪਣੇ ਬਾਕੀ ਕੰਮ ਕਰ ਛੱਡ ਕੇ ਬਹਿਣਾ ਪਵੇ। ਤੁਸੀਂ ਤੁਰਦੇ ਫਿਰਦੇ ਆਪਣੇ ਕੰਮ ਕਰਦੇ ਵੀ ਰੇਡੀਓ ਨੂੰ ਸੁਣ ਸਕਦੇ ਆ। ਹੁਣ ਜਦੋਂ ਖਾਸ ਸਾਰਿਆਂ ਨੂੰ ਪਤਾ ਹੀ ਹੈ ਵੀ ਮੈਂ ਪੰਥਪ੍ਰੀਤ ਸਿੰਘ ਦਾ ਬਹੁਤ ਵੱਡਾ ਫੈਨ ਸੀਗਾ, ਤੇ ਜਦੋਂ ਭਾਜੀ ਹੋਰਾਂ ਨੇ ਇੱਥੇ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਏ, ਤੇ ਜਿੱਦਾਂ ਜਿੱਦਾਂ ਉਹ ਗੱਲਾਂ ਕਲੀਅਰ ਵੀ ਹੁੰਦੀਆਂ ਗਈਆਂ ਤਾਂ ਕਿਸੇ ਟਾਈਮ ਜਾ ਕੇ ਆਪ ਦੀ ਹਿੰਮਤ ਪਈ ਵੀ ਇੱਥੇ ਆ ਕੇ ਵੀ ਆਪਾਂ ਚਲੋ ਬਹਿ ਕੇ ਗੱਲਬਾਤ ਹੀ ਜਿਹੜੀ ਆ ਕਰ ਲੈਂਦੇ ਆ। ਪਰ ਜਿਹੜਾ ਦੀਵਾਨਾਂ ਦੇ ਵਿੱਚ ਜਿਹੜਾ ਉਹ ਪ੍ਰੋਸੈਸ ਉੱਥੇ ਦੱਸਿਆ ਜਾ ਰਿਹਾ ਆ, ਉੱਥੇ ਦਿਮਾਗ ਦੇ ਵਿੱਚ ਇਹ ਗੱਲ ਬਹਿੰਦੀ ਆ ਵੀ ਨਹੀਂ ਯਾਰ ਸਾਡੇ ਇਹ ਵੱਸ ਦੀ ਗੱਲ ਨਹੀਂ ਹੈਗੀ। ਜਿਹੜਾ ਇਹ ਪ੍ਰਚਾਰ ਕਰਨਾ ਆ ਜਾਂ ਜਿਹੜਾ ਕੋਈ ਕੁਛ ਏਦਾਂ ਸਿੱਖੀ ਬਾਰੇ ਦੱਸਣਾ ਆ ਉਹ ਇਹਨਾਂ ਪ੍ਰਚਾਰਕਾਂ ਦਾ ਹੀ ਕੰਮ ਹੈਗਾ ਆ। ਪਰ ਭਾਜੀ ਹੋਰਾਂ ਦੇ ਉਪਰਾਲੇ ਸਦਕਾ ਅੱਜ ਹੋਰ ਵੀ ਜਿਹੜੇ ਵੀ ਵੀਰ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਯਾਰ ਅਸੀਂ ਵੀ ਮਾੜਾ ਮੋਟਾ ਏਦਾਂ ਸੋਚ ਕੇ ਕੁਛ ਏਦਾਂ ਆਪਣੀ ਵਿਊ ਜਿਹੜਾ ਵੀ ਸਾਡਾ ਵਿਊ ਹੈਗਾ ਆ ਲੋਕਾਂ ਦੇ ਸਾਹਮਣੇ ਰੱਖ ਸਕਦੇ ਆ, ਤਾਂ ਉਹ ਇੱਕ ਪਲੇਟਫਾਰਮ ਇੱਥੇ ਵਧੀਆ ਮਿਲਿਆ ਹੋਇਆ ਆ। ਚਾਹੇ ਵਿਰੋਧੀ ਆ ਚਾਹੇ ਸਾਡੇ ਪੱਖ ਵਾਲਾ ਬੰਦਾ ਆ, ਕਿਸੇ ਵੀ ਟਾਈਮ ਫੋਨ ਕਰਕੇ ਇੱਥੇ ਆਪਣੀ ਗੱਲਬਾਤ ਕਰ ਸਕਦਾ ਆ। ਵੀਰ ਬਲਜਿੰਦਰ ਸਿੰਘ ਵੀ ਸਾਡੇ ਨਾਲ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਧਾਈਆਂ ਤਾਂ ਅਸੀਂ ਪਹਿਲਾਂ ਵੀ ਦੇਤੀਆਂ ਆ ਤੇ ਤੁਹਾਨੂੰ ਇੱਕ ਵਾਰ ਫੇਰ ਤੋਂ ਵਧਾਈਆਂ। ਨਹੀਂ ਜੀ, ਵਧਾਈਆਂ ਸਾਰਿਆਂ ਨੂੰ। ਇਹ ਪ੍ਰੋਗਰਾਮ ਜਦੋਂ ਸਟਾਰਟ ਕੀਤਾ ਸੀਗਾ ਪਹਿਲੀ ਵਾਰੀ, ਉਦੋਂ ਅੱਜ ਤੋਂ 5 ਸਾਲ ਪਹਿਲਾਂ, ਉਹ ਗਿਣਤੀ ਕੀਤਿਆਂ ਤਾਂ ਏਦਾਂ ਲੱਗਦਾ 5 ਸਾਲ ਹੋ ਗਏ, ਨਹੀਂ ਪਤਾ ਨਹੀਂ ਲੱਗਦਾ ਉਵੇਂ। ਪਰ ਉਦੋਂ ਵੀ ਆਪਣੇ ਨਾਲ ਪਹਿਲਾਂ ਆਪਣੇ ਨਾਲ ਸਰੋਤੇ ਆ ਇੱਕ, ਉਹਨਾਂ ਦੀ ਗੱਲ ਸੁਣ ਲਈਏ, ਉਸ ਤੋਂ ਬਾਅਦ ਜਿਹੜਾ ਆਪਾਂ ਬਾਕੀ ਵਿਚਾਰਾ ਕਰ ਲਾਂਗੇ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ। ਮੈਂ ਤਾਂ ਤੁਹਾਨੂੰ ਗੁਰੂ ਫਤਿਹ, ਮੈਂ ਤਾਂ ਤੁਹਾਨੂੰ ਕਹਿਣਾ ਸੀ ਵੀ ਪੰਥਪ੍ਰੀਤ ਨੂੰ ਵਧਾਈਆਂ ਦਿਓ। 5 ਸਾਲ ਪਹਿਲਾਂ ਪਹਿਲੇ ਦਿਨ ਪੰਥਪ੍ਰੀਤ ਦਾ ਪ੍ਰੋਗਰਾਮ ਔਨ 에ਅਰ ਕੀਤਾ ਸੀ ਆਪਾਂ। ਹਾਂਜੀ ਬਿਲਕੁਲ ਪੰਥਪ੍ਰੀਤ ਸਿੰਘ ਜਿਹੜਾ ਰੀਵਨ ਕੱਟ ਕੇ ਗਿਆ ਸੀਗਾ ਉਹ ਤਾਂ ਪੰਥਪ੍ਰੀਤ ਸਿੰਘ ਅੱਜ ਸੋਚਦਾ ਹੋਊਗਾ ਕਿੱਧਰ ਪੰਗਾ ਲੈ ਲਿਆ ਬੋਕ ਦੇ ਸਿੰਘਾਂ ਨੂੰ। ਮੈਂ ਤਾਂ ਹੋਰ ਸੋਚਦਾ ਸੀ ਤੇ ਉਹਨਾਂ ਨੂੰ ਕਹਿਣ ਨੂੰ ਡਿਟੇਲ ਦਈਏ ਪੂਰਾ, ਵੀ ਅਗਲੇ ਕਹਿਣ ਲੈ ਰੇਡੀਓ ਤਾਂ ਅਸੀਂ ਸ਼ੁਰੂ ਕਰਾਇਆ ਸੀ। ਮੰਨਦੇ ਆ ਜੀ, ਮੰਨਦੇ ਆ ਅਸੀਂ। ਅੱਗੇ ਤਾਂ ਤੁਸੀਂ ਵੀ ਮਾਲਵੇ ਦਾ ਹੀ ਆਪਦਾ, ਪਰ ਮਾਲਵੇ ਵਾਲਿਆਂ ਨੂੰ ਵਧਾਈਆਂ ਦੇ ਦਿਓ।
ਮਾਲਵੇ ਵਾਲੇ ਨੇ ਆਪੇ ਲੈ ਲੈਣੀ, ਮਾਲਵੇ ਵਾਲੇ ਤਾਂ ਏਦਾਂ ਖੋ ਕੇ ਲੈ ਲੈਂਦੇ ਆ ਏਦਾਂ ਚੀਜ਼। ਪਹਿਲਾਂ ਵੀ ਜਿਹੜੇ ਵੱਡੇ ਵੱਡੇ ਕਾਰਜ ਕੀਤੇ ਆ ਸਾਰੇ ਮਾਲਵੇ ਵਾਲਿਆਂ ਨੇ ਕੀਤੇ ਹੋਵਾ। ਸਾਡੇ ਕੋਲ ਏਦਾਂ ਬੰਦੇ ਬਹੁਤ ਏਦਾਂ ਜਰਵਾਣੇ ਆ ਨਾ। ਮਾਲਵਾ ਹੈਗਾ ਵੱਡਾ ਬਹੁਤ ਆ। ਨਹੀਂ ਉਹ ਤਾਂ ਕੋਈ ਸ਼ੱਕ ਹੀ ਨਹੀਂ ਇਹਦੇ ਵਿੱਚ। ਮੈਂ ਤਾਂ ਸੋਚਦਾ ਵੀ ਸਾਨੂੰ ਵੀ ਅਡਾਪਟ ਕਰਨਗੇ ਇਸ ਤਰ੍ਹਾਂ। ਨਹੀਂ ਦੁਆਬੇ ਵਾਲੇ ਤਾਂ ਬਾਹਰ ਨਿਕਲ ਗਏ, ਫਿਰ ਮਾਲਵੇ ਨੇ ਸਾਂਭੀ ਸਾਰੀ ਵਾਗਡੋਰ। ਹਾਂ ਨਹੀਂ ਵਧੀਆ, ਚਲੋ ਕਰੋ। ਤਾਂ ਮੈਂ ਤਾਂ ਹਾਈ ਕਹਿਣਾ ਸੀ, ਪੰਥ ਵੀਰ ਨੂੰ ਵਧਾਈਆਂ ਜ਼ਰੂਰ ਦੇ ਦਿਓ ਭਾਈ। ਜ਼ਰੂਰ ਜੀ ਜ਼ਰੂਰ, ਹੈਨਾ। ਠੀਕ ਹੈ। ਠੀਕ ਹੈ, ਸੁਣਦੇ ਹਾਂ। ਥੈਂਕ ਯੂ ਜੀ। ਬਿਲਕੁਲ ਇਹੀ ਗੱਲ ਜਿਹੜੀ ਹੈ ਮੈਨੂੰ ਲੱਗਿਆ ਸੀ ਕਰਨ ਉਦੋਂ ਵੀ ਜਦੋਂ ਅੱਜ ਤੋਂ 5 ਸਾਲ ਪਹਿਲਾਂ ਸਟਾਰਟ ਹੋਇਆ। ਪਹਿਲਾ ਇੰਟਰਵਿਊ ਜਿਹੜਾ ਜਿੱਥੋਂ ਸ਼ੁਰੂ ਹੋਇਆ ਸੀਗਾ, ਪੰਥਪ੍ਰੀਤ ਸਿੰਘ ਇੱਥੇ ਸਾਡੇ ਕੋਲ ਆਏ ਹੋਏ ਸੀਗੇ ਤੇ ਉਹਨਾਂ ਦੇ ਇੰਟਰਵਿਊ ਲੈ ਕੇ ਜਿਹੜਾ ਰੇਡੀਓ ਦਾ ਪਹਿਲਾ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ। ਤੇ ਪੰਥਪ੍ਰੀਤ ਸਿੰਘ ਸਾਨੂੰ ਯਾਦ ਰੱਖਣਾ ਵੀ ਸੌਖਾ ਹੁੰਦਾ ਹੈ, ਕਿਹੜੇ ਆਏ ਸੀ ਕਿਹੜੇ ਸਾਲ ਉਦੋਂ। 2013 ਦੇ ਵਿੱਚ ਜਦੋਂ ਪੰਥਪ੍ਰੀਤ ਸਿੰਘ ਹਰੀ ਆਏ ਸੀਗੇ ਤੇ ਮੈਨੂੰ ਲੱਗਦਾ ਉਹ ਸੈਕੰਡ ਲਾਸਟ ਟਾਈਮ ਸੀਗਾ ਸ਼ਾਇਦ ਉਹਨਾਂ ਦਾ। 15 ਚ ਅਖੀਰਲੀ ਵਾਰ ਆਏ ਆ। ਹਾਂ ਬਸ ਫਿਰ ਸੈਕੰਡ ਲਾਸਟ ਟਾਈਮ ਸ਼ਾਇਦ। ਹਾਂ ਸੈਕੰਡ ਲਾਸਟ ਟਾਈਮ ਜਾਂ ਹੋਊਗਾ ਜਾਂ ਇੱਕ ਟਾਈਮ ਉਦੋਂ ਪਹਿਲਾਂ ਹੋ ਜਾਊਗਾ। ਉਦੋਂ ਪੰਥਪ੍ਰੀਤ ਸਿੰਘ ਆਏ ਸੀਗੇ ਤੇ ਇੱਥੇ ਜਿਹੜੀ ਕੁਰਸੀ ਤੇ ਮੈਂ ਬੈਠਾ ਇਸ ਕੁਰਸੀ ਤੇ ਬੈਠੇ ਸੀਗੇ। ਤੇ ਉਦੋਂ ਇੰਟਰਵਿਊ ਹੋਇਆ ਸੀਗਾ ਤਾਂ ਉਹ ਚ ਨਹੀਂ ਕੋਈ ਸਾਨੂੰ ਬੜਾ ਵਧੀਆ ਸਾਡਾ ਰਿਹਾ ਸਫ਼ਰ ਜਿਹੜਾ 5 ਸਾਲਾਂ ਦਾ। ਆਪਣੇ 5 ਸਾਲਾਂ ਦੇ ਵਿੱਚ ਬੜਾ ਕੁਛ ਸਿੱਖਿਆ ਅਸੀਂ। ਬੜੀਆਂ ਏਦਾਂ ਸਿੱਧੇ ਟੇਢੇ ਰਾਹਾਂ ਦੇ ਵਿੱਚੋਂ ਦੀ ਨਿਕਲ ਕੇ, ਔਖੇ ਸੌਖੇ ਰਾਹਾਂ ਵਿੱਚੋਂ ਦੀ ਨਿਕਲ ਕੇ ਏਦਾਂ ਜਿਹੜੇ ਆ ਅੱਜ ਇੱਥੇ 5 ਸਾਲ ਪੂਰੇ ਕੀਤੇ ਆ, ਜਿਹਦੇ ਵਿੱਚ ਪਿਛਲੇ ਜਿਹੜਾ ਨਾ ਸਾਨੂੰ ਇੱਕ ਬੜਾ ਵਧੀਆ ਬੈਨੀਫਿਟ ਰਿਹਾ ਇੱਕ ਕਿ ਪਿੱਛੇ ਜਦੋਂ ਅਸੀਂ 2013 ਸ਼ੁਰੂ ਕੀਤਾ ਉਦੋਂ ਜਦੋਂ ਅਸੀਂ ਸ਼ੁਰੂ ਕੀਤਾ ਨਾ ਅਸੀਂ ਇਸ ਤਰੀਕੇ ਨਾਲ ਸ਼ੁਰੂ ਕੀਤਾ ਸੀਗਾ ਕਿ ਜਿਹੜੀਆਂ ਨਾ ਵਿਚਾਰਾਂ, ਜਿਹੜੀ ਗੱਲ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਸਾਂਝੀ ਕੀਤੀ ਸੀਗੀ ਮੈਂ, ਵੀ ਜਿਹੜਾ ਅਸੀਂ ਨਾ ਸੈਮੀਨਾਰ ਕਰਦੇ ਹੁੰਦੇ ਸੀਗੇ। ਤੁਸੀਂ ਥੋੜੇ ਜਿਹੇ ਲੇਟ ਆਏ ਉਦੋਂ ਅਸੀਂ ਸੈਮੀਨਾਰ ਇਨ ਦਾ ਸੈਂਸ ਇਹਦਾ ਕਲਾਸਾਂ ਲਾਉਂਦੇ ਹੁੰਦੇ ਸੀਗੇ ਤੇ ਫਿਰ ਉਹ ਟਰੰਗੇ ਟੀਪੁੱਕੀ ਵੀ ਜਾ ਕੇ ਅਸੀਂ ਕਲਾਸਾਂ ਵਗੈਰਾ ਲਾਉਂਦੇ ਹੁੰਦੇ ਸੀ ਏਦਾਂ। ਮੁੰਡੇ ਕਹਿੰਦੇ ਹੁੰਦੇ ਸੀ ਉੱਥੇ, ਮੁੰਡੇ ਹੁੰਦੇ ਬਹੁਤ ਸੀ ਉਦੋਂ, ਹੁਣ ਤਾਂ ਖਿੱਲਰ ਗਏ ਮੁੰਡੇ ਕਾਫੀ ਉਹ। ਤੇ ਉਦੋਂ ਟਰੰਗੇ ਟੀਪੁੱਕੀ ਜਾਣਾ ਕਲਾਸਾਂ ਲਾਉਣੀਆਂ ਤੇ ਫਿਰ ਹੁਣ 250-300 ਕਿਲੋਮੀਟਰ ਪੈ ਜਾਂਦਾ ਨਾ ਆਕਲੈਂਡ ਤੋਂ ਜਾਣਾ ਆਉਣਾ, ਬਹੁਤ ਖੇਚਲ ਪੈਂਦੀ ਸੀਗੀ। ਚਲੋ ਜਿੰਨਾ ਚਿਰ ਹੋਈਗਾ ਮੁੜ ਕੇ ਚਲੋ ਬੰਦ ਹੋ ਗਿਆ। ਉਸ ਤੋਂ ਬਾਅਦ ਇਹ ਡਿਸਾਈਡ ਹੋਇਆ ਵੀ ਗੱਲਾਂ ਹੀ ਸਾਂਝੀਆਂ ਕਰਨੀਆਂ, ਜ਼ਰੂਰੀ ਥੋੜੀ ਫਿਜ਼ੀਕਲੀ ਇਕੱਠਾ ਹੋਣਾ ਇੱਕ ਜਗ੍ਹਾ ਦੇ ਉੱਤੇ। ਵੀ ਜੇ ਗੱਲਾਂ ਇਕੱਠੀਆਂ ਕਰਨ ਵਾਸਤੇ ਕੀ ਮਾਧਿਅਮ ਹੈ, ਵੀ ਫੋਨ ਤੇ ਕਰ ਸਕਦੇ ਆ, ਏਦਾਂ ਕਰ ਸਕਦੇ। ਉਸ ਤੋਂ ਬਾਅਦ ਇੱਕੋ ਦਮ ਸਡਨਲੀ ਆਈਡੀਆ ਜਿਹੜਾ ਆਇਆ ਵੀ ਰੇਡੀਓ ਦੇ ਅਸੀਂ ਰੇਡੀਓ ਸਟੇਸ਼ਨ ਖੋਲੀਏ, ਇੱਕ ਰੇਡੀਓ ਟਾਈਪ ਹੋਵੇ ਏਦਾਂ, ਤੇ ਵੀ ਰੇਡੀਓ ਸਟੇਸ਼ਨ ਇੱਕ ਹੋਵੇ ਐਸਾ ਜਿਹਦੇ ਉੱਤੇ ਅਸੀਂ ਏਦਾਂ ਫੋਨ ਲਾਈਨ ਇੱਕ ਅੱਧੀ ਫੋਨ ਲਾਈਨ ਲੈ ਲਈਏ ਤੇ ਬਾਕੀ ਜਿਹੜੇ ਆ ਅਸੀਂ ਬੋਲੀ ਜਾਈਏ ਇੱਥੋਂ, ਅਗਲਾ ਫੋਨ ਕਰੀ ਜਾਵੇ, ਇੰਟਰਨੈਟ ਤੇ ਏਦਾਂ ਚਲਾ ਦਾਂਗੇ। ਤੋ ਜਦੋਂ ਗੱਲ ਹੋਈ ਤਾਂ ਕਮਲਦੀਪ ਭਾਜੀ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਹੈ, ਜਿਨ੍ਹਾਂ ਨੇ ਸਾਰਾ ਰੇਡੀਓ ਸੈਟਅਪ ਕੀਤਾ, ਉਹ ਆਪ ਇਲੈਕਟ੍ਰੀਕਲ ਇੰਜੀਨੀਅਰ ਹੈ ਤੇ ਉਹਨਾਂ ਦਾ ਪੈਸ਼ਨ ਸੀਗਾ ਇੱਕ ਰੇਡੀਓ ਚੈਨਲ ਸੈੱਟ ਕਰਨਾ। ਉਹ ਵੈਸੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਜਿੱਦਾਂ ਨਵੇਂ ਕੰਮ ਕਰਨ ਦਾ ਚਾਅ ਬਹੁਤ ਆ ਉਹਨਾਂ ਨੂੰ। ਜਿਹੜੇ ਬੰਦੇ ਲੋਕਲ ਜਾਣਦੇ ਆ ਚੰਗੀ ਤਰ੍ਹਾਂ, ਮਤਲਬ ਉਹਨਾਂ ਨੂੰ ਨਵੇਂ ਕੰਮਾਂ ਦੇ ਵਿੱਚ ਏਦਾਂ ਕਰਨ ਦਾ ਆਪਣੇ ਆਪ ਦੇ ਵਿੱਚ ਉਹਨਾਂ 'ਚ ਬੜਾ ਪੈਸ਼ਨ ਹੈ। ਉਸੇ ਪੈਸ਼ਨ ਨੂੰ ਲੈ ਕੇ ਉਹਨਾਂ ਦਾ ਇੱਕ ਦਿਲੀ ਪ੍ਰੋਜੈਕਟ ਸੀਗਾ ਵੀ ਇੱਕ ਰੇਡੀਓ ਸਟੇਸ਼ਨ ਮੈਂ ਖੜਾ ਸਟਾਰਟ ਕਰਾਂ। ਮਤਲਬ ਛੋਟਾ ਹੀ ਹੋਵੇ ਭਾਵਾਂ ਦੀ। ਸ਼ਾਇਦ ਉਹਨਾਂ ਨੇ ਘਰੇ ਆਪਣੇ ਪ੍ਰੈਕਟਿਸ ਵੀ ਕੀਤੀ, ਥੋੜਾ ਸਮਾਨ ਲਿਆ ਕੇ ਏਦਾਂ ਜਿੰਨਾ ਕੋ ਕਰ ਸਕਦੇ, ਨਿੱਕਾ ਮੋਟਾ ਕਰ ਸਕਦੇ ਸੀਗੇ। ਪਰ ਜਦੋਂ ਉਹਨਾਂ ਨੂੰ ਗੱਲ ਕੀਤੀ ਤਾਂ ਉਹਨਾਂ ਨੇ ਵੀ ਬੜਾ ਜਿਹੜਾ ਭਰਵਾਂ ਹੰਗਾਰਾ ਦਿੱਤਾ ਇਸ ਗੱਲ ਦੇ ਲਈ ਵੀ ਮੈਂ ਜਿਹੜਾ ਸਾਰਾ ਸੈਟਅਪ ਜਿਹੜਾ ਉਹ ਕਰ ਲੂੰਗਾ। ਵੈਸੇ ਜੇ ਸਾਨੂੰ ਟੈਕਨੀਸ਼ੀਅਨ ਸੱਦ ਕੇ ਕਰਨਾ ਪੈਂਦਾ ਸ਼ਾਇਦ ਹੋ ਸਕਦਾ ਅਸੀਂ ਇਸ ਪੱਧਰ ਦਾ ਸ਼ੁਰੂ ਨਾ ਕਰ ਸਕਦੇ ਸ਼ੁਰੂ ਦੇ ਵਿੱਚ, ਕਿਉਂਕਿ ਸ਼ੁਰੂ ਦੇ ਵਿੱਚ ਸਾਡਾ ਪਰਪਸ ਸਿਰਫ ਇੱਕ ਕਲਾਸ ਵਾਂਗੂ ਇਹਨੂੰ ਵਰਤਣਾ ਸੀਗਾ, ਨਾ ਹੀ ਸਾਡਾ ਕੋਈ ਐਸਾ ਮੋਟਿਵ ਸੀਗਾ ਵੀ ਇਹਨੂੰ ਵਰਲਡ ਵਾਈਡ ਏਦਾਂ ਜਾਊਗੀ ਗੱਲਬਾਤ ਜਾਂ ਲੋਕੀ ਏਦਾਂ ਸੁਣਨਗੇ ਇਹਨੂੰ, ਏਦਾਂ ਨਹੀਂ ਸੀਗਾ। ਕਿਉਂਕਿ ਮੈਨੂੰ ਚੇਤੇ ਹੈ ਜਦੋਂ ਅਸੀਂ ਸਟਾਰਟ ਕੀਤਾ ਨਾ ਪਹਿਲਾ ਪ੍ਰੋਗਰਾਮ, ਜਿਹੜਾ ਪਹਿਲਾ ਭਖਦੇ ਮਸਲੇ ਪ੍ਰੋਗਰਾਮ ਹੋਇਆ ਸੀਗਾ ਐਤਵਾਰ ਨੂੰ, ਉਹ ਜੇ ਕਿਸੇ ਏਦਾਂ ਰਿਕਾਰਡਿੰਗ ਮਿਲ ਜੇ ਤਾਂ ਤੁਹਾਨੂੰ ਸੁਣਾ ਦਾਂਗੇ। ਉਹਦੇ ਵਿੱਚ ਗੱਲਾਂ ਅਸੀਂ ਏਦਾਂ ਹੀ ਹੋਈਆਂ ਸਾਰੀਆਂ ਜਿੱਦਾਂ ਅਸੀਂ ਆਪਣੀ ਕਲਾਸ ਲਾ ਰਹੇ ਹਾਂ ਸਾਰੀਆਂ। ਉਹਦੇ ਵਿੱਚ ਨਹੀਂ ਤਾਂ ਸ਼ੁਰੂ ਦੇ ਵਿੱਚ ਬੰਦੇ ਏਦਾਂ ਹੁੰਦੇ ਆ ਵੀ ਕਿੰਨਾ ਚਿਰ ਤਾਂ ਪ੍ਰਮੋਟ ਕਰਨ ਲੱਗੀ ਲਾ ਦਿੰਦੇ ਆ। ਬੜੀਆਂ ਵਿਚਾਰਾਂ ਏਦਾਂ ਆਈਆਂ ਸੀ ਉਦੋਂ ਵੀ ਇਹਨੂੰ ਪ੍ਰਮੋਟ ਕਰਨ ਦੇ ਲਈ ਆਪਾਂ WhatsApp ਦੇ ਉੱਪਰ ਜਾਂ Facebook ਦੇ ਉੱਤੇ ਏਦਾਂ ਕਰੀਏ ਜਾਂ ਪ੍ਰਚਾਰਕਾਂ ਤੋਂ ਇਹਦਾ ਕਈ ਆਈਡੀਆ ਆਏ ਸੀਗੇ। ਜਿਵੇਂ ਪ੍ਰਚਾਰਕ ਉਹ ਤਾਂ ਸਾਡੇ ਕੋਲ ਸਾਰੇ ਆਉਂਦੇ ਜਾਂਦੇ ਸੀਗੇ ਵੀ ਉਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡ ਕਰਾ ਕੇ ਏਦਾਂ ਪਾਈਏ। ਸਾਰੇ ਏਦਾਂ ਭਾਜੀ ਹਰਿਆਂ ਨੂੰ ਲੱਗਿਆ ਵੀ ਨਹੀਂ ਆਪਾਂ ਏਦਾਂ ਨਹੀਂ ਕਰਨਾ, ਆਪਾਂ ਆਪਣੇ ਤੌਰ ਦੇ ਉੱਤੇ ਜਾਂ ਕਲਾਸ ਦੇ ਰੂਪ ਦੇ ਵਿੱਚ ਕਰਨਾ, ਉਹਨੂੰ ਕਰੀਏ।
ਭਾਜੀ ਕਮਲਦੀਪ ਸਿੰਘ ਹਰਿਆਣੇ ਜਿਹੜਾ ਸਾਰਾ ਸੈਟਅਪ ਮਿਕਸਰ ਵਗੈਰਾ ਜਿਹੜਾ ਹੈਗਾ ਉਹ ਲਿਆਂਦਾ, ਐਂਟੀਨਾ ਉਹਨਾਂ ਨੇ ਖੁਦ ਬਣਾਇਆ ਆਪ, ਬਾਕੀ ਦੇ ਅੱਧੇ ਇੰਸਟਰੂਮੈਂਟ ਉਹਨਾਂ ਨੇ ਘਰੇ ਆਪ ਬਣਾਏ ਏਦਾਂ ਕਰਕੇ, ਤਾਰਾਂ ਤੂਰਾਂ ਜਿਹੜੀਆਂ ਲੀਡਾਂ ਜਿਹੜੀਆਂ ਲੱਗਣੀਆਂ ਸੀ। ਉਸ ਤੋਂ ਬਾਅਦ ਐਂਟੀਨਾ ਚੰਗੀ ਤਰ੍ਹਾਂ ਜਿਹੜਾ ਕੰਮ ਨਹੀਂ ਕਰਦਾ ਸੀ, ਇਸ ਕਰਕੇ ਫਿਰ USA ਤੋਂ ਮੰਗਾਇਆ, ਮਿਕਸਰ ਵਗੈਰਾ ਸਾਰਾ ਆਨਲਾਈਨ ਮੰਗਾਇਆ ਉਹਨਾਂ ਨੇ, ਵੱਡਾ ਜਿਹੜਾ ਚਾਹੀਦਾ ਸੀਗਾ ਸਾਰੇ ਕਾਸੇ ਵਾਸਤੇ। ਬਾਕੀ ਸਾਰਾ ਸੈਟਅਪ ਜਿਹੜਾ ਕੀਤਾ, ਇੱਥੇ ਲਿਸਟਾਂ ਕਿੱਦਾਂ ਬਣਨਗੀਆਂ, ਕਿਹੜਾ ਸੌਫਟਵੇਅਰ ਚਾਹੀਦਾ, ਕੀ ਨਹੀਂ ਚਾਹੀਦਾਗਾ, ਉਹ ਸਾਰੇ ਦੇ ਸਾਰੇ ਕਾਰਜ ਜਿਹੜੇ ਆ ਉਦੋਂ ਕੀਤੇ ਗਏ ਉਹਨਾਂ ਨਾਲ ਲੱਗ ਕੇ ਜਿਹੜੇ ਆ। ਤੇ ਉਦੋਂ ਪਹਿਲੀ ਵਾਰੀ ਜਦੋਂ ਰੇਡੀਓ ਸਟਾਰਟ ਹੋਇਆ ਤੇ ਨਾ ਹੀ ਸਾਨੂੰ ਕਿੱਦਾਂ ਬਹੁਤੀ ਆਪਣੇ ਆਪ ਦੇ ਵਿੱਚ ਸੀਗਾ ਵੀ ਇਹਨੂੰ ਬਹੁਤ ਲੋਕੀ ਸੁਣਨਗੇ, ਕਿਉਂਕਿ ਅਸੀਂ ਆਪਣੇ ਤੌਰ ਦੇ ਉੱਤੇ ਸਡਨਲੀ ਇਦਾਂ ਡਿਸੀਜਨ ਲਿੱਤਾ ਗਿਆ ਸੀਗਾ ਤੇ ਆਪਣੀ ਕਲਾਸ ਦੇ ਤੌਰ ਦੇ ਉੱਤੇ ਅਸੀਂ ਇਹਨੂੰ ਕਰਨਾ ਚਾਹੁੰਦੇ ਸੀਗੇ, ਤੇ ਉਸੇ ਤਹਿਤ ਹੀ ਅਸੀਂ ਇਹਨੂੰ ਸ਼ੁਰੂ ਕੀਤਾ। ਜਦੋਂ ਪ੍ਰੋਗਰਾਮ ਜਦੋਂ ਕਰਨੇ ਸ਼ੁਰੂ ਕੀਤੇ ਤਾਂ ਇਦਾਂ ਪਹਿਲੀ ਵਾਰੀ, ਕਿਉਂਕਿ ਕਿਸੇ ਦਾ ਐਕਸਪੀਰੀਅੰਸ ਨਹੀਂ ਸੀਗਾ ਅਜੇ। ਭਾਜੀ ਹਰਿਆਂ ਦੇ ਨਾਲ ਮੈਂ ਜਾਂਦਾ ਹੁੰਦਾ ਸੀ, ਅਸੀਂ ਰੇਡੀਓ ਸਪਾਈਸ ਤੇ ਪ੍ਰੋਗਰਾਮ ਵੀ ਕੀਤੇ ਪਹਿਲਾਂ, ਤੇ ਰੇਡੀਓ ਸਪਾਈਸ ਤੋਂ ਬਾਅਦ ਅਸੀਂ ਪ੍ਰੋਗਰਾਮ ਜਿਹੜਾ ਇੱਕ ਰੇਡੀਓ ਸੁਰ ਹੁੰਦਾ ਸੀਗਾ, ਠੀਕ ਹੈ, ਤੇ ਉਹਦੇ ਤੇ ਵੀ ਪ੍ਰੋਗਰਾਮ ਅਸੀਂ ਲਗਭਗ ਇਦਾਂ 1 ਸਾਲ ਦੇ ਕਰੀਬ ਜਿਹੜਾ ਕਰਦੇ ਰਹੇ ਆ। ਉਹ ਪ੍ਰੋਗਰਾਮ ਇਦਾਂ ਆਪਣੇ ਸਾਡਾ ਐਕਸਪੀਰੀਅੰਸ ਬੜਾ ਹੋਇਆ ਉੱਥੋਂ, ਕਿਉਂਕਿ ਸਾਨੂੰ ਇਹ ਨਹੀਂ ਸੀਗਾ ਕੋਈ ਸੁਣੇ ਨਾ ਸੁਣੇ, ਮੈਨੂੰ ਨਹੀਂ ਲੱਗਦਾ ਉਦੋਂ ਕੋਈ ਸੁਣਦਾ ਵੀ ਹੋਣਾ। ਰੇਡੀਓ ਸਪਾਈਸ ਵਾਲੇ ਤਾਂ ਚਲੋ ਲੋਕਲ ਸਰੋਤੇ ਉਹਨਾਂ ਦੇ ਸੀਗੇ ਆਪਣੇ, ਕਿਉਂਕਿ ਰੇਡੀਓ ਸੋਰੋ ਹਿੰਦੀ ਰੇਡੀਓ ਹੈ, ਉਹਦੇ ਉੱਤੇ ਜਿਹੜੀ ਹੈ ਇਦਾਂ ਸਿੱਖਾਂ ਦੀ ਜਿਹੜੀ ਲਿਸਨਰਸ਼ਿਪ ਹੈ ਜਿਹੜੀ ਇਦਾਂ ਜਿਹਨਾਂ ਨੂੰ ਪਤਾ ਸੀਗਾ ਸਿਰਫ ਉਹੀ ਸੁਣਦੇ ਸੀਗੇ, ਅਦਰਵਾਈਜ਼ ਕੋਈ ਉੱਥੇ ਇਦਾਂ ਨਾ ਕੋਈ ਫੋਨ ਕਾਲਾਂ ਦਾ ਸਿਸਟਮ ਅਸੀਂ ਸੀਗਾ ਇਦਾਂ ਆਉਣ ਦਾ। ਤਾਂ ਅਸੀਂ ਆਪਣੇ ਪ੍ਰੋਗਰਾਮ 1 ਘੰਟਾ ਪ੍ਰੋਗਰਾਮ ਕਰਕੇ ਆਉਂਦੇ ਹੁੰਦੇ ਸੀ ਉੱਥੇ, ਸ਼ੁੱਕਰਵਾਰ ਨੂੰ ਕਿ ਬੁੱਧਵਾਰ ਨੂੰ ਸ਼ਾਇਦ ਹੁੰਦਾ ਸੀ ਪ੍ਰੋਗਰਾਮ ਇਦਾਂ, ਉਹਦੇ ਵਿੱਚ ਤਲਵਿੰਦਰ, ਮੈਂ ਤੇ ਭਾਜੀ ਜਾਂਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਜਦੋਂ ਇੱਥੇ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਸਾਨੂੰ ਪੁਰਾਣਾ ਐਕਸਪੀਰੀਅੰਸ ਸੀਗਾ, ਹਲਕਾ ਫੁਲਕਾ ਇਦਾਂ ਵੀ ਗੱਲ ਰੇਡੀਓ ਸਟੇਸ਼ਨ ਜਦੋਂ ਕਰਦੇ ਆ ਤਾਂ ਜਿਹੜੇ ਇਹਨਾਂ ਦੇ ਆਵਾਜ਼ ਤਾਂ ਕਿੱਦਾਂ ਕਰਦੇ ਆ, ਫੋਨ ਕਾਲਸ ਕਿੱਦਾਂ ਲਿੱਤੀਆਂ ਜਾਂਦੀਆਂ, ਬਾਕੀਆਂ ਦਾ ਸਿਸਟਮ ਤਾਂ ਕਈਆਂ ਦਾ ਬੜਾ ਮੋੜ ਸੀਗਾ ਉਹਦੇ ਵਿੱਚ। ਤਾਂ ਰੇਡੀਓ ਸਪਾਈਸ ਵਾਲਿਆਂ ਦੇ ਵੀ ਸਿਸਟਮ ਜਿਹੜਾ ਇਦਾਂ ਸੀਗਾ ਵੀ ਕਈ ਵਾਰ ਫੋਨ ਕਾਲ ਬਾਹਰੋਂ ਚੱਕਣ ਦਾ ਵੀ ਸੀਗਾ, ਵੀ ਬਾਹਰੋਂ ਚੱਕ ਕੇ ਪਹਿਲਾਂ ਪਤਾ ਕਰਦੇ ਸੀ ਕੌਣ ਹੈ ਕੌਣ ਨਹੀਂ, ਫਿਰ ਔਨ ਏਅਰ ਲੈਂਦੇ ਸੀਗੇ। ਟਿੱਡਾ ਥੋੜਾ ਲੰਬਾ ਚੌੜਾ ਉਹਨਾਂ ਨੇ ਨਵਾਂ ਸ਼ੁਰੂ ਕੀਤਾ ਸੀਗਾ ਹਜੇ। ਤਾਂ ਜਦੋਂ ਅਸੀਂ ਕੀਤਾ ਤਾਂ ਸਾਨੂੰ ਕੋਲ ਹਲਕਾ ਫੁਲਕਾ ਐਕਸਪੀਰੀਅੰਸ ਸੀਗਾ, ਤੇ ਸਾਡਾ ਪਰਪਸ ਨਹੀਂ ਸੀਗਾ ਇਹ ਵੀ ਰੇਡੀਓ ਨੂੰ ਅਸੀਂ ਕਮਰਸ਼ੀਅਲ ਕਰਨਾ ਕਿਸੇ ਵੀ ਲੈਵਲ ਤੇ ਜਾ ਕੇ। ਹਮੇਸ਼ਾ ਹੀ ਇਹ ਸੀਗਾ ਵੀ ਹੁਣ ਆਪਣੇ ਜਿਹੜਾ ਬਲਬੂਤੇ ਤੇ ਚਲਾਵਾਂਗੇ, ਤੇ ਨਾਲ ਜਿਹੜਾ ਇਹਦੇ ਤੇ ਜਿਹੜੇ ਕੋਈ ਵੀ ਕਮਰਸ਼ੀਅਲ ਐਡ ਨਹੀਂ ਕਰਨੀਗੀ, ਨਾ ਹੀ ਸਾਨੂੰ, ਕਿਉਂਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਸੀ ਰੇਡੀਓ ਸਪਾਈਸ ਤੋਂ ਵੀ ਸਾਡਾ ਇਸੇ ਕਰਕੇ ਪ੍ਰੋਗਰਾਮ ਬੰਦ ਹੋ ਗਿਆ ਸੀਗਾ, ਕਿਉਂਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਸੀਗੇ ਮੈਨੇਜਮੈਂਟ ਚਾਹੁੰਦੀ ਨਹੀਂ ਸੀ ਉਹ ਗੱਲਾਂ ਉੱਥੇ ਹੋਣ ਰੇਡੀਓ ਤੇ, ਕਿਉਂਕਿ ਕਮਰਸ਼ੀਅਲ ਰੇਡੀਓ ਉਹਨਾਂ ਨੂੰ ਤਾਂ ਐਡਾਂ ਦਾ ਹੈਗਾ ਤਾਂ ਸਾਰਾ ਪਤਾ ਹੀ ਹੈ ਸਾਰਿਆਂ ਨੂੰ ਇੱਥੇ ਜਿਹੜਾ ਹੈਗਾ ਸਿਸਟਮ। ਇਸ ਕਰਕੇ ਉਹ ਪ੍ਰੋਗਰਾਮ ਸਾਨੂੰ ਏਦਾਂ ਸਡਨਲੀ ਉੱਥੋਂ ਬੰਦ ਕਰਨਾ ਪਿਆ ਸੀਗਾ। ਉਦੋਂ ਬਾਅਦ ਜਿਹੜਾ ਰੇਡੀਓ ਤੇ ਅਸੀਂ ਕਦੇ ਵੀ ਇਹ ਨਹੀਂ ਚਾਹਿਆ ਸੀਗਾ ਵੀ ਇੱਥੇ ਕਮਰਸ਼ੀਅਲ ਐਡ ਚੱਲੂਗੀ ਇੱਥੇ, ਨਾ ਹੀ ਅਸੀਂ ਇਹ ਚਾਹਿਆ ਸੀਗਾ ਵੀ ਕਦੇ ਇੱਥੇ ਏਦਾਂ ਗੀਤਾਂ ਦੇ ਪ੍ਰੋਗਰਾਮ ਐਸਾ ਕੁਛ ਵੀ ਹੋਊਗਾ ਸੀਗਾ, ਵੀ ਏਦਾਂ 24 ਘੰਟੇ ਗੁਰਬਾਣੀ ਕੀਰਤਨ ਕਥਾ ਵਿਚਾਰਾ ਪਾ ਦਿਆ ਕਰਾਂਗੇ, ਅਤੇ ਬਾਕੀ ਦੇ ਜਿਹੜੇ ਪ੍ਰੋਗਰਾਮ ਹੈ ਜਿੰਨਾ ਕੋਲ ਟਾਈਮ ਹੋਊਗਾ ਉਹ ਕਰ ਲਿਆ ਕਰਾਂਗੇ ਆਪਣੇ ਤਰੀਕੇ ਦੇ ਨਾਲ। ਉਹਦੇ ਵਿੱਚ ਮੇਨ ਮਕਸਦ ਸੀਗਾ ਏਦਾਂ ਵੀ ਜਿਹੜੇ ਵੀਰ ਸਾਡੇ ਏਦਾਂ 20-25 ਜਾਣੇ ਟਰੰਗੇ ਟੀਪੁੱਕੀ ਵਾਲੇ ਪਾਸੇ ਮੁੰਡੇ ਰਹਿੰਦੇ ਸੀਗੇ, ਬਾਕੀ 10-15 ਜਾਣੇ ਆਕਲੈਂਡ ਚ ਸੀਗਾ, ਸਾਨੂੰ ਸੀਗਾ 35-40 ਜਾਣੇ ਹੈਗੇ ਆ ਵੀ ਸਾਡਾ ਰੇਡੀਓ ਸਟੇਸ਼ਨ ਏਦਾਂ ਹੁਣ ਵਾਰੀ ਜਾ ਕੇ ਫਿਜ਼ੀਕਲੀ ਜਾਣਾ ਟਰੰਗੇ ਟੀਪੁੱਕੀ 250-300 ਕਿਲੋਮੀਟਰ ਬਹੁਤ ਖੇਚਲ ਪੈਂਦੀ ਆ, ਇੱਥੇ ਬੈਠ ਕੇ ਗੱਲ ਕਰਾਂਗੇ, ਉਹ ਫੋਨ ਕਰ ਲਿਆ ਕਰਨਗੇ, ਇੱਥੇ ਕਿਹੜਾ ਕੋਈ ਸੁਣਦਾ ਸਾਨੂੰ, ਆਪਦੀ ਮਰਜ਼ੀ ਨਾਲ ਗੱਲਾਂ ਕਰੀ ਜਾਵਾਂਗੇ ਵੀ ਨਾ ਸਾਨੂੰ ਇਦਾਂ ਨਹੀਂਗਾ ਵੀ ਜੇ ਬੋਲਦੇ ਅੜਗੇ ਤਾਂ ਕੀ ਹੋ ਗਿਆ, ਜੇ ਬੋਲਦੇ ਗੱਲ ਭੁੱਲ ਗਈ ਤਾਂ ਭੁੱਲ ਗਈ, ਫਿਰ ਕੀ ਹੋ ਗਿਆ, ਵੀ ਸਾਨੂੰ ਕਿਹੜਾ ਸੁਣਦਾ ਇੱਥੇ ਕੋਈ, ਨਾ ਹੀ ਸਾਡੇ ਦਿਮਾਗ ਦੇ ਵਿੱਚ ਕੋਈ ਕੀੜਾ ਸੀ ਐਸਾ। ਉਹਨੂੰ ਕਲਾਸ ਵਾਂਗੂ ਸ਼ੁਰੂ ਕਰ ਲਿਆ ਆਪਣੀ, ਉਹਦੇ ਵਿੱਚ ਜਿਹੜੇ ਵੀਰ ਜਦੋਂ ਸੀਗੇ ਇੱਥੇ ਉਹ ਗੱਲਬਾਤ ਜਿਹੜੀ ਆ ਉਹ ਕਰ ਲੈਂਦੇ ਸੀਗੇ, ਜਿਹਨਾਂ ਨੂੰ ਜਿਹੜੇ ਮੁੰਡੇ ਹੁਣ ਕਈ ਤਾਂ ਇੰਡੀਆ ਚਲੇ ਗਏ ਉਦੋਂ, ਬਖਸ਼ੀਸ਼ ਵਰਗੇ ਸੀਗੇ ਉਦੋਂ, ਤੇ ਉਹ ਇੱਥੇ ਫੋਨ ਕਰ ਲੈਂਦੇ ਸੀ, ਗੱਲਬਾਤ ਜਿਹੜੀ ਹੋ ਜਾਂਦੀ ਰਿਕਾਰਡਿੰਗ ਹੋ ਜਾਂਦੀ ਸੀਗੀ। ਨਾ ਤਾਂ ਅਸੀਂ ਉਦੋਂ ਰਿਕਾਰਡਿੰਗ ਫੇਸਬੁੱਕ ਤੇ ਪਾਈ ਦੀ ਸੀ, ਨਾ YouTube ਤੇ ਪਾਈ ਦੀ ਸੀ, ਨਾ WhatsApp ਤੇ ਭੇਜੀ ਦੀ ਸੀਗੀ, ਸਿਰਫ ਰਿਕਾਰਡਿੰਗ ਸਾਡੇ ਆਪਣੇ ਰਿਕਾਰਡ ਵਾਸਤੇ ਹੁੰਦੀ ਸੀਗੀ। ਅਸੀਂ ਸਾਡਾ ਕੋਈ ਏਦਾਂ ਪਰਪਸ ਨਹੀਂ ਸੀ ਭੇਜੀਏ ਏਦਾਂ ਲੋਕਾਂ ਨੂੰ ਸੁਣਾਈਏ ਏਦਾਂ ਕਰਕੇ, ਕਿਉਂਕਿ ਜੇ ਏਦਾਂ ਆਪਣੇ ਆਪ ਦੇ ਦਿਮਾਗ ਦੇ ਵਿੱਚ ਰੱਖ ਕੇ ਚੱਲਦੇ ਨਾ ਅਸੀਂ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸੁਣਾਈਏ ਨਾ ਗੱਲਾਂ ਨੂੰ, ਫਿਰ ਬਹੁਤ ਛੇਤੀ ਅਸੀਂ ਜਿਹੜਾ ਏਦਾਂ ਡਿਪਰੈਸ਼ਨ 'ਚ ਚਲੇ ਜਾਣਾ ਸੀਗਾ, ਕਿਉਂਕਿ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹਨੂੰ ਬਹੁਤ ਸੰਮਤੀ ਪ੍ਰਵਾਨ ਵੀ ਕਰੂਗੀ ਕਿ ਨਹੀਂ ਕਰੂਗੀ, ਲੋਕੀ ਇਹਨੂੰ ਕਿਉਂ ਸੁਣਨਗੇ ਜਦੋਂ ਲੋਕਾਂ ਕੋਲ ਇਹ ਆਪਸ਼ਨ ਹੋਰ ਹੈਗੇ ਆ। ਬਾਕੀ ਰੇਡੀਓ ਕਮਰਸ਼ੀਅਲ ਰੇਡੀਓ ਬੜਾ ਤਾਮਝਾਮ ਤਕੜਾ ਉਹਨਾਂ ਦਾ ਮਿਊਜ਼ਿਕ ਸਿਸਟਮ, ਬਾਕੀ ਜਿੰਨਾ ਵੀ ਉਹਨਾਂ ਦਾ ਪੂਰਾ ਘੰਟਾ ਮੈਨੇਜ ਕੀਤਾ ਹੁੰਦਾ ਉਹਨਾਂ ਨੇ। ਉਦੋਂ ਬਾਅਦ ਪ੍ਰਚਾਰਕਾਂ ਨੂੰ ਲਾਈਨ ਤੇ ਲੈਂਦੇ, ਸਾਰੇ ਦੇ ਸਾਰੇ ਜਿਹੜੇ ਧਾਰਮਿਕ ਰੇਡੀਓ ਪ੍ਰੋਗਰਾਮ ਕਰਦੇ ਆ ਉਹਨਾਂ ਚ ਮੋਸਟਲੀ ਪ੍ਰਚਾਰਕਾਂ ਨੂੰ, ਕੁਲਦੀਪ ਸਿੰਘ ਸ਼ੇਰੇ ਪੰਜਾਬ ਦਾ ਰੇਡੀਓ ਹੁੰਦਾ ਸੀਗਾ, ਉਹ ਵੱਡੇ ਪ੍ਰਚਾਰਕਾਂ ਨੂੰ ਸਾਰਿਆਂ ਨੂੰ ਏਦਾਂ ਲਾਈਨ ਤੇ ਲੈਂਦਾ ਸੀਗਾ। ਤਾਂ ਸਾਨੂੰ ਏਦਾਂ ਕਦੇ ਵੀ ਆਪਣੇ ਆਪ ਦੇ ਵਿੱਚ ਇਹ ਨਹੀਂ ਸੀਗਾ ਵੀ ਕੋਈ ਬੰਦੇ ਸਾਨੂੰ ਏਦਾਂ ਵੱਡੇ ਪੱਧਰ ਤੇ ਸੁਣਨ, ਏਦਾਂ ਆਪਣੇ ਕਲਾਸਾਂ ਦੇ ਲਈ, ਆਪਣੇ ਐਕਸਪੀਰੀਅੰਸ ਦੇ ਲਈ ਜਿਹੜਾ ਨਾ ਅਸੀਂ ਉਦੋਂ ਕੰਮ ਕੀਤਾ ਪਹਿਲੇ 2 ਸਾਲ 3 ਸਾਲ 2 ਸਾਲ ਕਰੀਬ, ਉਹਨੇ ਸਾਡਾ ਬੜਾ ਸਾਥ ਦਿੱਤਾ।
ਉਹਦੇ ਨਾਲ ਐਕਸਪੀਰੀਅੰਸ ਹੋ ਗਿਆ ਸਾਨੂੰ। ਇਹ ਤਾਂ ਨਿਸ਼ਾਨੇ ਲਾਉਣੇ ਸਿੱਖ ਲਏ ਅਸੀਂ ਪੂਰੇ। ਉਦੋਂ ਜਿਹੜੇ ਆ ਆਪਣਾ ਅੱਜ ਪ੍ਰੋਗਰਾਮ ਕਰਦੇ ਸੀਗੇ, ਜਿਨ੍ਹਾਂ ਨੇ ਫੋਨ ਕਰਨਾ ਉਦੋਂ ਏਦਾਂ ਕੋਈ ਫੋਨ ਏਦਾਂ ਆਉਂਦੇ ਨਹੀਂ ਹੁੰਦੇ ਸੀਗੇ, ਬਹੁਤ ਰੇਅਰ ਫੋਨ ਆਉਂਦਾ ਹੁੰਦਾ ਸੀ, ਕਿਸੇ ਦਾ ਆਉਂਦਾ ਹੁੰਦਾ ਸੀਗਾ। ਤਾਂ ਅਸੀਂ ਆਪਣਾ ਪ੍ਰੋਗਰਾਮ ਕਰਕੇ ਭਾਜੀ ਹਰਾਂ ਦਾ ਚਲੋ ਉਹਨਾਂ ਦਾ ਆਪਣਾ ਕਿਤਾਬਾਂ ਵਗੈਰਾ ਪੜ੍ਹੀਆਂ ਹੋਣ ਕਰਕੇ ਤਾਂ ਐਕਸਪੀਰੀਅੰਸ ਵੀ ਪਿੱਛੋਂ 25-30 ਸਾਲਾਂ ਦਾ ਉਹਨਾਂ ਨੇ ਕਰ ਲੈਂਦੇ ਸੀਗੇ। ਅਸੀਂ ਆਪਣੇ ਤੌਰ ਦੇ ਉੱਤੇ ਜਿਹੜੇ ਰੇਡੀਓ ਪ੍ਰੋਗਰਾਮ ਹੁੰਦੇ ਸੀ ਉਹਦੇ ਵਿੱਚ ਅਸੀਂ ਵਿਸ਼ੇ ਰੱਖ ਲਏ। ਵਿਸ਼ਿਆਂ ਦੇ ਵਿੱਚ ਇਹ ਡਿਸਾਈਡ ਹੋਇਆ ਸੀ ਵੀ ਇੱਕ ਕਿਤਾਬ ਖੋਲ ਲਈਏ ਕੋਈ ਨਾ ਕੋਈ, ਕਿਉਂਕਿ ਹੁਣ ਬੋਲਦੇ ਗੱਲ ਮੁੱਕ ਜੇ, ਕੀ ਕਰਾਂਗੇ ਮੁੜ ਕੇ ਉੱਥੇ, ਕਿਹਨੂੰ ਬਾਜ ਮਾਰਾਂਗੇ ਉੱਥੇ, ਕੋਈ ਪਤਾ ਥੋੜੀ ਸੀਗਾ। ਹੁਣ ਜਿਹੜੇ ਤਾਂ ਹੁਣ ਗਾਣੇ ਵਾਲੇ ਚੈਨਲ ਹੁੰਦੇ ਆ ਉਹ ਤਾਂ ਏਦਾਂ ਹੁੰਦੇ ਵੀ ਲਓ ਜੀ ਗਾਣਾ ਸੁਣੋ ਹੁਣ, ਤੇ ਮੁੜ ਕੇ ਜਦੋਂ ਗਾਣਾ ਮੁੱਕਦਾ ਤਾਂ ਉਸੇ ਗਾਣੇ ਦੇ ਬੋਲਾਂ ਨੂੰ ਰਿਪੀਟ ਕਰ ਲੈਂਦੇ ਆ। ਉਮੀਦ ਹੀ ਕੀਤਾ ਤੁਸੀਂ ਪਸੰਦ ਕੀਤਾ ਹੋਊਗਾ ਤੇ ਆਪਣੇ ਐਸੇ ਪ੍ਰੋਗਰਾਮ 'ਚ ਜੁੜੇ ਰਹੋ। ਹੁਣ ਸਪਾਂਸਰ ਦੇ ਸੰਦੇਸ਼ ਉਹਨਾਂ ਨੇ ਇੰਨਾ ਕੁ ਬੋਲਣਾ ਹੁੰਦਾ ਵਿੱਚ, ਫਿਰ ਜਿਹੜੀਆਂ ਐਡਾਂ ਆ ਜਾਂਦੀਆਂ, ਐਡਾਂ ਤੋਂ ਬਾਅਦ ਫਿਰ ਉਹਨਾਂ ਨੇ ਕਹਿ ਦੇਣਾ ਤੁਹਾਡਾ ਫਿਰ ਸਵਾਗਤ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਹੁਣ ਫਲਾਨੇ ਗਾਣੇ ਦੇ ਨਾਲ ਫਿਰ ਜੁੜਦੇ ਆ, ਏਦਾਂ ਕਰਕੇ ਉਹਨਾਂ ਨੇ ਫਿਰ ਗਾਣਾ ਲਾ ਦੇਣਾ। ਉਦੋਂ ਵਿੱਚ 1-1.5 ਮਿੰਟ ਬੋਲਣਾ ਹੁੰਦਾ, ਕੋਈ ਔਖਾ ਨਹੀਂਗਾ। ਹੁਣ ਲਗਾਤਾਰ 1 ਘੰਟਾ ਬੋਲਣਾ ਤੁਸੀਂ, ਤਾਂ ਆਪਣੇ ਆਪ ਦੇ ਵਿੱਚ ਏਦਾਂ ਹੋ ਸਕਦਾ ਸੀਗਾ ਵੀ ਚੱਲਦੇ ਚੱਲਦੇ ਗੱਲ ਤੁਸੀਂ ਭੁੱਲ ਜਾਓ ਕੋਈ। ਤੇ ਇਹਦੇ ਲਈ ਫਿਰ ਕੀ ਹੋਇਆ ਵੀ ਅਸੀਂ ਕਿਤਾਬਾਂ ਦਾ ਸ਼ੁਰੂ ਕਰ ਲਿਆ ਵੀ ਇੱਕ ਕਿਤਾਬ ਖੋਲ ਲਈਏ, ਵੀ ਜੇ ਕੁਛ ਨਾ ਹੋਊ ਕਿਤਾਬ ਪੜ੍ਹੀ ਜਾਇਆ ਕਰ, ਹੋਰ ਕੀ ਇਦਾਂ ਵੱਧ ਕੀ ਹੋ ਜਾਊਗਾ। ਤਾਂ ਉਹਦੇ ਵਿੱਚ ਜਿਹੜਾ ਗੁਰ ਇਤਿਹਾਸ ਜਿਹੜਾ ਪ੍ਰੋਗਰਾਮ ਸ਼ੁੱਕਰਵਾਰ ਨੂੰ ਮੈਂ ਤੇ ਤਲਵਿੰਦਰ ਸ਼ੁਰੂ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸੀਗੇ, ਏਦਾਂ ਬਾਕੀ ਦੇ ਪ੍ਰੋਗਰਾਮ ਜਿਹੜੇ ਸਾਡੇ ਵਿਛੜੀਆਂ ਰੂਹਾਂ ਜਿਹੜੀਆਂ ਉਹ ਵੀ ਕਰਦੀਆਂ ਹੁੰਦੀਆਂ ਚਲੇ ਗਏ। ਉਹ ਨਾ ਇਸੇ ਗੱਲੋਂ ਹੀ ਆਪਣੇ ਆਪ ਦੇ ਵਿੱਚ ਏਦਾਂ ਹੋ ਗਏ ਸੀ ਇੱਕ ਸਟੇਜ ਤੇ ਜਾ ਕੇ ਬਈ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਨਾ ਜਿੱਦਾਂ ਚਾਹੁੰਦੇ ਇਹ ਸੀਗੇ ਵੀ ਏਦਾਂ ਬੱਲੇ ਬੱਲੇ ਹੋ ਜੇ ਦਵਾ ਦਾ। ਹੁਣ ਬੱਲੇ ਬੱਲੇ ਦੇ ਚੱਕਰ ਦੇ ਵਿੱਚ ਹੁਣ ਪ੍ਰੋਗਰਾਮ ਜਦੋਂ ਕਰਦੇ ਸੀਗੇ ਤੇ ਜਦੋਂ ਤੁਸੀਂ ਦਿਮਾਗ ਦੇ ਵਿੱਚ ਇਹ ਇੱਕ ਵਾਰੀ ਇੰਪ੍ਰੈਸ਼ਨ ਲਿਆ ਹੈ ਨਾ ਵੀ ਯਾਰ ਕੌਣ ਸੁਣਦਾ ਹੈ ਪ੍ਰੋਗਰਾਮ ਨੂੰ, ਤੁਸੀਂ ਕਰ ਹੀ ਨਹੀਂ ਸਕਣਾ। ਜੇ ਤੁਹਾਡੇ ਦਿਮਾਗ 'ਚ ਕੀੜਾ ਹੈ ਨਾ ਲੋਕਾਂ ਨੂੰ ਸੁਣਾਉਣ ਦਾ, ਤੇ ਤੁਹਾਨੂੰ ਇਹ ਅਹਿਸਾਸ ਹੋ ਗਿਆ ਵੀ ਯਾਰ ਕੋਈ ਸੁਣਦਾ ਤਾਂ ਹੈ ਨਹੀਂਗਾ, ਪਤਾ ਨਹੀਂ ਕੋਈ 5-10 ਬੰਦੇ ਸੁਣਦੇ ਆ ਵੀ ਕਿ ਨਹੀਂ ਸੁਣਦੇਗੇ। ਕਦੇ ਵੀ ਅਸੀਂ ਇਸ ਗੱਲ ਦੇ ਲਈ, ਕਿਉਂਕਿ ਜਿਹੜਾ ਐਕਸੈਸ ਹੈ ਨਾ ਵੀ ਕਿੰਨੇ ਬੰਦੇ ਸੁਣਦੇ ਰੇਡੀਓ ਨੂੰ ਇੰਟਰਨੈਟ ਦੇ ਉੱਤੇ, ਇਹ ਕਮਲਦੀਪ ਭਾਜੀ ਕੋਲੇ ਹੈ ਐਕਸੈਸ। ਕਦੇ ਹੀ ਨਹੀਂ ਅਸੀਂ ਉਹਨਾਂ ਤੋਂ ਐਕਸੈਸ ਮੰਗਿਆ ਇਸ ਗੱਲ ਦਾ, ਨਾ ਹੀ ਕਦੇ ਉਹਨਾਂ ਨੂੰ ਪੁੱਛਿਆ ਸੀਗਾ। ਭਾਜੀ ਆਪਣੀ ਮਰਜ਼ੀ ਨਾਲ ਕਦੇ ਦੱਸ ਦੇਣ ਤਾਂ ਦੱਸ ਦੇਣ, ਕਦੇ ਉਹਨਾਂ ਨੂੰ ਪੁੱਛਿਆ ਨਹੀਂ ਸੀਗਾ ਵੀ ਭਾਜੀ ਕਿੰਨੇ ਕੁ ਬੰਦੇ ਸੁਣਦੇ ਆ, ਕੌਣ ਸੁਣਦਾ ਕੌਣ ਨਹੀਂ। ਜੇ ਕੋਈ ਸਾਨੂੰ ਪਤਾ ਸੀਗਾ ਵੀ ਅਸੀਂ ਨਹੀਂ ਐਸ ਰੱਖ ਕੇ ਸੁਣਦੇ ਸੀ, ਕੋਈ ਸੁਣਦਾ ਵੀ ਹੋਣਾ ਇਸ ਗੱਲ ਨੂੰ। ਜੇ ਕੋਈ ਸੁਣਦਾ ਤਾਂ ਜੇ ਇਹ ਕੀੜਾ ਦਿਮਾਗ ਦੇ ਵਿੱਚ ਆ ਗਿਆ ਵੀ ਕੋਈ ਸੁਣੇ ਤਾਂ ਬੋਲਾਂਗੇ, ਫਿਰ ਨਹੀਂ ਬੋਲ ਹੋਣਾ ਸੀਗਾ। ਜਦੋਂ ਅਗਲੇ ਨੇ ਦੱਸਣਾ ਸੀ 5 ਜਣੇ ਸੁਣਦੇ ਆ, 4 ਜਣੇ ਸੁਣਦੇ ਆ, ਅਗਲੇ ਨੇ ਕਹਿਣਾ ਸੀ ਯਾਰ 4 ਜਣੇ ਪਿੱਛੇ ਮੈਂ ਘੰਟਾ ਮੱਥਾ ਮਾਰੀ ਜਾਣਾ ਇੱਥੇ। ਇਸ ਕਰਕੇ ਉਦੋਂ ਪ੍ਰੋਗਰਾਮ ਜਿੱਦਾਂ ਚੁੱਪ ਕਰਕੇ ਆਪਣੇ ਕਰੀ ਗਏ, ਜਿਹੜੇ ਸਾਡੀਆਂ ਵਿਛੜੀਆਂ ਰੂਹਾਂ ਜਿਹੜੀਆਂ ਗਈਆਂ ਉਹ ਵੀ ਏਦਾਂ ਬਾਕੀ ਦੇ ਪ੍ਰੋਗਰਾਮ, ਇੱਕ ਦਸਮ ਗ੍ਰੰਥ ਦਾ ਪ੍ਰੋਗਰਾਮ ਹੁੰਦਾ ਸੀਗਾ, ਬਾਕੀ ਇੱਕ ਸਿੱਖ ਇਤਿਹਾਸ ਦਾ ਪ੍ਰੋਗਰਾਮ ਹੁੰਦਾ ਸੀ। ਉਹਦੇ ਵਿੱਚ ਕਿਤਾਬਾਂ ਜਿਹੜੀਆਂ ਮਿਸ਼ਨਰੀ ਕਾਲਜ ਦੀਆਂ ਜਿਹੜੇ ਟਰੈਕਟ ਹੈ ਛੋਟੇ ਉਹ ਟਰੈਕਟ ਜਿਹੜੇ ਅਸੀਂ ਸ਼ੁਰੂ ਕੀਤੇ, ਉਹਦੇ ਜਿਹੜਾ ਇਹਨਾਂ ਦੀ ਛਮਾਹੀ ਕੋਰਸ ਦੇ ਵਿੱਚ ਨਹੀਂ ਜਿਹੜਾ 2 ਸਾਲਾ ਕੋਰਸ ਹੈ ਮੈਨੂੰ ਲੱਗਦਾ ਮਿਸ਼ਨਰੀ ਕਾਲਜ ਦਾ 2 ਸਾਲਾ ਕੋਰਸ ਹੈ ਜਿਹੜਾ ਕੋਰਸਪੋਂਡੈਂਸ ਵਾਲਾ ਪੱਤਰਾਚਾਰ ਦੇ ਨਾਲ ਕਰ ਸਕਦੇ ਸੀ ਘਰੇ ਬੈਠੇ। ਉਹਦੇ ਵਿੱਚ ਹਰੇਕ ਜਿਹੜੀ ਤਮਾਹੀ ਹੈ ਉਹਦੇ ਵਿੱਚ ਗੁਰੂ ਸਾਹਿਬਾਨਾਂ ਦੀ ਇੱਕ ਦੀ ਜੀਵਨੀ ਨਾਲ ਹੈ, ਗੁਰੂ ਨਾਨਕ ਪਾਤਸ਼ਾਹ ਦੀ, ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੀ, ਏਦਾਂ ਕਰਕੇ ਇੱਕ ਜੀਵਨੀ ਅਸੀਂ ਚੱਕ ਲਈ ਉੱਥੇ। ਹੁਣ ਉਹਦੇ ਵਿੱਚ ਮਤਲਬ ਹੈ ਤਾਂ ਮਿਸ਼ਨਰੀ ਕਾਲਜ ਵਾਲਿਆਂ ਦੇ ਮਤਲਬ ਪੁਰਾਣੀ ਛਾਪੀਆਂ ਵੀ ਸੀ ਤਾਂ ਉਹਦੇ ਵਿੱਚ ਵੀ ਕਾਫੀ ਮਨਮਤ, ਪਰ ਸਾਡੇ ਕੋਲ ਆਪਸ਼ਨ ਤਾਂ ਕੋਈ ਹੁੰਦਾ ਨਹੀਂ ਸੀਗਾ। ਅਸੀਂ ਉਹਨੂੰ ਪੜ੍ਹ ਕੇ ਆਪਣਾ ਜਿਹੜਾ ਜਿੰਨੀ ਗੱਲ ਕਰ ਲੈਂਦੇ ਸੀਗੇ। ਉਹ ਜਿਹੜਾ ਟਾਈਮ ਹੈ ਨਾ ਜਦੋਂ ਅਸੀਂ ਜਦੋਂ ਬੀਜ ਬਣ ਕੇ ਆਪਣਾ ਕੰਮ ਕੀਤਾ ਹੈ, ਉਦੋਂ ਕਾਫੀ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀ, ਐਕਸਪੀਰੀਅੰਸ ਹੋ ਗਿਆ। ਸਾਨੂੰ ਡਰ ਕੋਈ ਹੁੰਦਾ ਨਹੀਂ ਸੀ, ਅੜ ਗਏ ਨਾ ਭੁੱਲ ਗਏ ਨਾ ਆਇਆ ਘੰਟਾ ਲੱਗ ਗਿਆ ਨਹੀਂ 40 ਮਿੰਟ ਕਰਕੇ ਮੁਕਾ ਦਾਂਗੇ। ਉਸ ਚੀਜ਼ ਨੇ ਬਾਕੀ ਭਾਜੀ ਹਰਾਂ ਨੇ ਹੌਸਲਾ ਦਿੱਤਾ ਸਾਰੇ ਜਾਣਿਆਂ ਨੂੰ, ਤੇ ਉਹ ਪ੍ਰੋਗਰਾਮ ਜਿਹੜੇ ਆ ਏਦਾਂ ਸਾਲ 1.5 ਸਾਲ ਸਾਰਾ ਅਸੀਂ ਕੀਤਾ ਹੋਣਾ। ਹੁਣ ਮੈਨੂੰ ਐਗਜ਼ੈਕਟਲੀ ਚੇਤੇ ਨਹੀਂਗਾ ਜਦੋਂ ਪਹਿਲੀ ਵਾਰੀ ਰੇਡੀਓ ਦਾ ਜਦੋਂ ਮੈਨੂੰ ਲੱਗਦਾ ਪੰਗਾ ਪਿਆ ਤੇ ਥੋੜੀ ਵਧੇ ਆ, ਉਹ ਹੋਇਆ ਗੁਰਬਖਸ਼ ਸਿੰਘ ਜਦੋਂ ਪਹਿਲੀ ਵਾਰੀ ਭੁੱਖ ਹੜਤਾਲ ਤੇ ਬੈਠਾ। ਮੈਨੂੰ ਲੱਗਦਾ, ਮੈਨੂੰ ਹੁਣ ਸਨ ਨਹੀਂ ਚੇਤੇ, ਨਵੰਬਰ 2015 ਉਹ ਦੀ ਗੱਲ ਹੈ, ਕਿਉਂਕਿ ਮੈਂ ਇੰਡੀਆ ਜਾ ਕੇ ਆਇਆ ਸੀ, ਮੈਨੂੰ ਚੇਤੇ ਆ ਉਦੋਂ ਹੁਣ 1.5-2 ਸਾਲ ਦਾ ਟਾਈਮ ਲੱਗਿਆ ਉਦੋਂ। ਤੇ ਗੁਰਬਖਸ਼ ਸਿੰਘ ਪਹਿਲੀ ਵਾਰੀ ਭੁੱਖ ਹੜਤਾਲ ਤੇ ਬੈਠਿਆ ਤਾਂ ਪਹਿਲਾ ਮਸਲਾ ਸੀਗਾ ਜਿਹਦੇ ਉੱਤੇ
ਰੇਡੀਓ ਵਿਰਸਾ ਤੇ ਵਿਵਾਦ ਜਿਹੜਾ ਹੋਇਆ ਸੀਗਾ, ਪਹਿਲਾਂ ਤਾਂ ਜਰਨਲ ਗੱਲਾਂ ਹੁੰਦੀਆਂ ਸੀਗੀਆਂ, ਉਸ ਮੁੱਦੇ ਤੋਂ ਲੈ ਕੇ ਜਿਹੜਾ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠਾ ਤੇ ਜਿਹੜਾ ਓਪੀਨੀਅਨ ਜਿਹੜਾ ਸੀਗਾ ਇਹ, ਈਵਨ ਜਦੋਂ ਮੈਂ ਵੀ ਇੰਡੀਆ ਜਾ ਕੇ ਆਇਆ ਤਾਂ ਜਦੋਂ ਇੰਡੀਆ 'ਚ ਪ੍ਰਭਾਵ ਸੀਗਾ ਤੇ ਮੇਰੇ ਦਿਮਾਗ ਨੂੰ ਇਦਾਂ ਸੀਗਾ ਵੀ ਯਾਰ ਕੋਈ ਬੰਦਾ ਬੈਠਾ, ਸਿੱਖਾਂ ਨੂੰ ਕੋਈ ਪੁੱਛਦਾ ਹੀ ਨਹੀਂ ਇੱਥੇ ਮੀਡੀਆ ਵਿੱਚ, ਮੁਲਕ ਦੇ ਵਿੱਚ। ਪਰ ਜਦੋਂ ਮੈਂ ਇੱਥੇ ਆਇਆ ਤਾਂ ਜਦੋਂ ਅਸੀਂ ਡਿਸਕਸ ਹੋਈ ਭਾਜੀ ਹੋਰਾਂ ਨੇ, ਤਾਂ ਇਦਾਂ ਹੋਇਆ ਵੀ ਨਹੀਂ, ਇਹ ਤਰੀਕਾ ਹੀ ਗਲਤ ਹੈ ਬੰਦੇ ਦਾ, ਇਹ ਕੰਮ ਹੀ ਗਲਤ ਹੈ ਇਹ। ਉਦੋਂ ਬਾਅਦ ਜਿਹੜਾ ਇੱਥੇ ਰੇਡੀਓ ਦੇ ਉੱਤੇ ਉਪਚਾਰਾਂ ਹੋਈਆਂ 2015 ਦੀਆਂ ਹੀ ਮੈਨੂੰ ਲੱਗਦਾ, ਉਹਦੀਆਂ ਰਿਕਾਰਡਿੰਗਾਂ ਵੀ ਅਸੀਂ ਕੱਢ ਲਈਆਂ ਸੀਗਾ ਵਿੱਚ ਜਿਹੜੇ ਬੰਦੇ ਕਹਿੰਦੇ ਸੀ ਵੀ ਇਹ ਤਾਂ ਸਾਥ ਦਿੰਦੇ ਸੀ ਗੁਰਬਖਸ਼ ਸਿੰਘ ਦਾ, ਉਦੋਂ ਅਰਦਾਸਾਂ ਕਰਦੇ ਏਦਾਂ ਕਰਦੇ ਸੀਗੇ ਵੀ ਉਹਨਾਂ ਨੂੰ ਸੁਣਾ ਦਾਂਗੇ ਵੀ ਰੇਡੀਓ ਤੇ ਅਸੀਂ ਪ੍ਰੋਗਰਾਮ ਜਦੋਂ ਕੀਤੇ ਤੇ ਕਿੰਨਾ ਪੰਗਾ ਪਿਆ। ਜਦੋਂ ਗੁਰਬਖਸ਼ ਸਿੰਘ ਦੀ ਕਿਉਂਕਿ ਚੜ੍ਹਾਈ ਬਹੁਤ ਸੀਗੀ ਤਾਂ ਇੱਥੋਂ ਅਸੀਂ ਜਿਹੜਾ ਉਹਦੇ ਖਿਲਾਫ ਬੋਲ ਦਿੱਤਾ, ਉਹਦੇ ਨਾਲ ਪੰਗਾ ਜਿਹੜਾ ਇੱਥੇ ਜਿਹੜੇ ਭੰਗੜੇ ਵਾਲੇ ਮੰਡੀਰ ਸੀਗੀ ਉਹਨਾਂ ਨੇ ਰਲ ਮੁੜ ਕੇ, ਜਿਹੜੇ ਬੰਦੇ ਏਦਾਂ ਨਹੀਂ ਹੁੰਦੇਗੇ ਵੀ ਏਦਾਂ ਮੰਡੀਰ ਟਾਈਪ ਹੁੰਦੇ ਆ ਵੀ ਚੱਕ ਦਾਂਗੇ ਏਦਾਂ ਕਰ ਦਾਂਗੇ, ਉਹ ਬੰਦਿਆਂ ਨੂੰ ਬੜਾ ਗੁੱਸਾ ਲੱਗਿਆ ਇਸ ਗੱਲ ਦਾ ਤੇ ਉਹਨਾਂ ਨੇ ਫੋਨ ਕਰਕੇ, ਮਿੱਥ ਕੇ ਫੋਨ ਕਰਕੇ ਉਹਨਾਂ ਨੇ, ਕਿਉਂਕਿ ਸਾਲ ਡੇਢ ਸਾਲ ਸਾਨੂੰ ਕੰਮ ਕਰਦਿਆਂ ਹੋ ਗਿਆ ਸੀ, ਹਲਕਾ ਫੁਲਕਾ ਤਾਂ ਹੋ ਗਿਆ ਸੀ ਪ੍ਰੋਗਰਾਮ ਰੇਡੀਓ ਕੋਈ ਚੱਲਦਾ ਧਾਰਮਿਕ, ਉੱਥੇ ਗੱਲਾਂ ਬਾਤਾਂ ਹੁੰਦੀਆਂ, ਫਿਰ ਉਹਦੇ ਤੇ ਜਿਹੜਾ ਉਹਨਾਂ ਨੇ ਫੋਨ ਕਰਕੇ ਏਦਾਂ ਚੰਗੀਆਂ ਆਪਣੀ ਭੜਾਸ ਕੱਢੀ, ਗਾਲਾਂ ਵੀ ਕੱਢੀਆਂ ਲਿਟਰਲੀ ਉਹਨਾਂ ਨੇ ਮਾਵਾਂ ਭੈਣਾਂ ਦੀਆਂ ਸਾਨੂੰ, ਤੇ ਉਹਦੇ ਵਿੱਚ ਜਿਹੜੀਆਂ ਆਪਣੇ ਜਿਹੜਾ ਗੁਰਬਖਸ਼ ਸਿੰਘ ਦੇ ਨਾਂ ਸਾਨੂੰ ਇਹਦਾ ਜਸੂਸ ਵੀ ਕਿਹਾ, ਏਜੰਟ ਵੀ ਕਿਹਾ, ਸਾਰਾ ਕੁਝ ਹੋਇਆ। ਉਹ ਪਹਿਲਾ ਮਸਲਾ ਸੀਗਾ ਜਦੋਂ ਇਹ ਗੱਲ ਬੜੀ ਵਿਰੋਧ ਸਾਡਾ ਹੋਇਆ, ਪਰ ਜਿਹੜਾ ਚੰਗੀ ਜਿੱਦਾਂ ਸੀਗੀ ਪ੍ਰੈਡਿਕਸ਼ਨ ਕੀਤੀ ਵੀ ਭਾਜੀ ਹਰਿਆਣਾ ਨਾਲ, ਤੇ ਉਹਦੇ ਨਾਲ ਇਹ ਹੋਇਆ ਵੀ ਗੁਰਬਖਸ਼ ਸਿੰਘ ਬਾਅਦ ਦੇ ਵਿੱਚ ਲੋਕਾਂ ਸਾਹਮਣੇ ਨੰਗਾ ਹੋ ਗਿਆ, ਉਹਦੇ ਨਾਲ ਬਹੁਤਿਆਂ ਦੇ ਮੂੰਹ ਬੰਦ ਹੋ ਗਏ। ਉਦੋਂ ਕਾਫੀ ਪ੍ਰਭਾਵ ਜਿਹੜਾ ਇਸ ਗੱਲ ਦਾ ਪਿਆ ਸੀਗਾ, ਇੱਕ ਵਾਰੀ ਵੀ ਨਹੀਂ ਵੀ ਗੱਲਾਂ ਨੂੰ ਇਸ ਤਰੀਕੇ ਨਾਲ ਵੀ ਵਿਚਾਰਿਆ ਜਾ ਸਕਦਾ ਹੈ, ਦੂਸਰਾ ਐਂਗਲ ਵੀ ਹੁੰਦਾ ਕਿਸੇ ਗੱਲ ਦਾ। ਉਦੋਂ ਫਿਰ ਜਦੋਂ ਗੁਰਬਖਸ਼ ਸਿੰਘ ਵਾਲਾ ਮਸਲਾ ਮੁੱਕਿਆ ਤੇ ਉਸ ਤੋਂ ਬਾਅਦ ਫਿਰ ਗੱਲਾਂ ਚੱਲਦੀਆਂ ਗਈਆਂ। ਉਸ ਤੋਂ ਬਾਅਦ ਸਾਡੇ ਲੋਕਲ ਇਸ਼ੂਆਂ ਦੇ ਉੱਤੇ ਸਾਡਾ ਲਗਭਗ ਸਾਲ ਡੇਢ ਸਾਲ ਜਿਹੜਾ ਲੰਘਿਆ, ਲੋਕਲ ਜਿਹੜੇ ਇਸ਼ੂ ਸਾਡੇ ਹੁੰਦੇ ਸੀਗੇ ਇੱਥੇ, ਬਾਕੀ ਜਿਹੜੇ ਕਾਮਰੇਡਾਂ ਦੇ ਨਾਲ, ਜਿਹੜੇ ਰਵਿਦਾਸ ਸਭਾ ਵਾਲਿਆਂ ਦੇ ਨਾਲ, ਬਾਕੀ ਗੁਰਦੁਆਰਿਆਂ ਦੇ ਨਾਲ ਜਿੰਨੇ ਸੀਗੇ, ਟਕਸਾਲੀਆਂ ਦੇ ਨਾਲ, ਜਦੋਂ ਉਦੋਂ ਬਾਅਦ ਤਾਂ ਫਿਰ ਕੰਟੀਨਿਊ ਲੜੀ ਗੁਰਬਖਸ਼ ਸਿੰਘ ਤੋਂ ਬਾਅਦ ਤਾਂ ਛਿੜਪੀ ਨਾ ਸਾਰੀ, ਫਿਰ ਉਹ ਬੜਾ ਲੰਬਾ ਟਾਈਮ ਸਾਡੀ ਜਿਹੜੀ ਆ ਚੱਲਦੀ ਰਹੀ ਆ, ਤੇ ਚੱਲਦੇ ਹੁਣ ਜਿਹੜਾ ਜਾਗਰੂਕਾਂ ਵਾਲੇ ਤੱਕ ਪਹੁੰਚੇ ਆ। ਪਿਛਲੇ ਸਾਲ ਦਾ ਤਾਂ ਲਗਭਗ ਕਾਫੀ ਸਰੋਤਿਆਂ ਨੂੰ ਚੇਤੇ ਹੋਣਾ ਕੀ ਹੁੰਦਾ, ਉਦੋਂ ਪਹਿਲਾਂ ਦਾ ਮੈਂ ਤੁਹਾਨੂੰ ਦੱਸਤਾ ਵੀ ਏਦਾਂ ਕਰਕੇ 5 ਸਾਲ ਜਿਹੜਾ ਸਾਨੂੰ ਸਟੈਬਲਿਸ਼ ਹੋਣ ਤੇ ਲੱਗੇ ਆ। ਸਾਰੇ ਨਿਸ਼ਾਨੇ ਅਸੀਂ ਪਹਿਲਾਂ ਕੱਚੇ ਟਾਈਮਾਂ 'ਚ ਲਾ ਕੇ ਦੇਖ ਲਏ, ਕਿਉਂਕਿ ਉਦੋਂ ਕੋਈ ਸੁਣਦਾ ਹੁੰਦਾ ਨਹੀਂ ਸੀਗਾ, ਆਪਣੇ ਅੰਦਾਜ਼ੇ ਜਿਹੜੇ ਅਸੀਂ ਫਿੱਟ ਕਰ ਲਏ ਉਦੋਂ ਲਾ ਲਏ ਆ, ਤੇ ਉਹਦਾ ਬੜਾ ਬੈਨੀਫਿਟ ਜਿਹੜਾ ਹੁਣ ਮਿਲਿਆ। ਉਦੋਂ ਸਾਡੇ ਨਾਲ ਸਰੋਤੇ ਆ ਜੀ, ਉਹਨਾਂ ਦੀ ਗੱਲ ਸੁਣ ਲਈਏ। ਸਵਾਗਤ ਹੈ ਜੀ ਤੁਹਾਡਾ। ਉਹ 2017 ਪਿਛਲਾ ਸਾਲ ਲੰਘਿਆ ਹਨਾ, ਹਾਂਜੀ, ਤੇ 16 ਚ ਪੰਥਪ੍ਰੀਤ ਨੂੰ ਅਪ੍ਰੈਲ ਚ ਜਵਾਬ ਹੋਇਆ, 16 ਜੁਲਾਈ ਚ ਧੁੰਦੇ ਨੂੰ ਜਵਾਬ ਹੋਇਆ, ਹਾਂਜੀ, ਤੇ 15 ਦੇ ਅਖੀਰ ਚ ਹੋਇਆ ਬਰਗਾੜੀ ਕਾਂਡ ਅਕਤੂਬਰ ਚ, ਤੇ 15 ਦੀ ਮਈ ਨੂੰ ਆਇਆ ਸੀ ਗੁਰਪ੍ਰੀਤ ਕੈਲੀਫੋਰਨੀਆ ਵਾਲਾ, ਹਾਂ 14 ਚ ਪਿਆ ਸੀ ਇਹ ਕਾਮਰੇਡਾਂ ਵਾਲਾ ਪੰਗਾ, ਤੇ 13 ਦੇ ਅਖੀਰ ਚ ਬੈਠਾ ਸੀ ਗੁਰਬਖਸ਼। ਅੱਛਾ, ਨੇੜੇ ਹੀ ਪੰਗਾ ਪੈ ਗਿਆ ਸੀ ਗੁਰਬਖਸ਼ ਸਿੰਘ, ਮੈਨੂੰ ਵੀ ਤਾਂ ਲੱਗਦਾ ਸੀ, ਕਿਉਂਕਿ ਮੈਂ 2015 ਜਦੋਂ ਇੰਡੀਆ ਗਿਆ ਉਦੋਂ ਬਰਗਾੜੀ ਕਾਂਡ ਹੋਇਆ, ਤਾਂ ਜਦੋਂ ਗੁਰਬਖਸ਼ ਸਿੰਘ ਵਾਲਾ ਹੋਇਆ ਉਦੋਂ ਵੀ ਮੈਂ ਇੰਡੀਆ ਸੀ, 2013 ਦੀ ਗੱਲ, 13 ਅਕਤੂਬਰ ਦੀ ਗੱਲ ਹੈ ਕੁਛ ਮੈਨੂੰ ਲੱਗਦਾ ਏਦਾਂ, ਛੇਤੀ ਪੰਗਾ ਪੈ ਗਿਆ ਸੀ, 14 ਚ ਇਹਨਾਂ ਨਾਲ ਹੋਇਆ ਸੀ, ਇਹਨਾਂ ਨਾਲ ਕਾਮਰੇਡਾਂ ਨਾਲ ਹੋਇਆ, 15 ਚ ਹੋਇਆ ਬਰਗਾੜੀ ਵਾਲਾ। ਠੀਕ ਹੈ ਜੀ, ਧੰਨਵਾਦ, ਤੁਸੀਂ ਡੇਟਾ ਕਰੈਕਟ ਕਰਤੀਆਂ, ਮੈਂ ਥੋੜਾ ਜਿਹਾ ਹੋਇਆ ਸੀਗਾ, ਕਿਉਂਕਿ ਉਦੋਂ ਮੈਂ 15 ਚ ਉਦੋਂ ਆਇਆ ਸੀਗਾ ਅਕਤੂਬਰ ਨਵੰਬਰ ਚ, ਉਦੋਂ ਬਰਗਾੜੀ ਹੋਇਆ ਸੀ ਪੰਥਪ੍ਰੀਤ ਸਿੰਘ ਨਾਲ, ਤੇ ਇਹਨਾਂ ਦੇ ਬਾਰੇ ਹੋਇਆ ਸੀ 15 ਮਈ ਚ ਤਾਂ ਫੇਰ ਆਇਆ ਨਾ। ਮੈਨੂੰ ਦੋਨੇ ਵਾਰੀ ਚੇਤੇ ਆ, ਕਿਉਂਕਿ ਦੋਨੇ ਵਾਰੀ ਮੈਂ ਇੰਡੀਆ ਸੀ, ਹਾਂ, ਤਾਂ ਮੈਨੂੰ ਇਹ ਡੇਟਾਂ ਦਾ ਸੀਗਾ। ਇੱਕ ਵਾਰੀ ਮੈਂ 2013 ਚ ਗਿਆ, ਇੱਕ 2015 ਚ ਗਿਆ, ਤੇ ਉਹ ਥੋੜਾ ਜਿਹਾ ਭੁਲੇਖਾ ਲੱਗ ਗਿਆ। ਹਾਂਜੀ, ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ। ਤੇ ਫਿਰ ਤਾਂ ਛੇਤੀ ਪੰਗਾ ਪੈ ਗਿਆ ਸੀਗਾ, ਅਪ੍ਰੈਲ ਚ ਖੋਲਿਆ ਰੇਡੀਓ, ਹੋਇਆ ਸਟਾਰਟ, ਤੇ ਬਰਗਾੜੀ ਵਾਲਾ ਜਿਹੜਾ ਤੋਂ ਬਾਅਦ ਜਿਹੜਾ ਗੁਰਬਖਸ਼ ਸਿੰਘ ਵਾਲਾ ਤੋਂ ਪੰਗਾ ਪੈ ਗਿਆ 6 ਮਹੀਨੇ ਦੇ ਵਿੱਚ ਹੀ। ਉਸ ਤੋਂ ਬਾਅਦ ਜਿਹੜਾ 2014 ਦੇ ਵਿੱਚ ਇਹਨਾਂ ਦਾ ਹੋ ਗਿਆ, 2014 ਦੇ ਵਿੱਚ ਗੁਰਪ੍ਰੀਤ, 15 ਚ ਉਹ ਤਾਂ ਮਈ ਚ ਆਇਆ ਨਾ, 14 ਚ ਕਾਮਰੇਡਾਂ ਵਾਲਾ ਜਿਹੜਾ ਪੰਗਾ, ਜਿਹੜਾ ਸਾਡਾ ਇਹਨਾਂ ਨੇ ਇਕੱਠੇ ਹੋ ਕੇ ਰਲ ਕੇ ਵਿਰੋਧ ਕੀਤਾ ਸਾਰਿਆਂ ਨੇ, ਕਿਉਂਕਿ ਕਾਮਰੇਡਾਂ ਨੇ ਉਹ ਹੋਰ ਜਿਹੜੇ ਬਾਕੀ ਦੇ ਜਿਹੜੇ ਗਰੁੱਪ ਸੀਗੇ ਇੱਥੇ, ਜਿੰਨੇ ਵੀ ਨਿਊਜ਼ੀਲੈਂਡ ਦੇ ਵਿੱਚ ਗੁਰਦੁਆਰੇ ਆ, ਜਿੰਨੀਆਂ ਕਲੱਬਾਂ, ਸਾਰਿਆਂ ਨੇ ਇਕੱਠੇ ਹੋ ਕੇ, ਮੈਨੂੰ ਲੱਗਦਾ 15-16 ਗਰੁੱਪ ਬਣ ਗਏ ਸੀਗੇ, ਸ਼ਾਇਦ ਜ਼ਿਆਦਾ ਹੋਣ, ਇਹਨਾਂ ਨੇ ਇਕੱਠੇ ਹੋ ਕੇ ਜਿਹੜਾ ਵਿਰੋਧ ਸਾਡਾ ਕੀਤਾ ਸੀਗਾ।
ਸ਼ਿਕਾਇਤਾਂ ਵੀ ਹੋਈਆਂ, ਮੀਟਿੰਗਾਂ ਵੀ ਹੋਈਆਂ, ਸਾਰਾ ਕੁਝ ਹੋਇਆ, ਚਲੋ ਉਹ ਸਾਰਾ ਨਿਬੜ ਗਿਆ ਸਾਡਾ। ਉਦੋਂ ਬਾਅਦ ਜਿਹੜਾ ਆਹ ਗੁਰਪ੍ਰੀਤ ਵਾਲਾ ਹੋਇਆ ਇਨਸੀਡੈਂਟ, ਕਿਉਂਕਿ ਜਦੋਂ ਸ਼ਿਕਾਇਤਾਂ ਕਰਕੇ ਦੇਖ ਲਈਆਂ ਉਹਨਾਂ ਨੇ, ਉਹਦੇ ਵਿੱਚ ਬਹੁਤਾ ਨਹੀਂ ਉਹਨਾਂ ਨੂੰ ਪ੍ਰਾਪਤ ਹੋਇਆ ਕੁਛ ਉਹਦੇ ਵਿੱਚ, ਕਿਉਂਕਿ ਆਪਣੀ ਗੱਲ ਕਹਿਣ ਦਾ ਅਧਿਕਾਰ ਤਾਂ ਸਾਨੂੰ ਸਾਰੀ ਗੌਰਮੈਂਟ ਦਿੰਦੀ ਹੈ ਨਾ, ਆਪਣਾ ਪੱਖ ਤਾਂ ਅਸੀਂ ਰੱਖ ਸਕਦੇ ਹਾਂ ਇੱਥੇ, ਅਸੀਂ ਆਪਣਾ ਪੱਖ ਰੱਖਦੇ ਸੀ, ਉੱਥੋਂ ਉਹਨਾਂ ਨੂੰ ਨਹੀਂ ਹੋਇਆਗਾ। ਤਾਂ ਫਿਰ ਜਿਹੜਾ ਹੈ ਉਹਨਾਂ ਗਰੁੱਪਾਂ ਟਕਸਾਲੀਆਂ ਨੇ ਖਾਸ ਤੌਰ ਦੇ ਉੱਤੇ ਗੁਰਪ੍ਰੀਤ ਨੂੰ ਸੱਦ ਕੇ ਇੱਥੇ, ਤੇ ਜਿਹੜਾ ਇੱਥੇ ਉਹ ਉਹਨਾਂ ਨੂੰ ਕੁਛ ਇਹਨਾਂ ਨੂੰ ਏਦਾਂ ਸੀਗਾ ਵੀ ਹੁਣ ਕਿਉਂਕਿ ਜਿਹੜਾ ਕਾਨੂੰਨੀ ਦਾ ਪੇਚੀ ਖੇਡ ਹਟੇ ਸੀਗੇ ਵੀ ਹੁਣ ਇਹਦਾ ਡਰਾ ਲਈਏ ਜਾਂ ਧਮਕਾ ਲਈਏ ਜਾਂ ਉੱਥੇ ਲੜਾਈ ਦਾ ਕਾਰਨ ਬਣਾ ਕੇ ਸਰਕਾਰ ਤੇ ਪ੍ਰੈਸ਼ਰ ਬਣਾ ਸਕੀਏ। ਉਦੋਂ ਹੁਣ ਸਾਨੂੰ ਪਤਾ ਸੀ ਉਹਦਾ ਕਾਰਨ ਕੀ ਹੈ, ਕਿਉਂਕਿ ਉਦੋਂ ਪਹਿਲਾਂ ਅਸੀਂ ਜਿਹੜੀਆਂ ਉਹਨਾਂ ਦੀ ਸ਼ਿਕਾਇਤਾਂ ਕਾਨੂੰਨੀ ਉਹਨਾਂ ਨੂੰ ਨਜਿੱਠ ਚੁੱਕੇ ਸੀਗੇ। ਇਸ ਕਰਕੇ ਸਾਨੂੰ ਪਤਾ ਸੀਗਾ ਵੀ ਹੁਣ ਜਿੱਦਾਂ ਨਹੀਂ ਹੁੰਦਾ ਕਿ ਵੀ ਨਿਆਣਿਆਂ ਦੇ ਕੋਲੋਂ ਦਲੀਲ ਮੁੱਕ ਜਾਂਦੀ ਕਿਸੇ ਬੰਦੇ ਕੋਲੋਂ, ਤਾਂ ਬੰਦਾ ਫਿਰ ਦਲੀਲ ਦੇ ਬਦਲੇ ਦਲੀਲ ਨਹੀਂ ਦਿੰਦਾ, ਉਹ ਦਲੀਲ ਦੇ ਬਦਲੇ ਇੱਟ ਮਾਰਦਾ ਤੁਹਾਡੇ, ਬਸ ਇਦਾਂ ਕਰਦਾ ਹੁੰਦਾ। ਹੁਣ ਉਦੋਂ ਸਾਨੂੰ ਪਤਾ ਸੀਗਾ ਵੀ ਜਿਹੜਾ ਹੁਣ ਇਹ ਬੰਦੇ ਇਦਾਂ ਕਰਨ ਲੱਗੇ ਆ ਨਾ, ਹੁਣ ਬੰਦਿਆਂ ਦੱਸਤਾ ਸੀਗਾ ਵੀ ਮੀਟਿੰਗ ਦਾ ਬਹਾਨਾ, ਉਹ ਕਹਿੰਦੇ ਵੀ ਅਸੀਂ ਲੜਾਈ ਕਰਨੀ ਹੈ, ਅਸੀਂ ਕੁੱਟਣਾ ਹੈ ਹਰਨੇਕ ਸਿੰਘ ਹਰਿਆ ਨੂੰ, ਇਦਾਂ ਕਰਕੇ ਹਾਲ ਦੇ ਵਿੱਚ ਉਹਨਾਂ ਨੇ ਰੱਖਿਆ ਸੀਗਾ ਆਪਣਾ ਪੂਰਾ, ਮੈਨੂੰ ਲੱਗਦਾ ਇਹਨਾਂ ਦਾ ਸਭ ਤੋਂ ਵੱਡਾ ਇਕੱਠ ਹੋਣਾ ਟਕਸਾਲੀਆਂ ਦਾ ਉਦੋਂ, ਵੀ ਉਦੋਂ ਇਕੱਠ ਕੀਤਾ ਸੀਗਾ, ਕਿਉਂਕਿ ਸਾਡਾ ਵਿਰੋਧ ਵੀ ਬਹੁਤ ਰੱਜ ਕੇ ਸੀਗਾ, ਹੁਣ ਵੀ ਹੈਗਾ ਮਤਲਬ, ਪਰ ਹੁਣ ਠੰਡੇ ਹੋ ਗਏ ਬੰਦੇ ਸਾਰੇ। ਉਦੋਂ ਬਹੁਤ ਰੱਜ ਕੇ ਵਿਰੋਧ ਸੀਗਾ ਸਾਡਾ ਸਾਰੇ ਪਾਸੇ ਇਹਨਾਂ ਗੱਲਾਂ ਦਾ ਕਰਕੇ, ਨਵੀਆਂ ਕਰਨ ਲੱਗੇ ਸੀਗੇ, ਬੜਾ ਵਿਰੋਧ ਸੀਗਾ, ਤੇ ਉਹਨਾਂ ਦੇ ਮਨਾਂ ਦੇ ਵਿੱਚ ਸਾਰਿਆਂ 'ਚ ਬੜਾ ਗੁੱਸਾ ਸੀਗਾ। ਉਹਨੂੰ ਲੈ ਕੇ ਉਹਨਾਂ ਨੇ ਜਿਹੜਾ ਇਕੱਠ ਵੀ ਕੀਤਾ, ਤੇ ਉਹਦੇ ਤੇ ਜਿਹੜਾ ਉੱਥੇ ਜਾ ਕੇ ਨਹੀਂ ਅਸੀਂ ਗਏ, ਪਤਾ ਲੱਗ ਗਿਆ ਸਾਨੂੰ ਵੀ ਚਾਹੁੰਦੇ ਕੀ ਹੈ ਇਹ, ਕਿਉਂਕਿ ਉਹਨਾਂ ਦੇ ਮਕਸਦ 'ਚ ਫੇਲ ਕਰਨਾ ਸੀ। ਇੱਥੇ ਆਏ ਆ, ਉਦੋਂ ਬਾਅਦ ਜਿਹੜੇ ਬਾਹਰ ਇੱਥੇ ਖੜੇ ਖੁੜ ਕੇ ਰੌਲਾ ਪਾ ਕੇ ਗਾਲਾਂ ਗੂਲਾਂ ਕੱਢ ਕੇ ਚਲੇ ਗਏ ਆ। ਅਸੀਂ ਆਪਣਾ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਹਰ ਸਾਰਿਆਂ ਨੂੰ ਪਤਾ ਉਸ ਕੇਸ ਜਿਹੜਾ ਹੋਇਆ, ਤੇ ਉਸ ਤੋਂ ਬਾਅਦ ਬਾਕੀ ਉਹ ਸਾਰੇ ਦੇ ਸਾਰੇ ਇਨਸੀਡੈਂਟਾਂ ਦੇ ਵਿੱਚੋਂ ਨਾ ਅਸੀਂ ਏਦਾਂ ਬਹੁਤ ਕੁਝ ਸਿੱਖਿਆ, ਸਾਰਾ ਕੁਝ। ਉਹ ਕਹਿੰਦਾ ਕਪੂਰ ਕਹਿੰਦਾ ਕਿਸੇ ਨੇ ਲਿਖ ਕੇ ਪਾਇਆ ਸੀ ਅੱਜ, ਉਹ ਕਹਿੰਦਾ ਨਾ ਵੀ ਜਿਹੜੀਆਂ ਤੁਹਾਡੀਆਂ ਆਪਣੀਆਂ ਪਰਸਨਲ ਜਿਹੜੀਆਂ ਗਲਤੀਆਂ ਹੁੰਦੀਆਂ ਨਾ, ਉਹ ਗਲਤੀਆਂ ਨਹੀਂ ਹੁੰਦੀਆਂ ਹੈਗੀਆਂ, ਉਹ ਤਾਂ ਤੁਹਾਨੂੰ ਸਿਖਾਉਣ ਵਾਸਤੇ ਕੁਝ ਸ਼ਬਦ ਵਰਤਿਆ ਉਹਨੇ ਨਾ, ਉਹ ਤਾਂ ਤੁਹਾਨੂੰ ਸਿਖਾਉਣ ਵਾਲੇ ਲੈਸਨ ਹੈ ਇੱਕ ਤਰੀਕੇ ਦੇ ਨਾਲ। ਉਹਨਾਂ ਦੇ ਵਿੱਚੋਂ ਬੜਾ ਕੁਝ ਜਿਹੜਾ ਐਕਸਪੀਰੀਅੰਸ ਗੇਨ ਕੀਤਾ। ਫਿਰ ਉਸ ਤੋਂ ਬਾਅਦ ਜਿਹੜਾ ਹੁਣ ਪ੍ਰਚਾਰਕਾਂ ਵਾਲਾ ਮਸਲਾ ਜਿਹੜਾ ਹੋਇਆ, ਜਿਹੜਾ ਵਿਰੋਧ ਸਾਡਾ ਪਿੱਛੋਂ ਚੱਲਦਾ ਆ ਰਿਹਾ ਸੀ ਨਾ ਪੂਰਾ ਜ਼ੋਰ ਨਾਲ, ਉਸੇ ਵਿਰੋਧ ਤੋਂ ਡਰਦੇ ਧੁੰਦੇ ਹਰੀ ਡਰ ਕੇ ਜਿਹੜੇ ਪਿੱਛੇ ਹਟੇ ਆ। ਨਹੀਂ, ਉਦੋਂ ਧੁੰਦੇ ਹਰਾਂ ਨਾਲ ਕੋਈ ਗੱਲ ਨਹੀਂ ਸੀਗੀ, ਉਹ ਚਾਹੁੰਦੇ ਹੀ ਨਹੀਂ ਸੀਗੇ ਸਾਡੇ ਨਾਲ ਆਪਣਾ ਨਾਮ ਜੋੜਨਾ। ਉਹਨਾਂ ਨੂੰ ਲੱਗਦਾ ਸੀਗਾ ਵੀ ਅਸੀਂ ਹਰੇਕ ਗੱਲ ਦੇ ਉੱਤੇ ਆਪਣੀ ਸਟੇਟਮੈਂਟ ਦਿੰਨੇ ਆ, ਤੇ ਕੋਈ ਵੀ ਮੁੱਦਾ ਹੋਵੇ, ਭਾਵਾਂ ਦੀ ਟਕਸਾਲੀਆਂ ਦਾ ਹੋਵੇ, ਭਾਵਾਂ ਜਾਗਰੂਕਾਂ ਦਾ ਹੋਵੇ, ਉਹਨਾਂ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਦਿੱਤੇ ਜਾਂਦੇ ਆ। ਹੁਣ ਉਹ ਚਾਹੁੰਦੇ ਨਹੀਂ ਸੀਗੇ ਧੁੰਦੇ ਹਰੀ ਵੀ ਸਾਡੇ ਨਾਲ ਨਾਮ ਜੋੜ ਕੇ ਤੇ ਧੁੰਦੇ ਦਾ ਆਪਣਾ ਫਿਊਚਰ ਖਰਾਬ ਹੋਵੇ, ਕਿਉਂਕਿ ਉਹ ਆਪਣਾ ਫਿਊਚਰ ਸਮਝਦੇ ਆ ਸਟੇਜਾਂ ਤੇ ਕਥਾ ਕਰਨ ਨੂੰ। ਇਸ ਕਰਕੇ ਉਹਨਾਂ ਨੇ ਜਿਹੜਾ ਸਾਰਾ ਦਾ ਸਾਰਾ ਇਨਸੀਡੈਂਟ ਹੋਇਆ ਉਦੋਂ, ਫਿਰ ਉਹਦੇ ਨਾਲ ਉਦੋਂ ਪਹਿਲਾਂ ਪੰਥਪ੍ਰੀਤ ਵਾਲਾ ਹੋਇਆ। ਪੰਥਪ੍ਰੀਤ ਵਾਲਾ ਤਾਂ ਏਦਾਂ ਜਰਨਲੀ, ਕਿਉਂਕਿ ਬੰਦੇ ਸਾਡੇ ਇੱਥੋਂ ਜਿਹੜੇ ਰੁੱਸ ਕੇ ਗਏ ਸੀ ਇੱਥੋਂ, ਤੇ ਬਾਕੀ ਕਿਉਂਕਿ ਸਾਡਾ ਵਿਰੋਧ ਸੀਗਾ ਬਾਕੀ ਗੁਰਦੁਆਰਿਆਂ ਦੇ ਨਾਲ ਆਲਰੇਡੀ ਇੱਥੇ, ਤੁਹਾਨੂੰ ਦੱਸ ਕੇ ਹਟੇ ਪਹਿਲਾਂ ਕੇਸੋ ਕਿਸੇ ਤਾਂ ਹੋ ਕੇ ਹਟੇ ਸਾਡੇ ਨਾਲ ਸਾਰੇ ਜਾਣੇ। ਤੇ ਪੰਥਪ੍ਰੀਤ ਸਿੰਘ ਦਾ ਮੁੰਡਾ ਕਹਿੰਦਾ ਵੀ ਨਹੀਂ ਵੀ ਸਾਡੀ ਨਾ ਵੀ ਤੁਹਾਡੇ ਵੀ ਆਵਾਂਗੇ ਤੇ ਨਾਲ ਸਾਰੇ ਗੁਰਦੁਆਰਿਆਂ ਜਾਵਾਂਗੇ। ਹੁਣ ਸਾਨੂੰ ਇਸ ਗੱਲੋਂ ਬੜਾ ਝਟਕਾ ਲੱਗਿਆ ਵੀ ਅਸੀਂ ਤੁਹਾਡੇ ਪਿੱਛੇ, ਕਿਉਂਕਿ ਤੁਸੀਂ ਇਹ ਗੱਲਾਂ ਕਰਦੇ ਸੀ ਬਾਬੇ ਸਾਧਾਂ ਨੂੰ ਗਲ 'ਚ ਸਾਫੇ ਪਾ ਕੇ ਲਾ ਲਓ, ਜਿਹੜੇ ਬੰਦੇ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇਗੇ ਉਹਨਾਂ ਨੂੰ ਤੁਸੀਂ ਉਹਨਾਂ ਦਾ ਵਿਰੋਧ ਕਰੋ। ਉਹਨਾਂ ਤੁਹਾਡੇ ਕਹਿਆਂ ਦੇ ਉੱਤੇ ਮਗਰ ਲੱਗ ਕੇ ਅਸੀਂ ਪਹਿਲੀ ਸਟੇਜ ਦੇ ਉੱਤੇ ਸਾਰਿਆਂ ਨਾਲ ਵਿਰੋਧ ਪਾਇਆ ਆਪਣਾ, ਸਾਰੀਆਂ ਗੁਰਦੁਆਰੇ, ਸਾਰੀਆਂ ਖੇਡ ਕਲੱਬਾਂ, ਸਾਰੇ ਜਾਣੇ ਸਾਡੇ ਵਿਰੋਧ 'ਚ ਖੜੇ। ਇਸ ਕਰਕੇ ਸਾਰਿਆਂ ਨਾਲ ਅਸੀਂ ਨਜਿੱਠ ਰਹੇ ਹਾਂ ਆਪਣਾ ਨਿੱਜੀ ਤੌਰ ਦੇ ਉੱਤੇ, ਨਾਲੇ ਕੰਮਕਾਰ ਕਰਦੇ ਸਾਰੇ ਜਾਣੇ, ਨਾਲੇ ਆਪਣਾ ਇਹ ਨਜਿੱਠਦੇ ਆ। ਤੇ ਤੁਸੀਂ ਬੜੇ ਆਰਾਮ ਦੇ ਨਾਲ ਆ ਕੇ ਕਹਿੰਦਾ ਬਾਕੀ ਸਾਰੇ ਗੁਰਦੁਆਰਿਆਂ 'ਚ ਗੀੜੀ ਮਾਰਨ ਜਾਣਾ, ਜਿਵੇਂ ਇੱਥੇ ਵੀ ਕੋਈ ਸਟੈਂਡ ਤਾਂ ਰੱਖੋ ਯਾਰ, ਤੁਹਾਡੇ ਪਿੱਛੇ ਅਸੀਂ ਆਪਣਾ ਸਾਰਾ ਕੁਝ ਇੱਥੇ ਨਿੱਜੀ ਦੁਸ਼ਮਣੀਆਂ ਪਾਈ ਬੈਠੇ ਲੋਕਾਂ ਨਾਲ, ਵੀ ਤੁਸੀਂ ਕੀ ਕਰਨ ਜਾਣਾ। ਹੁਣ ਉਹਨਾਂ ਨੂੰ ਸਿਆਣੇ ਬਿਆਣੇ ਬੰਦਿਆਂ ਨੂੰ ਕੀ ਕਹੀਏ, ਉਹਨਾਂ ਨੂੰ ਇਸ ਗੱਲ ਕਰਕੇ ਅਸੀਂ ਇਦਾਂ ਭਾਜੀ ਹਰਾਂ ਨੇ ਕਹਿਤਾ ਸੀਗਾ ਵੀ ਭਾਈ ਜੇ ਤੁਸੀਂ ਜਾਣਾ ਤਾਂ ਸਾਡੇ ਰਹਿਣ ਦਿਓ, ਫਿਰ ਉਹਨੂੰ ਫਿਰ ਤੁਸੀਂ ਉੱਥੇ ਜਾ ਜਾਓ ਇਦਾਂ ਕਰਕੇ, ਕਿਉਂਕਿ ਸਾਡੇ ਆਓਗੇ ਅਖਬਾਰ ਦੇ ਵਿੱਚ ਖਬਰਾਂ ਲੱਗਦੀ ਸੀਗੀ, ਪੋਸਟਰ ਲੱਗੂਗਾ, ਪੋਸਟਰ 'ਚ ਲੱਗਿਆ ਹੋਊਗਾ ਵੀ 7 ਦਿਨ ਸਿੰਘ ਸਭਾ, 2 ਦਿਨ ਕੋਲਮਾ ਰੋਡ, 2 ਦਿਨ ਇੱਥੇ, 1 ਦਿਨ ਇੱਥੇ, 1 ਦਿਨ ਇੱਥੇ, 1 ਦਿਨ ਇੱਥੇ। ਦੇਖਣ ਵਾਲਿਆਂ ਨੂੰ ਸਾਡਾ ਜਿਹੜੀ ਇਮੇਜ ਆ ਬੜੀ ਡੋਜੀ ਲੱਗਣੀ ਹੈ। ਅਗਲੇ ਨੇ ਕਹਿਣਾ ਰੇਡੀਓ ਤੇ ਗੱਲਾਂ ਕਰਦੇ ਸਾਹ ਨਹੀਂ ਲੈਂਦੇ ਇਹ, ਸਾਰੇ ਗੁਰਦੁਆਰਿਆਂ ਨੂੰ ਭੰਡਦੇ ਆ ਇਹ, ਤੇ ਇਹਨਾਂ ਦਾ ਪ੍ਰਚਾਰਕ, ਕਿਉਂਕਿ ਪੰਥਪ੍ਰੀਤ ਦਾ ਨਾਮ ਸਾਡੇ ਨਾਲ ਜੁੜਦਾ ਸੀਗਾ, ਮਿਸ਼ਨਰੀ ਪ੍ਰਚਾਰਕਾਂ ਦੇ ਵਿੱਚ ਨਾਂ ਆਉਂਦਾ ਤੇ ਸਾਡੇ ਕੋਲੇ 2-3 ਵਾਰੀ ਆਲਰੇਡੀ ਆ ਚੁੱਕੇ ਸੀਗੇ। ਇਸ ਕਰਕੇ ਨਾ ਸਾਡਾ ਨਾਲ ਪਿਓਰਲੀ ਜੁੜਦਾ ਸੀ ਉਹਨਾਂ ਦਾ,
ਤੇ ਉਹਨਾਂ ਨੂੰ ਦੂਜੇ ਗੁਰਦੁਆਰਿਆਂ ਜਾਣ ਦੇ ਨਾਲ ਲੋਕਾਂ ਨੂੰ ਕੀ ਅਸੀਂ ਆਪਣਾ ਜਿਹੜਾ ਸਾਡੀ ਜਿਹੜੀ ਫੇਸ ਵੈਲਿਊ ਕੀ ਰਹਿ ਜੂਗੀ, ਉਸ ਚੀਜ਼ ਨੂੰ ਲੈ ਕੇ ਅਸੀਂ ਕਹਿਤਾ ਤੇ ਉਹ ਜਿੱਦਾਂ ਚਾਹੁੰਦੇ ਹੀ ਹੋਣਗੇ, ਚਾਹੁੰਦੇ ਹੀ ਸੀਗੇ ਵੀ ਨਹੀਂ ਮੈਂ ਤੁਹਾਡੇ ਕੋਲੇ ਨਾ ਆਵਾਂ ਤਾਂ ਵਧੀਆ, ਕਿਉਂਕਿ ਹਰੇਕ ਬੰਦਾ ਜਿਹੜਾ ਬੰਦਾ ਗਾਹਾਂ ਵੱਧ ਕੇ ਕੰਮ ਕਰਨਾ ਚਾਹੁੰਦਾ ਹੈ, ਜਿਹੜਾ ਬੰਦਾ ਰਿਸਕੀ ਸਟੇਟਮੈਂਟਾਂ ਦਿੰਦਾ ਹਰੇਕ ਬੰਦਾ ਉਹਦੇ ਨਾਲੋਂ ਨਾਮ ਤੋੜਨਾ ਚਾਹੁੰਦਾ ਹੁੰਦਾ, ਹਰੇਕ ਬੰਦੇ ਦੀ ਵੱਸ ਦੀ ਗੱਲ ਨਹੀਂ ਹੁੰਦੀ ਵੀ ਉੱਥੇ ਖੜਾ ਰਹਿ ਸਕੇ। ਉਹ ਫਿਰ ਪੰਥਪ੍ਰੀਤ ਹਰਿਆਣੇ ਜਿਹੜਾ ਆਪਣਾ ਕੀਤਾ, ਧੁੰਦੇ ਹਰਾਂ ਨੇ ਉਦੋਂ ਪੰਥਪ੍ਰੀਤ ਦੀ ਬੜੀ ਨਖੇਦੀ ਇਸ ਗੱਲੋਂ ਸਾਡੇ ਕੋਲੇ ਕੀਤੀ ਵੀ ਪੰਥਪ੍ਰੀਤ ਨੂੰ ਇਦਾਂ ਚਾਹੀਦਾ ਨਹੀਂ ਸੀਗਾ ਵੀ ਇਹ ਗੁਰਪ ਛੱਡ ਕੇ ਗੁਰਦੁਆਰਾ ਛੱਡ ਕੇ ਤੁਹਾਡਾ ਜਿਹੜਾ ਸੀਗਾ ਸਾਰਾ ਸਿਸਟਮ, ਜਿੱਦਾਂ ਗੁਰਦੁਆਰੇ ਇਸ ਤੇ ਕਿਸੇ ਚਿੜੀ ਨਹੀਂ ਫੜਕਣ ਦੇਈਦੀ ਇਹਨਾਂ ਕੰਮਾਂ ਦੇ ਲਈ, ਨਾ ਕਦੇ ਸਾਧ ਬੋਲਿਆ ਅੱਜ ਤਾਈਂ ਕਿਤੇ, ਨਾ ਕੋਈ ਬਾਬਾ ਬੋਲਿਆ ਇੱਥੇ, ਕੁਛ ਵੀ ਨਹੀਂ ਕਰਨ ਦਿੱਤਾ ਏਦਾਂ, ਮਨਮਤ ਨਹੀਂ, ਦਸਮ ਗ੍ਰੰਥ ਦਾ ਸ਼ਬਦ ਨਹੀਂ ਪੜਨ ਦੇਈਦਾ ਕੀਰਤਨੀਆਂ ਨੂੰ ਇੱਥੇ। ਉਹਦੇ ਬਾਵਜੂਦ ਵੀ ਜਿਹੜੇ ਪ੍ਰਚਾਰਕ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਅਕਾਲ ਤਖਤ ਦੀ ਮਰਿਆਦਾ ਤੇ ਪਹਿਰਾ ਦਿੰਨੇ ਆ, ਜਿਹੜਾ ਇੱਕੋ ਇੱਕ ਗੁਰਦੁਆਰਾ ਖੜਾ ਅਕਾਲ ਤਖਤ ਦੀ ਮਰਿਆਦਾ ਚੋਕ ਲੈਣ ਦੇ ਵਿੱਚ, ਤੁਸੀਂ ਉਹਨੂੰ ਛੱਡ ਕੇ ਬਾਕੀ ਸਾਰੇ ਥਾਂ ਖੇ ਖਾਣ ਗਏ ਆ। ਪੰਥ ਉਦੋਂ ਧੁੰਦੇ ਨੇ ਬੜੀ ਇਸ ਗੱਲੋਂ ਕੀਤੀ, ਪਰ ਧੁੰਦੇ ਨੂੰ ਪਤਾ ਨਹੀਂ ਸੀ ਵੀ ਤੇਰੀ ਵੀ ਆਈ ਲੈ। ਬਸ ਮੈਨੂੰ ਲੱਗਦਾ 2-3 ਮਹੀਨੇ ਟੱਪੇ ਆ ਤੇ ਧੁੰਦੇ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ, ਜਿੱਦਾਂ ਇੱਕੋ ਦਮ ਦਹਿਲ ਨਹੀਂ ਪੈ ਗਿਆ। ਉਸੇ ਟਾਈਮ ਦੇ ਵਿੱਚ ਜਿਹੜਾ ਉਹ ਭਾਈ ਰਣਜੀਤ ਸਿੰਘ ਤੇ ਅਟੈਕ ਹੋਇਆ, ਉਹ ਸਾਰਾ ਸਿਨਾਰੀਓ ਜਿਹੜਾ ਹੁਣ ਮੈਨੂੰ ਪੂਰੀਆਂ ਤਰੀਕਾਂ ਨਹੀਂ ਚੇਤੇਗੇ, ਪਰ ਸਾਰਾ ਸਿਨਾਰੀਓ ਇਕੱਠਾ ਖੇਡਿਆ ਉਦੋਂ, ਸਾਰਾ ਕੁਝ ਇਕੱਠਾ ਹੋਇਆ ਤੇ ਅੱਜ ਜਿਹੜਾ ਜਿੱਥੇ ਤੱਕ ਪਹੁੰਚਿਆ ਭਾਈ ਰਣਜੀਤ ਸਿੰਘ ਜਿਹੜਾ ਉਦੋਂ ਬਾਅਦ ਅੱਗੇ ਚੱਲਦੇ ਗਏ ਆ, ਤੇ ਇਹ ਬੰਦੇ ਕੁਦਰਤੀ ਏਦਾਂ ਹੋ ਗਿਆ ਜਿੱਦਾਂ ਚੁੰਬਕ ਦੇ ਦੋ ਸਿਰੇ ਨਹੀਂ ਹੁੰਦੇਗੇ, ਜਿਹੜੇ ਪਲੱਸ ਮਾਈਨਸ ਵਾਲੇ ਜਾਂ ਪਲੱਸ ਵਾਲੇ, ਮੈਨੂੰ ਪਤਾ ਨਹੀਂ ਐਗਜ਼ੈਕਟਲੀ ਕਿਹੜੇ ਹੁੰਦੇ, ਜਿਹੜੇ ਜੁੜਦੇ ਨਹੀਂ ਆਪਸ ਚ, ਦੂਰ ਭੱਜਦੇ ਆਪਣੇ ਤੋਂ। ਉਹ ਭਾਈ ਰਣਜੀਤ ਸਿੰਘ ਨਾਲ ਇਹਨਾਂ ਦਾ ਉਹ ਕੰਮ ਹੋ ਗਿਆ ਬਸ। ਪਹਿਲਾਂ ਉਹ ਦੂਜੇ ਪਾਸੇ ਸੀਗੇ ਬਾਬਿਆਂ ਵਾਲੇ ਪਾਸੇ, ਇਹ ਦੂਜੇ ਬਾਬਿਆਂ ਨੂੰ ਨਹੀਂ ਮੰਨਦੇ ਸੀਗੇ, ਇਹ ਤਾਂ ਰੱਬ ਨੂੰ ਵੀ ਟੱਬ ਕਹਿੰਦੇ ਹੁੰਦੇ ਸੀ ਉਦੋਂ। ਤੇ ਹੁਣ ਜਦੋਂ ਭਾਈ ਰਣਜੀਤ ਸਿੰਘ ਦੂਜੇ ਪਾਸੇ ਵਾਲੇ ਆ ਗਏ ਤੇ ਹੁਣ ਇਹ ਕਹਿਣ ਲੱਗਦੇ ਆ ਵੀ ਇਹ ਪ੍ਰਮਾਤਮਾ ਤਾਂ ਉਹ ਹੈ ਜਿਹੜਾ ਤਾਂ ਮਾਸ ਖਾਣ ਵਾਲਿਆਂ ਨੂੰ ਘਾਹ ਖਾਣ ਲਾ ਸਕਦਾ, ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਲਾ ਸਕਦਾ। ਇੱਥੇ ਆ ਗਈ ਅੱਜ ਦੀ ਸਿਚੁਏਸ਼ਨ, ਤੇ ਬੜਾ ਕੁਝ ਸਿੱਖਣ ਨੂੰ ਮਿਲਿਆ ਸਾਰੇ ਸਿਸਟਮ ਦੇ ਵਿੱਚੋਂ। ਬੜੇ ਨਵੇਂ ਜਿਹੜੇ ਆ ਵੀਰ ਜੁੜੇ ਇਹਦੇ ਨਾਲ, ਨਵੀਆਂ ਵਿਚਾਰਾਂ ਹੋਈਆਂ ਇਹਦੇ ਵਿੱਚ, ਬਹੁਤ ਸਾਰੇ ਗੁਰਮਤ ਦੇ ਨੁਕਤੇ ਸ਼ਾਇਦ ਹੋ ਸਕਦਾ ਜੇ ਭਾਈ ਰਣਜੀਤ ਸਿੰਘ ਨਾ ਆਉਂਦੇ ਇਸ ਫੀਲਡ 'ਚ ਜਾਂ ਸਾਡਾ ਜਾਗਰੂਕ ਵਿਰੋਧ ਨਾ ਕਰਦੇ ਤਾਂ ਅਸੀਂ ਕਦੇ ਵੀ ਨਹੀਂ ਕਰ ਸਕਦੇ ਸੀਗੇ, ਕਿਉਂਕਿ ਹਮੇਸ਼ਾ ਹੀ ਸਾਨੂੰ ਇਹਨਾਂ ਨੂੰ ਬਚਾਉਣ ਵਾਸਤੇ ਧੁੰਦੇ ਪੰਥਪ੍ਰੀਤ ਨੂੰ ਇੱਥੇ 2 ਗਲੀਆਂ ਸਟੇਟਮੈਂਟਾਂ ਦੇਣੀਆਂ ਪੈਣੀਆਂ ਸੀਗੀਆਂ, ਕਿਉਂਕਿ ਸਾਨੂੰ ਏਦਾਂ ਹੋਣਾ ਸੀ ਵੀ ਯਾਰ ਉਹ ਆਉਂਦੇ ਆ ਜਾਂ ਉਹਨਾਂ ਦੇ ਨਾਲ ਸਾਡਾ ਨਾਂ ਜੁੜਿਆ ਹੋਇਆ, ਇਸ ਕਰਕੇ ਅਸੀਂ ਆਹ ਸਟੇਟਮੈਂਟ ਨਾ ਦਈਏ। ਪਰ ਜਦੋਂ ਸਾਨੂੰ ਏਦਾਂ ਉਹਨਾਂ ਨੇ ਏਦਾਂ ਕੀਤਾ, ਸਾਡੇ ਨਾਲ ਤੋੜ ਵਿਛੋੜਾ ਹੋਇਆ, ਸਾਡੀਆਂ ਏਡੀਆਂ ਮੌਜਾਂ ਲੱਗੀਆਂ ਨਾ ਉਦੋਂ ਬਾਅਦ। ਸਾਨੂੰ ਪਤਾ ਇਸ ਗੱਲ ਦਾ, ਕੋਈ ਬੰਦਾ ਉਹਨੂੰ ਜਿਵੇਂ ਮਰਜ਼ੀ ਮਨੋਪਲੇਟ ਕਰਕੇ ਕਹੀ ਜਾਵੇ ਵੀ ਇਹ ਬੰਦੇ ਗੁੱਸੇ 'ਚ ਉਹਨਾਂ ਦਾ ਵਿਰੋਧ ਕਰ ਰਹੇ ਆ ਜਾਂ ਆਏ ਨਹੀਂ ਕਿ ਜਾਣ ਬੁੱਝ ਕੇ ਕਰ ਰਹੇ ਆ, ਉਹਨਾਂ ਦੀ ਅਜੰਪਸ਼ਨ ਹੋ ਸਕਦੀ ਹੈ, ਸਾਡੀ ਨਹੀਂ ਗੀ। ਸਾਡੀਆਂ ਸਟੇਟਮੈਂਟਾਂ ਸਾਡੀਆਂ ਗੱਲ ਦੀ ਗਵਾਹੀ ਭਰਦੀਆਂ ਕਿ ਸਾਨੂੰ ਜਿਹੜੀਆਂ ਉਹਨਾਂ ਦਾ ਬੋਝ ਸਾਡੇ ਸਿਰ ਤੇ ਪਿਆ ਹੋਇਆ ਸੀਗਾ, ਭਾਰ ਸੀਗਾ ਸਾਡੇ ਸਿਰ ਦੇ ਉੱਤੇ ਪ੍ਰਚਾਰਕਾਂ ਦਾ, ਜਦੋਂ ਲੱਥ ਗਿਆ ਉਦੋਂ ਬਾਅਦ ਸਾਡੀ ਸਟੇਟਮੈਂਟਾਂ ਜਾਂ ਨਿਖਾਰ ਕਿੰਨਾ ਆਇਆ ਉਹ ਆਪਣੇ ਆਪ ਦੇ ਵਿੱਚ ਗਵਾਹੀ ਦਿੰਦੀਆਂ ਸਾਰੀ ਗੱਲ। ਵੈਸੇ ਵੀ ਜਿਹੜਾ ਜਦੋਂ ਮੈਂ 2015 ਦੇ ਵਿੱਚ ਆਇਆ ਸੀ ਨਾ, ਮੇਰੇ ਹੁਣ ਵੀ ਸ਼ਾਇਦ ਕਦੇ ਕਦਾਰ ਹੋ ਜਾਂਦੀ ਹੋਵੇ, ਪਰ ਪਹਿਲਾਂ ਇੱਕ ਪ੍ਰੋਬਲਮ ਸੀਗੀ ਜਿਹੜੀ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਸੀ ਨਾ, ਵੀ ਏਦਾਂ ਤੁਹਾਨੂੰ ਜਿਹੜੀ ਤੁਸੀਂ ਗੱਲ ਕਹਿ ਰਹੇ ਵੀ ਤੁਹਾਨੂੰ ਸੁਣਨ ਵਾਲੇ ਕਿੰਨੇ ਆ ਤੇ ਤੁਹਾਡੇ ਬਾਰੇ ਕੀ ਸੋਚ ਰਹੇ ਆ, ਇਹ ਬਹੁਤ ਮਾਇਨੇ ਰੱਖਦਾ ਸੀਗਾ। ਜਦੋਂ 2015 ਚ ਮੈਂ ਇੱਥੇ ਆ ਕੇ ਲੱਗਾ ਸੀ ਤੇ 2-3 ਪ੍ਰੋਗਰਾਮ ਹੀ ਕੀਤੇ ਸੀ, ਉਦੋਂ ਬਾਅਦ ਚ ਬਰਗਾੜੀ ਵਾਲਾ ਹੋ ਗਿਆ ਸੀਗਾ, ਸਭ ਕੁਝ ਕਲੀਅਰ ਸੀਗਾ, ਉਹਦੇ ਵਿੱਚ ਵੀ ਬਰਗਾੜੀ ਚੋਂ ਗਲਤ ਹੋਇਆ, ਇੱਥੇ ਪ੍ਰੋਗਰਾਮਾਂ ਚ ਵੀ ਕਹਿੰਦੇ ਰਹੇ ਆ, ਪਰ ਕਿਤੇ ਨਾ ਕਿਤੇ ਇਹ ਲੱਗਦਾ ਸੀ ਯਾਰ ਵੀ ਮੇਰੇ ਬਾਰੇ ਪੰਥਪ੍ਰੀਤ ਗਲਤ ਨਾ ਸੋਚ ਬੈਠੇ ਕਿਤੇ। ਤੇ ਮੈਂ ਪਰਸਨਲੀ ਜਸਵਿੰਦਰ ਨਾਲ ਗੱਲ ਵੀ ਕਰਦਾ ਰਿਹਾ ਵੀ ਮੈਂ ਤਾਂ ਭਾਈ ਸਾਹਿਬ ਪਿੱਛੇ ਜਾਣ ਵੀ ਦੇ ਦਿਆਂ, ਕਿਉਂਕਿ ਇਹ ਡਰ ਸੀਗਾ ਮਨ ਦੇ ਵਿੱਚ ਯਾਰ ਵੀ ਉਹ ਮੈਨੂੰ ਏਦਾਂ ਮਾੜਾ ਨਾ ਸਮਝਣ ਲੱਗ ਕਿਤੇ ਵੀ ਹੁਣ ਏਦਾਂ ਹੀ ਹੁੰਦਾ। ਤੁਸੀਂ ਦੇਖੋ ਕਦੇ 2 ਜਣੇ ਲੜਦੇ ਆ, ਬੰਦਾ ਉੱਥੇ ਕੁਛ ਨਾ ਕੁਛ ਕਹਿ ਰਿਹਾ ਹੁੰਦਾ ਆ, ਜਦੋਂ ਫੇਸਬੁੱਕ ਤੇ ਦੇਖ ਲਿਓ ਕਮੈਂਟ ਹੀ ਹੋ ਰਹੇ ਆ, ਜਦੋਂ ਤੁਸੀਂ ਉਹਨਾਂ ਨਾਲ ਫੇਸਬੁੱਕ ਤੋਂ ਬਾਹਰ ਜਾ ਕੇ ਫੋਨ ਤੇ ਗੱਲ ਕਰਨੀ ਹੈ, ਅਗਲਾ ਕਹਿੰਦਾ ਨਹੀਂ ਵੀਰੇ ਮੈਂ ਤੈਨੂੰ ਥੋੜੀ ਕਹਿ ਰਿਹਾ ਸੀਗਾ, ਮੇਰਾ ਮਤਲਬ ਇਹ ਥੋੜੀ ਸੀਗਾ, ਯਾਨੀ ਕਿ ਵੀ ਮੈਨੂੰ ਮਾੜਾ ਨਾ ਸਮਝ ਲੈਣ ਕਿਤੇ ਨਾ ਕਿਤੇ। ਪਰ ਇੱਥੇ ਜਦੋਂ ਗੱਲਬਾਤ ਕਰਨ ਲੱਗੇ ਤਾਂ ਬਾਅਦ ਦੇ ਵਿੱਚ ਉਹ ਗੱਲ ਜਾ ਕੇ ਰਿਅਲਾਈਜ਼ ਹੋਈ ਵੀ ਜਿਹੜੀ ਗੱਲ ਤੁਸੀਂ ਸਹੀ ਸ਼ਬਦਾਂ ਦੇ ਵਿੱਚ ਸਹੀ ਟਾਈਮ ਤੇ ਕਹਿ ਦੇਣੀ ਆ, ਉਹ ਗੱਲ ਉਦਾਂ ਹੀ ਰਹਿਣੀ ਆ। ਜੇ ਤੁਸੀਂ ਤਾਂ ਸੋਚੋਗੇ ਵੀ ਨਾ ਵੀ ਇਹਨੂੰ ਯਾਰ ਮੈਂ ਖੁਸ਼ ਕਰ ਲਾਂ, ਫਿਰ ਤੁਸੀਂ ਸਹੀ ਗੱਲ ਨਹੀਂ ਕਹਿ ਸਕਦੇ। ਹੋ ਸਕਦਾ ਪੰਥਪ੍ਰੀਤ ਸਿੰਘ ਦੇ ਨਾਲ ਮੈਂ ਇਦਾਂ ਹੀ ਜੁੜਿਆ ਰਹਿੰਦਾ ਬਹੁਤ ਟਾਈਮ ਤੱਕ, ਜੇ ਉਹ ਇੱਥੇ ਆਉਣ ਤੋਂ ਜਵਾਬ ਨਾ ਦਿੰਦੇ, ਕਿਉਂਕਿ ਜੇ ਉਹ ਇੱਥੇ ਆ ਜਾਂਦੇ ਤਾਂ ਫੇਰ ਵੀ ਮਨ ਦੇ ਵਿੱਚੋਂ ਬਰਗਾੜੀ ਵਾਲੀ ਗੱਲ ਨਿਕਲ ਜਾਣੀ ਸੀ ਯਾਰ ਵੀ ਕਦੇ ਹੋ ਗਿਆ, ਇਹਨਾਂ ਤੋਂ ਕੋਈ ਚੱਕਰ ਨਹੀਂ ਹੈਗਾ ਵੀ ਉਹ ਤੋਂ ਗਲਤੀ ਹੋ ਗਈ, ਕਿਉਂਕਿ ਉਹ 2-3 ਇਨਸੀਡੈਂਟ ਇਦਾਂ ਦੇ ਹੋਏ ਵੀ ਗੁਰਬਖਸ਼ ਸਿੰਘ ਕੋਲੇ ਪੰਥਪ੍ਰੀਤ ਸਿੰਘ ਹੁਣੀ ਗਏ ਆ, ਉਦੋਂ ਬਾਅਦ ਇੱਥੇ ਆ ਗਏ ਆਪਣੇ ਕੋਲੇ, ਇੱਥੇ ਮੈਨੂੰ ਨਾਲ ਵਾਲੇ ਕਮਰੇ 'ਚ ਬਹਿ ਕੇ ਗੱਲਾਂ ਬਾਤਾਂ ਹੋਈਆਂ ਸੀਗੀਆਂ। ਮੈਂ ਉਦੋਂ ਤੁਹਾਡੇ 'ਚ ਬਹੁਤਾ ਇਨਵੋਲਵ ਨਹੀਂ ਹੁੰਦਾ ਸੀ, ਸਿਰਫ ਏਦਾਂ ਸੁਣਦਿਆਂ ਤੋਂ। ਹੁਣ ਉੱਥੇ ਗੱਲਾਂ ਹੋਈਆਂ ਆ, ਉੱਥੇ ਸੂਰਤ ਸਿੰਘ ਨੂੰ ਪੰਥਪ੍ਰੀਤ ਭੰਡ ਰਹੇ ਆ, ਗੱਲਾਂ ਬਾਤਾਂ ਹੋ ਰਹੀਆਂ ਆ ਯਾਰ ਏਦਾਂ ਦੂਜੇ ਦਿਨ ਬਹਿ ਜਾਂਦੇ ਆ, ਇਹਦੇ ਨਾਲ ਕੁਛ ਨਹੀਂ ਹੋਣ ਲੱਗਾ, ਪਹਿਲਾਂ
ਸਾਰੀਆਂ ਗੱਲਾਂ ਹੋਈਆਂ। ਜਦੋਂ ਹੀ ਇੱਥੋਂ ਦੀਵਾਨ ਲਾ ਕੇ ਗਏ ਇੰਡੀਆ, ਦੂਜੇ ਦਿਨ ਜਾ ਕੇ ਸੂਰਤ ਸਿੰਘ ਕੋਲੇ ਬੈਠ ਕੇ ਫੋਟੋਆਂ ਖਿਚਾ ਕੇ ਪਾ ਰਹੇ ਆ। ਔਰ ਉਦੋਂ ਬਾਅਦ ਚ ਇੱਥੇ ਜਦੋਂ ਪੰਥਪ੍ਰੀਤ ਸਿੰਘ ਨੇ ਨਾ, ਜਦੋਂ ਇੱਥੇ ਪਹਿਲਾਂ 2 ਵਾਰੀ ਟਾਕਾ ਨੀਨੀ ਆਇਆ ਆਪਣੇ ਆਉਣ ਤੋਂ ਪਹਿਲਾਂ, ਉਦੋਂ ਬਾਅਦ ਚ ਉਹਨਾਂ ਨੂੰ ਕੋਈ ਸਪਾਂਸਰਸ਼ਿਪ ਨਹੀਂ ਮਿਲੀ ਸੀਗੀ। ਇਹ ਗੱਲ ਜਿਹੜੇ ਪੰਥਪ੍ਰੀਤ ਸਿੰਘ ਨੂੰ ਸਾਧਿਆ ਉਹਨਾਂ ਨੂੰ ਹੀ ਪਤਾ ਆ, ਤੇ ਉਹਨਾਂ ਦੇ ਨਾਲ ਮੈਂ ਹੁੰਦਾ ਸੀ ਉਸ ਟਾਈਮ। ਪੰਥਪ੍ਰੀਤ ਸਿੰਘ ਨੂੰ ਕਿਸੇ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਸਪਾਂਸਰ ਨਹੀਂ ਕੀਤਾ ਸੀ ਆਉਣ ਵਾਸਤੇ, ਤਾਂ ਉਹਨਾਂ ਦੇ ਬੰਦੇ ਆ ਕੇ ਸਿੰਘ ਸਭਾਏ ਸੀਗੇ ਵੀ ਤੁਸੀਂ ਸਪਾਂਸਰ ਕਰ ਦਿਓ। ਤੇ ਏਦਾਂ ਨਹੀਂ ਹੈਗਾ ਸੀ ਪਹਿਲਾਂ, ਮੈਨੂੰ ਸ਼ੋਰਟੀ ਨਹੀਂ ਹੈਗੀ, ਮੈਨੂੰ ਏਦਾਂ ਹੀ ਆ ਲੱਗਦਾ ਏਦਾਂ ਵੀ ਤੁਸੀਂ ਨਹੀਂ ਉਹਨਾਂ ਨੂੰ ਪਹਿਲਾਂ ਅਪਰੋਚ ਕੀਤੀ, ਕਦੇ ਨਹੀਂ ਬੁਲਾਇਆ, ਕਿਉਂਕਿ ਮੈਂ ਪੰਥਪ੍ਰੀਤ ਸਿੰਘ ਨੂੰ ਇੰਡੀਆ ਸੁਣਿਆ ਸੀਗਾ। ਭਾਜੀ ਹਰਿਆਂ ਦਾ ਵਿਊ ਪੰਥਪ੍ਰੀਤ ਵਾਸਤੇ ਬਹੁਤਾ ਚੰਗਾ ਨਹੀਂ ਸੀ ਪਹਿਲੇ ਦਿਨੋਂ ਹੀ। ਹਾਂਜੀ, ਉਹਨਾਂ ਨੂੰ ਏਦਾਂ ਲੱਗਦਾ ਸੀ ਵੀ ਜਿਹੜਾ ਢੋਲਕੀਆਂ ਛਣਕਣੇ ਵਾਲਾ ਜਿਹੜਾ ਜਗਾੜ ਹੈਗਾ ਉਹਦਾ, ਤੇ ਬਾਕੀ ਜਿੱਦਾਂ ਲੱਤਾਂ ਲੰਗੀਆਂ ਰੱਖ ਕੇ ਚੋਲਾ ਪਾ ਕੇ ਗੋਲ ਦਸਤਾਰਾ ਬੰਨ ਕੇ ਜਿੱਦਾਂ ਧਾਰਨਾਵਾਂ ਪੜ੍ਹਦੇ ਆ ਉੱਥੇ, ਤੇ ਬਾਕੀ ਉਹਨਾਂ ਦੀ ਗੱਲਾਂ ਵੀ, ਕਿਉਂਕਿ ਮੈਂ ਤਾਂ ਉਹਦੇ ਵਿੱਚੋਂ ਸੁਣ ਕੇ ਆਇਆ ਸੀ, ਮੈਨੂੰ ਤਾਂ ਵਧੀਆ ਲੱਗਦੀਆਂ ਸੀਗੀਆਂ। ਪਰ ਇਹਨਾਂ ਦਾ ਆਪਣੇ ਲੈਵਲ ਤੇ, ਕਿਉਂਕਿ ਆਪਣਾ ਸੀਗਾ ਹੀ, ਆਪਣੀ ਨੌਲੇਜ ਵੀ ਸੀਗੀ, ਉਹਦਾ ਕਰਕੇ ਉਹਨਾਂ ਨੂੰ ਗੱਲਾਂ ਠੀਕ ਨਹੀਂ ਲੱਗਦੀਆਂ ਸੀਗੀਆਂ। ਪਰ ਜਦੋਂ ਜਿਹੜੀਆਂ ਪੰਥਪ੍ਰੀਤ ਦੀਆਂ ਕਈ ਗੱਲਾਂ ਏਦਾਂ, ਜਿੱਦਾਂ ਹੁਣ ਜਿਹੜੀਆਂ ਖਾਸ ਤੌਰ ਤੇ ਜਿਹੜੀਆਂ ਬਾਦਲਾਂ ਦੇ ਖਿਲਾਫ, SGPC ਦੇ ਜਥੇਦਾਰਾਂ ਦੇ ਖਿਲਾਫ ਜਿਹੜੀਆਂ ਗੱਲਾਂ ਉਹ ਏਦਾਂ ਠੋਕ ਕੇ ਏਦਾਂ ਕਰਦੇ ਸੀਗੇ, ਉਹਨਾਂ ਚੀਜ਼ਾਂ ਨੂੰ ਜਿਹੜਾ ਇੱਥੇ ਬੜਾ ਵਧੀਆ ਜਿਹੜਾ ਉਹ ਕੀਤਾ ਜਾਂਦਾ ਸੀਗਾ। ਉਹਦੇ ਨਾਲ ਫਿਰ ਏਦਾਂ ਹੋਇਆ ਵੀ ਨਹੀਂ, ਜੇ ਉਹਨਾਂ ਨਾਲ ਵਿਰੋਧ ਹੈ, ਉਸ ਵਿਰੋਧ ਚ ਸੱਦਣ ਨਹੀਂ ਲੱਗੇ ਉਹਨਾਂ ਨੂੰ, ਤਾਂ ਅਸੀਂ ਬੁਲਾਵਾਂਗੇ ਉਹਨਾਂ ਨੂੰ। ਫਿਰ ਇੱਥੇ ਬੁਲਾਇਆ ਸੀਗਾ। ਉਦੋਂ ਬਾਅਦ ਉਹਦੇ ਵਿੱਚ ਬਹੁਤ ਸਾਰਾ ਜ਼ੋਰ ਮੇਰਾ ਲੱਗਿਆ ਵੀ ਸੀਗਾ, ਕਿਉਂਕਿ ਮੈਂ ਬੜਾ ਜ਼ੋਰ ਲਾਇਆ ਭਾਜੀ ਹੋਰਾਂ ਨੂੰ ਕਨਵਿੰਸ ਕਰਨ ਦੇ ਲਈ ਇਹਦੇ ਵਿੱਚ, ਵੀ ਨਹੀਂ ਬੰਦਾ ਠੀਕ ਆ, ਉਹ ਠੀਕ ਆ, ਉਹਨੇ ਏਦਾਂ ਭਰਾਵਾ, ਕਿਉਂਕਿ ਤੁਹਾਡੇ ਵਾਲਾ ਹਾਲ ਮੇਰਾ ਸੀਗਾ, ਮੈਂ ਵੀ ਪੰਥਪ੍ਰੀਤ ਦਾ ਪੱਟਿਆ ਹੋਇਆ ਸੀਗਾ, ਤੇ ਮੈਂ ਏਦਾਂ ਕਹਿੰਦਾ ਵੀ ਨਹੀਂ, ਉਹ ਪਹਿਰਾਵਾ ਤਾਂ ਪਾਉਂਦਾ ਵੀ ਲੋਕਾਂ ਨੂੰ ਅਟਰੈਕਟ ਕੀਤਾ ਜਾ ਸਕੇ ਬਹੁਤ ਵੱਧ ਤੋਂ ਵੱਧ ਉਹਦੇ ਨਾਲ। ਆਪਾਂ ਗੱਲਾਂ ਬਾਅਦ ਚ ਕਰਾਂ, ਸਾਡੇ ਨਾਲ 0107 ਦੇ ਉੱਤੇ ਸਰੋਤੇ ਬੜੇ ਲੰਬੇ ਸਮੇਂ ਤੋਂ ਇੱਕ ਫੋਨ ਤੇ ਆਪਾਂ ਉਹਨਾਂ ਨਾਲ ਬਾਅਦ ਚ ਗੱਲ ਕਰਦੇ ਹਾਂ, ਪਰ 0107 ਤੇ ਸਵਾਗਤ ਹੈ ਜੀ ਤੁਹਾਡਾ, ਹੈਗੇ ਆਉਂਦਾ ਤੁਸੀਂ। ਹੈਲੋ, ਨਹੀਂ ਹੈਗੇ, ਕੋਈ ਨਹੀਂ, ਤੁਸੀਂ ਦੁਬਾਰਾ ਕਰ ਲਿਓ, ਮਾਫ ਕਰ ਦੇਣਾ ਜੀ। ਫੋਨ ਸਾਡੀਆਂ ਗੱਲਾਂ ਜ਼ਿਆਦਾ ਲੰਮੀਆਂ ਹੋ ਗਈਆਂ, ਇਸ ਕਰਕੇ ਵਿੱਚੋਂ ਕੱਟਣਾ ਜਿਹੜਾ ਨਹੀਂ ਚਾਹੀਆਂ ਗੱਲਾਂ ਅਸੀਂ। ਤਾਂ ਮੋਬਾਈਲ ਦੇ ਉੱਤੇ ਸਾਡਾ ਫੋਨ ਆਇਆ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਬਾਬਾ ਜੀ। ਹਾਂਜੀ, ਖਾਲਸਾ ਜੀ, ਫਤਿਹ ਜੀ, ਕੀ ਹਾਲ ਚਾਲ? ਹਾਂਜੀ, ਵਧਾਈਆਂ ਜੀ ਪਹਿਲਾਂ ਤਾਂ ਬਹੁਤ ਬਹੁਤ, 5 ਸਾਲ ਪੂਰੇ ਹੋਇਆਂ ਦੀਆਂ। ਹਾਂਜੀ, ਤੁਹਾਨੂੰ ਵੀ ਨਾਲ ਹੀ ਆ। ਹਾਂਜੀ ਹਾਂਜੀ, ਬਿਲਕੁਲ ਨਾਲ ਹੀ ਆ, ਤੇ ਕੈਪਟਨ ਸਾਹਿਬ ਨੂੰ ਮੈਂ ਕਿਹਾ ਵਧਾਈਆਂ ਦੇ ਦਈਏ। ਬਿਲਕੁਲ ਬਿਲਕੁਲ, ਕੈਪਟਨ ਸਾਹਿਬ ਘਰੇ ਬੈਠੇ ਅੱਜ। ਠੀਕ ਹੈ ਠੀਕ ਹੈ, ਤੇ ਹੋਰ ਕਿੱਦਾਂ, ਠੀਕ ਠਾਕ? ਸਭ ਵਧੀਆ ਜੀ, ਵਧੀਆ। ਕਿਆ ਠੀਕ ਆ। ਨਹੀਂ, ਮੈਂ ਤਾਂ ਇਹ ਵੀ ਦੱਸਣਾ ਸੀ, ਮੈਂ ਕਿਹਾ ਵੀ 5 ਸਾਲ ਪੂਰੇ ਹੋਇਆ ਤੇ ਜਿੱਦਾਂ ਡਰਾ ਕੱਢਿਆ ਸੀ ਰੇਡੀਓ ਵੱਲੋਂ, ਮੈਨੂੰ ਨਿਕਲਿਆ ਹੌਲੀਡੇ ਦਾ। ਤੁਸੀਂ ਕਰੋ ਹੌਲੀਡੇ, ਜਾਂ ਤਾਂ ਹੌਲੀਡੇ ਹੋਣੀ ਆ ਜਾਂ ਪ੍ਰੋਗਰਾਮ ਹੋਣਾ, ਹੁਣ ਤੁਸੀਂ ਕਰੋ ਉਹਨਾਂ ਚਿਰ, ਹਨਾ। ਨਹੀਂ ਠੀਕ ਹੈ ਜੀ, ਗੱਲਬਾਤ ਮੈਂ ਸਾਰੀ ਸ਼ੁਰੂ ਤੋਂ ਲੈ ਕੇ ਤੁਹਾਡੀ ਸੁਣੀ ਬਲਜਿੰਦਰ ਸਿੰਘ, ਜਿਹੜਾ ਤੁਸੀਂ ਮਤਲਬ 2013 ਤੋਂ ਲੈ ਕੇ ਹੁਣ ਤੱਕ ਜਿਹੜੀ ਗੱਲਬਾਤ ਕੀਤੀ ਆ, ਹਾਂਜੀ, ਉਹਦੇ ਵਿੱਚ ਮਤਲਬ ਜੋ ਨਿੱਜੀ ਤੌਰ ਤੇ ਮੈਨੂੰ ਲੱਗਦਾ ਹਨਾ, ਮਤਲਬ ਆਪਣੇ ਤੋਂ ਗਾਂਹ ਦੇਖਣ ਦੀ ਤਾਂ ਕੋਈ ਬਹੁਤੀ ਲੋੜ ਨਹੀਂ ਹੈਗੀ। ਜਿਹੜਾ ਜਿੱਦਾਂ ਆਪਣੇ ਕਨਸੈਪਟ ਕਲੀਅਰ ਹੋ ਗਏ, ਉਹੀ ਆਪਣੇ ਆਪ ਨੂੰ ਜਿੱਦਾਂ ਬੜਾ ਇਹ ਕਹਿ ਲਈਏ ਬਈ ਅਪਰੀਸ਼ੀਏਟ ਕਰਦੇ ਆ ਇਸ ਗੱਲ ਨੂੰ, ਜਿਹੜੀ ਜਿੱਦਾਂ ਭਾਜੀ ਹੁਣੀ ਤੇ ਤੁਸੀਂ ਜਿਹੜਾ ਸ਼ੁਰੂ ਕੀਤਾ ਕੰਮ। ਨਹੀਂ, ਆਪ ਹੀ ਜਿਹੜਾ ਕੁਛ ਸਿੱਖਿਆ, ਇੰਨੀ ਵੱਡੀ ਪ੍ਰਾਪਤੀ ਆ ਸਾਡੇ ਵਾਸਤੇ, ਜਿਹੜਾ ਸਾਡਾ ਆਪਣਾ ਦਿਮਾਗੀ ਲੈਵਲ ਜਿਹੜਾ ਕਈ ਗੱਲਾਂ ਦੇ ਲਈ ਕਲੀਅਰ ਹੋ ਗਿਆ। ਹਾਂ ਹਾਂ, ਬਸ ਉਹੀ ਜਿੱਦਾਂ ਆਪਣੇ ਆਪ ਨੂੰ ਜਿੱਦਾਂ ਚੰਗੀ ਲੱਗ ਰਹੀ ਆ ਗੱਲ, ਬਈ ਕਿਸੇ ਬੰਦੇ ਨੇ ਉਦਮ ਕੀਤਾ, ਚਲੋ ਤੁਸੀਂ ਸੀਗੇ ਨਾਲ, ਭਾਜੀ ਹੁਣੀ ਸ਼ੁਰੂ ਕੀਤਾ, ਤੇ ਕਿਤੇ ਨਾ ਕਿਤੇ ਇਹ ਗੱਲ ਤਾਂ ਪੱਕੀ ਆ ਨਾ ਵੀ ਬਹੁਤ ਦੁਨੀਆ ਦਿਲਾਂ ਦੇ ਵਿੱਚ ਕੁਝ ਲੈ ਕੇ ਬੈਠੀ ਹੁੰਦੀ, ਪਰ ਉਹ ਜਦੋਂ ਉਦਮ ਕਰਨ ਦੀ ਗੱਲ ਹੁੰਦੀ ਆ ਜਾਂ ਸਟ੍ਰੈਟਜੀ ਬਣਾਉਣ ਦੀ ਗੱਲ ਹੁੰਦੀ ਆ, ਉਹਨੇ ਕਈ ਬੰਦੇ ਕਾਬਿਲ ਨਹੀਂ ਹੁੰਦੇ ਜੀ। ਫਿਰ ਕੀ ਹੁੰਦਾ ਵੀ ਉਹਨਾਂ ਨੂੰ ਏਦਾਂ ਸਾਥ ਮਿਲ ਜਾਂਦਾ ਬੰਦਿਆਂ ਦਾ, ਜਿੱਦਾਂ ਹੁਣ ਇਹ ਕਹਿ ਲਈ ਵੀ ਜਿੱਦਾਂ ਭਾਜੀ ਨੂੰ ਦੇਖਿਆ ਜਾਂ ਰੇਡੀਓ ਸੁਣਿਆ ਤਾਂ ਏਦਾਂ ਲੱਗਾ ਵੀ ਆਹੀ ਗੱਲਾਂ ਤਾਂ ਯਾਰ ਸਾਡੇ ਦਿਮਾਗ ਦੇ ਵਿੱਚ ਆਉਣੀਆਂ। ਬਿਲਕੁਲ। ਤੇ ਫਿਰ ਜਿਹੜੀਆਂ ਥੋੜਾਂ ਹੁੰਦੀਆਂ ਆ, ਜਿਹੜੀਆਂ ਤੁਹਾਡੇ ਵਿੱਚ ਕਮੀਆਂ ਹੁੰਦੀਆਂ ਆ, ਉਹ ਤੁਹਾਨੂੰ ਦੂਰ ਕਰਨੀਆਂ ਪੈਣੀਆਂ ਜੇ ਤੁਸੀਂ ਮਤਲਬ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੁੰਦੇ ਆ ਨਾ ਕਿਸੇ ਦੇ ਨਾਲ ਜੀ। ਅਸਲ ਦੇ ਵਿੱਚ ਬਹੁਤੇ ਬੰਦੇ ਸਾਡੇ ਨਾਲ ਰੇਡੀਓ ਵਾਲਿਆਂ ਨਾਲ ਜਿੱਦਾਂ ਭਾਵਨਾਤਮਕ ਜਿਹਾ ਹੋ ਕੇ ਜੁੜੇ, ਜਿਨ੍ਹਾਂ ਨੂੰ ਲੱਗਾ ਵੀ ਹਰਨੇਕ ਸਿੰਘ ਬਹੁਤ ਵਧੀਆ ਗੱਲਾਂ ਕਰਦਾ, ਸਿਆਣੀਆਂ ਗੱਲਾਂ ਕਰਦਾ, ਪਰ ਉਹਨਾਂ ਨੇ ਆਪਣੀਆਂ ਆਦਤਾਂ ਨਹੀਂ ਛੱਡੀਆਂ ਤੇ ਉਹ ਬਹੁਤਾ ਲੰਬਾ ਨਹੀਂ ਚੱਲ ਸਕੇ ਨਾਲ। ਹਾਂ, ਤੇ ਜਲਦੀ ਹੀ ਮਤਲਬ ਉਹਨਾਂ ਦੇ ਦਿਮਾਗ ਦੇ ਵਿੱਚ ਜਿੱਦਾਂ ਕਿੰਤੂ ਪ੍ਰੰਤੂ, ਵੈਸੇ ਤਾਂ ਇਹ ਵਿਸ਼ੇ ਕਈ ਵਾਰ ਡਿਸਕਸ ਹੋ ਹਟੇ ਵੀ ਜਦੋਂ ਤੁਸੀਂ
ਕਿਸੇ ਨੂੰ ਮਤਲਬ ਮੰਨ ਲੈਂਦੇ ਆ, ਜਿੱਦਾਂ ਹੁਣ ਅੱਜ ਭਾਈ ਰਣਜੀਤ ਸਿੰਘ ਦੇ ਮਤਲਬ ਦੇਖ ਲਈਏ ਵੀ ਬਹੁਤੇ ਲੋਕ ਆਗੂ ਵੀ ਉਹਨਾਂ ਨੂੰ ਮੰਨਦੇ ਆ ਤੇ ਸਟ੍ਰੈਟਜੀ ਵੀ ਆਪਣੀ ਦੱਸਦੇ ਰਹਿੰਦੇ ਆ। ਉਹ ਬੜਾ ਖਤਰਨਾਕ ਰੁਝਾਨ ਆ ਉਹਦੇ ਵਿੱਚ, ਕਿਉਂਕਿ ਜੇਕਰ ਇਹ ਚੋਇਸ ਤੁਹਾਨੂੰ ਆਗੂ ਮੰਨਣ ਤੋਂ ਪਹਿਲਾਂ, ਜਿੱਦਾਂ ਕਿਸੇ ਬੱਚੇ ਨੂੰ ਸਕੂਲੇ ਜਾਣ ਤੋਂ ਪਹਿਲਾਂ ਇਹ ਚੋਇਸ ਹੁੰਦੀ ਆ ਵੀ ਤੁਸੀਂ ਕਿਹੜੇ ਸਕੂਲੇ ਜਾਣਾ, ਬਾਅਦ ਦੇ ਵਿੱਚ ਤੁਸੀਂ ਉਹਨਾਂ ਦੀ ਪੜ੍ਹਾਈ ਦੇ ਵਿੱਚ, ਉਹਨਾਂ ਦੀ ਸਟ੍ਰੈਟਜੀ ਦੇ ਵਿੱਚ ਜਾ ਕੇ ਨੁਕਸ ਨਹੀਂ ਕੱਢ ਸਕਦੇ ਵੀ ਤੁਹਾਡਾ ਪੜ੍ਹਾਉਣ ਦਾ ਤਰੀਕਾ ਨਹੀਂ ਸਹੀ ਹੈਗਾ। ਬਿਲਕੁਲ ਜੀ, ਬਿਲਕੁਲ। ਹਾਂ, ਇਹ ਗੱਲਾਂ ਮਤਲਬ ਤੁਹਾਨੂੰ ਪਹਿਲਾਂ ਵਿਚਾਰਨੀਆਂ ਪੈਣੀਆਂ। ਇੱਕ ਹੋਰ ਛੋਟੀ ਜਿਹੀ ਗੱਲ ਦਿਮਾਗ ਦੇ ਵਿੱਚ ਆਉਂਦੀ ਸੀਗੀ, ਜੇ ਹੈਗਾ ਸਮਾਂ ਤਾਂ ਕਰ ਲੈਂਦੇ ਆ। ਆਹੀ ਦੂਜੇ ਦੇ ਵਿੱਚ ਫੇਸਬੁੱਕ ਤੇ ਵੀ ਆਪਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ। ਗੱਲ ਉਸੇ ਲੜੀ ਦੇ ਵਿੱਚ ਆ ਜਿਹੜੀ ਉਦਣ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਸਿਧਾਂਤ ਆ ਜ਼ਿੰਦਗੀ ਦੇ ਵਿੱਚ ਉਹ ਇੰਨਾ ਮਾਇਨਾ ਨਹੀਂ ਰੱਖਦੇ। ਹਾਲਾਂਕਿ ਮਾਇਨਾ ਤਾਂ ਰੱਖਦੇ ਆ, ਪਰ ਜਿਹੜੀ ਕਾਮਨ ਸੈਂਸ ਆ ਤੇ ਜਿਹੜਾ ਨਜ਼ਰੀਆ ਆ ਉਹ ਜ਼ਿਆਦਾ ਮਾਇਨਾ ਰੱਖਦੇ ਆ। ਕਿਉਂਕਿ ਜਿਹੜੀ ਸਾਰੀ ਫੇਸਬੁੱਕ ਆ ਜਾਂ ਸਾਰਾ ਗੂਗਲ ਆ ਉਹ ਸਿਧਾਂਤਾਂ ਦੇ ਨਾਲ ਭਰਿਆ ਪਿਆ। ਬਿਲਕੁਲ। ਹਾਂ, ਸੱਚ ਬੋਲਣਾ, ਝੂਠ ਨਹੀਂ ਬੋਲਣਾ, ਇਮਾਨਦਾਰ ਹੋਣਾ, ਮਤਲਬ ਇਹ ਬਿਲਕੁਲ ਮੈਂ ਮੰਨਦਾ ਆ ਵੀ ਇਹ ਹੈਗੇ ਆ ਸਿਧਾਂਤ। ਜਿੱਦਾਂ ਖੱਬੇ ਚੱਲਣਾ ਇੱਕ ਸਿਧਾਂਤ ਆ। ਇੱਕ ਚੀਜ਼ ਮੈਂ ਨਾਲ ਹੀ ਕਰਦਾ, ਕੋਈ ਵੀ ਸਿਧਾਂਤ ਹੈ ਨਾ ਕਾਮਨ ਸੈਂਸ ਤੋਂ ਬਗੈਰ ਕੱਖ ਦਾ ਨੀਗਾ। ਉਹ ਸੱਚ ਬੋਲਣਾ, ਇਮਾਨਦਾਰ ਰਹਿਣਾ, ਹਾਂਜੀ, ਖੱਬੇ ਪਾਸੇ ਚੱਲਣਾ ਕੁਛ ਵੀ ਆ, ਉਹ ਜੇ ਤੁਹਾਡੇ ਚ ਕਾਮਨ ਸੈਂਸ ਹੈ ਨਹੀਂ ਗੀ ਨਾ, ਉਹ ਕਿਸੇ ਕੰਮ ਦੇ ਨਹੀਂਗੇ। ਤੁਸੀਂ ਸਾਰੇ ਦੇ ਨਾਲ ਜਿਹੜਾ ਅਨਿਆਂ ਕਰੋਗੇ ਉੱਥੇ। ਹਾਂਜੀ ਵੈਸੇ ਤਾਂ ਤੁਸੀਂ ਇੱਕ ਗੱਲ ਦੇ ਨਾਲ ਇਹ ਗੱਲ ਨਿਬੇੜ ਦਿੱਤੀ ਆ। ਵੈਸੇ ਨਿਬੜਨੀ ਵੀ ਇੱਥੇ ਜਾ ਕੇ ਹੀ ਆ। ਹੁਣ ਤਾਂ ਇਹਦੀ ਐਲੈਬੋਰੇਸ਼ਨ ਹੋ ਸਕਦੀ ਆ, ਬਾਕੀ ਜਿਹੜਾ ਬੋਟਮ ਲਾਈਨ ਆ ਉਹ ਤਾਂ ਤੁਸੀਂ ਕਹਿ ਦਿੱਤੀ ਆ ਵੀ ਕਾਮਨ ਸੈਂਸ ਦੇ ਨਾਲ ਹੀ ਆ ਸਾਰਾ ਕੁਝ ਕਨੈਕਟਡ। ਪਰ ਸਾਡੇ ਬੰਦਿਆਂ 'ਚ ਬਹੁਤ ਵੱਡੀ ਪ੍ਰੋਬਲਮ ਆ। ਇਹ ਕਹਿੰਦੇ ਆ ਵੀ ਜੇ ਇੱਕ ਬੰਦਾ ਮਤਲਬ ਖੱਬੇ ਤੁਰਨ ਦਾ ਸਿਧਾਂਤ ਆ ਤੇ ਉਹ ਇੱਕ ਦਿਨ ਸੱਜੇ ਪਾਸੇ 'ਚ ਹੀ ਆ ਗਿਆ ਆ ਤਾਂ ਉਹਨੇ ਮਤਲਬ ਬਹੁਤ ਵੱਡਾ ਪਾਪ ਕਰ ਦਿੱਤਾ। ਉਦਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਖੱਬੇ ਪਾਸੇ ਉਹਦੇ ਨਾਂ ਆਉਣ ਦੇ ਰੀਜ਼ਨ ਕੀ ਸੀਗੇ। ਉਹ ਜਿਹੜੇ ਜੋੜ ਘਟਾ ਆ ਉਹ ਸਾਡੇ ਬੰਦੇ ਪੰਜਾਬੀ ਨਹੀਂ ਕਰ ਪਾਉਂਦੇ ਹੈਗੇ। ਉਹ ਸਾਡੇ 'ਚ ਸਭ ਤੋਂ ਵੱਡੀ ਪ੍ਰੋਬਲਮ ਉਹੀ ਆ। ਨਹੀਂ, ਬਿਲਕੁਲ। ਜਿਹੜਾ ਧਰਮ ਦੇ ਵਿੱਚ ਵੀ ਜਿੰਨੀਆਂ ਜਿਹਨਾਂ ਨੂੰ ਸਿਧਾਂਤ ਬਣਾ ਕੇ ਸਾਡੇ ਪੂਜਿਆ ਜਾ ਰਿਹਾ, ਜਿੰਨੇ ਵੀ ਕਰਮ ਹੈ ਜਿਹੜੇ ਅੱਜ, ਉਹ ਇਸ ਕਰਕੇ ਬਹੁਤ ਜ਼ਿਆਦਾ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਆ ਤੇ ਬਹੁਤ ਜ਼ਿਆਦਾ ਜ਼ੋਰ ਲਾਇਆ ਜਾ ਰਿਹਾ ਉਹਨਾਂ ਨੂੰ ਕਰਨ ਦੇ ਉੱਤੇ ਤੇ ਉਹਨਾਂ ਨੂੰ ਕਰਾਉਣ ਦੇ ਉੱਤੇ। ਕਿਉਂਕਿ ਕਾਮਨ ਸੈਂਸ ਜਿਹੜੀ ਹੈ ਨਾ ਉਹ ਕਾਮਨ ਨਹੀਂ ਹੁੰਦੀ ਗੀ। ਉਹ ਤਾਂ ਲੈਣੀ ਬੜੀ ਔਖੀ ਆ ਹਰੇਕ ਚੀਜ਼ ਦੇ ਲਈ। ਪਰ ਜਿਹੜੀਆਂ ਕਾਪੀ ਪੇਸਟ ਕਰਨੀਆਂ ਗੱਲਾਂ ਵੀ ਸਵੇਰੇ ਉੱਠਣਾ, ਨਿਤਨੇਮ ਕਰਨਾ, ਏਦਾਂ ਗੁਰਦੁਆਰੇ ਮੱਥਾ ਟੇਕਣ ਜਾਣਾ, ਏਦਾਂ ਚੁੱਪ ਰਹਿਣਾ, ਕਿਸੇ ਨਾਲ ਗੱਲ ਨਹੀਂ ਕਰਨੀ, ਬਾਹਰੋਂ ਖਾਣਾ ਨਹੀਂਗਾ, ਕਿਸੇ ਦਾ ਹੱਥ ਦਾ ਨਹੀਂ ਖਾਣਾਗਾ, ਏਦਾਂ ਸਵੇਰੇ ਕੇਸੀ ਇਸ਼ਨਾਨ ਕਰਨਾ ਤੁਸੀਂ, ਏਦਾਂ ਅੰਮ੍ਰਿਤਧਾਰੀ ਦੇ ਹੱਥ ਦਾ ਬਣਿਆ ਖਾਣਾ, ਏਦਾਂ ਜਿੰਨੀਆਂ ਵੀ ਗੱਲਾਂ ਸਾਡੀਆਂ ਉਹ ਸਾਰੀਆਂ ਦੀਆਂ ਸਾਰੀਆਂ ਉਹ ਹੈ ਜਿਹੜੀਆਂ ਕਾਪੀ ਪੇਸਟ ਫਿਜ਼ੀਕਲੀ ਹੈ। ਜਿਹੜੀਆਂ ਧਰਮ ਪਹਿਲੇ ਦਿਨੋਂ ਹੀ ਐਸੇ ਕਰਕੇ ਨਾ ਲੋਕਾਂ ਨੇ ਧਰਮ ਦਾ ਜਿਹੜਾ ਅਸਲੀ ਆਈਡੀਓਲੋਜੀ ਸੀ ਉਹਨੂੰ ਅਪਣਾ ਨਹੀਂ ਸਕੇਗੇ। ਤੇ ਸਾਰਾ ਦਾ ਸਾਰਾ ਜਿਹੜਾ ਬਾਹਰੀ ਸਟਰਕਚਰ ਹੈ ਧਰਮ, ਭਾਵੇਂ ਹਿੰਦੂਆਂ ਦਾ, ਮੁਸਲਮਾਨਾਂ ਦਾ, ਤਾਂ ਹੁਣ ਸਿੱਖਾਂ ਦਾ ਵੀ, ਸਾਰਾ ਬਾਹਰੀ ਰਹਿ ਗਿਆ। ਜਿੰਨੇ ਜਪ ਤਪ ਹੈ ਨਾ ਸਾਰੇ ਬਾਹਰੀ ਆ। ਉਹ ਜਿੰਨਾ ਸਰੀਰ ਨੂੰ ਕਸ਼ਟ ਦਿੱਤਾ ਜਾ ਰਿਹਾ ਸਾਰਾ ਬਾਹਰੀ ਹੈ। ਕਿਉਂਕਿ ਕਾਮਨ ਸੈਂਸ ਡਿਵੈਲਪ ਨਹੀਂ ਕੀਤੀ ਜਾ ਸਕਦੀ। ਜਿੱਦਣ ਕਾਮਨ ਸੈਂਸ ਡਿਵੈਲਪ ਹੋ ਗਈ ਨਾ, ਬੰਦੇ ਨੇ ਬਾਗੀ ਹੋ ਜਾਣਾ ਗੁਰੂ ਨਾਨਕ ਪਾਤਸ਼ਾਹ ਵਾਂਗੂ। ਬਿਲਕੁਲ। ਉਹਨੇ ਕਹਿਣਾ ਮੈਂ ਨਹੀਂ ਕਰਨਾ। ਤੁਸੀਂ ਕਹਿੰਦੇ ਜਨੇਊ ਪਾ ਕੇ ਕੱਖ ਹੋਊਗਾ, ਤੁਹਾਨੂੰ ਲੱਗਦਾ ਹੋਣਾ ਕਿਉਂਕਿ ਤੁਸੀਂ ਕੁਛ ਵੀ ਨਹੀਂ ਆਪਣੇ ਦਿਮਾਗ 'ਚ ਤਬਦੀਲੀ ਕਰ ਸਕਦੇਗੇ। ਤੁਹਾਨੂੰ ਧਾਗੇ ਦੀ ਜ਼ਰੂਰਤ ਪੈਂਦੀ ਹੈ। ਮੈਨੂੰ ਥੋੜੀ ਲੋੜ ਹੈ। ਮੈਂ ਤਾਂ ਆਪਣੀ ਕਾਮਨ ਸੈਂਸ ਡਿਵੈਲਪ ਕਰੂੰਗਾ ਤੇ ਮੈਂ ਆਪਣੇ ਉਸ ਹਿਸਾਬ ਨਾਲ ਚੱਲੂੰਗਾ। ਸਾਡੇ ਬੰਦੇ ਜਿਹੜੇ ਵੱਡੇ ਪੱਧਰ ਤੇ ਅਮਰ ਛਕੇ ਜਾ ਰਹੇ, ਜਿਹੜਾ ਅਮਰ ਸੰਚਾਰ ਵੀ ਹੋ ਰਿਹਾ, ਜਿਹੜਾ ਅਮਰ ਛਕੇ ਜਾ ਰਹੇ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਤੇ, ਉਹਨਾਂ ਨੂੰ ਪਤਾ ਥੋੜੀ ਵਿਚਾਰਿਆਂ ਨੂੰ ਕੀ ਹੈ। ਸਿਰਫ ਉਹਨਾਂ ਨੂੰ ਇਹ ਲੱਗਦਾ ਵੀ ਏਦਾਂ ਕਰੀਦਾ ਹੁੰਦਾ ਹੈ। ਜਿਹੜੇ ਬੰਦੇ ਏਦਾਂ ਕਰਦੇ ਹੁੰਦੇ ਆ ਨਾ ਉਹ ਧਾਰਮਿਕ ਬੰਦੇ ਹੁੰਦੇ ਆ। ਜੇ ਮੈਂ ਧਾਰਮਿਕ ਹੋਣਾ ਤਾਂ ਆਹ ਕੰਮ ਕਰਾਂ, ਬਸ ਉਹ ਕਰਨੇ ਸੌਖੇ ਆ ਬਹੁਤ। ਇਸ ਕਰਕੇ ਇਹਨਾਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। ਹਾਂਜੀ ਬਿਲਕੁਲ। ਮਤਲਬ ਜਿਹੜੀ ਆ ਤੁਸੀਂ ਕਾਮਨ ਸੈਂਸ ਦੀ ਗੱਲ ਕਰਦੇ ਨਾ, ਦੁਨੀਆ ਦਾ ਇੱਕ ਬਹੁਤ ਵੱਡਾ ਹਿੱਸਾ ਉਹ ਆ ਜਿਹੜਾ ਨਾ ਤਾਂ ਈਥੀਇਸਟ ਆ, ਜਿਹਨੂੰ ਆਪਾਂ ਨਾਸਤਿਕ ਕਹਿ ਦਿੰਦੇ ਆ, ਨਾ ਹੀ ਧਰਮੀ ਆ। ਤੇ ਉਹਨਾਂ ਨੂੰ ਜੇ ਤੁਸੀਂ ਕਹੋ ਵੀ ਹਨਾ ਵੀ ਤੁਸੀਂ ਈਥੀਇਸਟ ਆ, ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ, ਉਹਨਾਂ ਦਾ ਸਵਾਲ ਇਹ ਨਹੀਂ ਹੁੰਦਾ ਹੈਗਾ ਵੀ ਅਸੀਂ ਨਾਸਤਿਕ ਆ ਜਾਂ ਆਸਤਿਕ ਆ। ਉਹ ਮੋਰਿਓ ਇਹੀ ਪੁੱਛਦੇ ਆ ਵੀ ਇਹ ਅਸਲ ਦੇ ਵਿੱਚ ਇਹ ਵਿਸ਼ਾ ਹੈਗਾ ਵੀ ਆ ਜਿਹਦੇ ਬਾਰੇ ਤੁਸੀਂ ਮੰਨ ਲਓ ਸਵਾਲ ਕੀਤਾ ਹੈ। ਬਿਲਕੁਲ। ਹਾਂ, ਉਹ ਜਿੱਦਾਂ ਤੁਸੀਂ ਕਹਿੰਦੇ ਆ, ਅਸਲ ਦੇ ਵਿੱਚ ਜਿਹੜਾ ਕਾਮਨ ਸੈਂਸ ਵਾਲਾ ਬੰਦਾ ਆ
ਉਹ ਮੋਰਿਓ ਇਹੀ ਪੁੱਛਦਾ ਵੀ ਇਹ ਤਾਂ ਵਿਸ਼ਾ ਹੀ ਨਹੀਂ ਹੈਗਾ ਵੀ ਮੈਂ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ। ਰੱਬ ਨੂੰ ਤਾਂ ਮੰਨੀਏ ਜੇ ਰੱਬ ਨੂੰ ਕੋਈ ਡਿਫਾਈਨ ਕੀਤਾ ਹੋਵੇ ਕਿਸੇ ਨੇ ਕਿਸੇ ਇਸ ਤਰੀਕੇ ਨਾਲ ਵੀ ਉਹਨੂੰ ਮੰਨਣ ਦੀ ਲੋੜ ਹੈ ਜਾਂ ਨਹੀਂ ਲੋੜ। ਬਿਲਕੁਲ ਜੀ ਬਿਲਕੁਲ। ਹਾਂ, ਉਹਨਾਂ ਨੇ ਤਾਂ ਇਹ ਸਮਝ ਲਿਆ ਨਾ ਆਪਣੀ ਕਾਮਨ ਸੈਂਸ ਦੇ ਨਾਲ ਵੀ ਸਮਾਜ ਹੀ ਸਾਰਾ ਕੁਛ ਆ। ਬਿਲਕੁਲ। ਹਾਂ ਬਈ ਸਮਾਜ ਦੀ ਬਿਹਤਰੀ ਹੀ ਸਾਰਾ ਕੁਛ ਆ। ਅੱਜ ਮੈਂ ਆਪਣੀ ਭਾਣਜੀ ਦੇ ਨਾਲ ਜਿੱਦਾਂ ਸਵੇਰੇ ਗੱਲਾਂ ਕਰਦਾ ਸੀਗਾ, ਉਹ ਗੱਲ ਕਰਦੇ ਸੀ, ਉਹ ਕਹਿੰਦੀ ਬਈ ਮਾਮਾ ਜੀ ਵੀ ਜਿਹੜੀ ਸਾਡੀ ਜਨਰੇਸ਼ਨ ਆ ਵੀ ਕਹਿੰਦੇ ਆ ਬਈ ਅਸੀਂ ਜਿੱਦਾਂ ਪੁਰਾਣੇ ਨਿਆਣਿਆਂ ਵਾਂਗੂ ਜਿੱਦਾਂ ਕਹਿਣਾ ਨਹੀਂ ਮੰਨਦੇ, ਪਰ ਕਹਿੰਦੀ ਹੁਣ ਸਾਨੂੰ ਏਦਾਂ ਲੱਗਦਾ ਵੀ ਜਿੱਦਾਂ ਐਕਸੈਪਟੇਬਲ ਆ ਅਸੀਂ ਬਹੁਤ ਗੱਲਾਂ ਨੂੰ। ਹੁਣ ਜਿੱਦਾਂ ਗੇ ਮੈਰਿਜ ਆ ਜਾਂ ਸਪੋਜ਼ ਕਰ ਲਾ ਬਈ ਉਹ ਜਿੱਦਾਂ ਕੈਨੇਡਾ ਦੇ ਵਿੱਚ ਪਿੱਛੇ ਜੇ ਆਪਣੇ 2 ਸਿੰਘਾਂ ਨੇ ਵਿਆਹ ਕਰਾਇਆ ਹਨਾ, ਹਾਂਜੀ ਮੇਰੀ ਨੇ ਕਿਤੇ ਫੇਸਬੁੱਕ ਤੇ ਦੇਖਿਆ ਤਾਂ ਕਮੈਂਟ ਪੜ੍ਹ ਕੇ ਜਿੱਦਾਂ ਬੜਾ ਦੁਖੀ ਹੋਈ। ਉਹ ਮੈਨੂੰ ਕਹਿੰਦੀ ਵੀ ਇਹ ਸਾਡੇ ਬੰਦੇ ਇੰਨੇ ਨੈਗੇਟਿਵ ਕਿਉਂ ਆ, ਕਿਉਂ ਨਹੀਂ ਰਿਸਪੈਕਟ ਕਰਦੇ ਉਹਨਾਂ ਦੇ ਫੈਸਲੇ ਦੀ। ਬਿਲਕੁਲ। ਤੇ ਮੈਂ ਕਿਹਾ ਵੀ ਪੁੱਤ ਇਹ ਸਾਡੇ ਲਈ ਇਹ ਨਵਾਂ ਕਨਸੈਪਟ ਆ ਜਿੱਦਾਂ ਪੰਜਾਬੀਆਂ ਲਈ। ਸਾਨੂੰ ਤਕਲੀਫ ਹੋ ਰਹੀ ਆ, ਹੌਲੀ ਹੌਲੀ ਇਹਦੀ ਐਕਸੈਪਟੈਂਸ ਆ ਜਿਹੜੀ ਇਹ ਵੱਧ ਜਾਣੀ ਆ। ਬਿਲਕੁਲ। ਹਾਂ, ਕਿਉਂਕਿ ਡਿਕਟੇਟਰਸ਼ਿਪ ਦੇ ਵਿੱਚ ਸਾਡਾ ਸਾਰਾ ਜਿਹੜਾ ਮਸਲਾ ਸੀ ਉਹ ਵਾਇਲੈਂਸ ਨੂੰ ਲੈ ਕੇ ਸੀਗਾ। ਸਾਰੀ ਲੜਾਈ ਜਿਹੜੀ ਸੀਗੀ ਮੰਨ ਲਓ ਇਹ ਕੱਟ ਵੱਢ ਨੂੰ ਲੈ ਕੇ ਤੇ ਜਨਾਨੀਆਂ ਨੂੰ ਲੈ ਕੇ ਸੀਗੀ। ਹੋਰ ਤਾਂ ਕੋਈ ਕੰਸੈਪਟ। ਹੁਣ ਜਦੋਂ ਕਿ ਸਟੇਟ ਨੇ ਮਤਲਬ ਡੈਮੋਕ੍ਰੇਸੀ ਦੇ ਵਿੱਚ ਆ ਗਏ ਆ ਤਾਂ ਵਾਇਲੈਂਸ ਦੇ ਰਾਈਟ ਸਟੇਟ ਨੇ ਲੈ ਲਏ ਆ। ਬਿਲਕੁਲ। ਅੱਜ ਆ ਗੱਲਾਂ ਤੇ ਵਿਚਾਰ ਹੋਣੀ ਸ਼ੁਰੂ ਹੋ ਗਈ ਆ ਵੀ ਇੱਕ ਔਰਤ ਨਾਲ ਰਹਿ ਸਕਦੀ ਆ ਜਾਂ ਨਹੀਂ, ਇੱਕ ਬੰਦਾ ਇੱਕ ਬੰਦੇ ਨਾਲ ਰਹਿ ਸਕਦਾ ਜਾਂ ਨਹੀਂ, ਤੇ ਕੱਲ ਨੂੰ ਮਤਲਬ ਇਹ ਨਿਆਣਾ ਅਡਾਪਟ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਬਿਲਕੁਲ। ਮਤਲਬ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਵੀ ਤਾਂ ਪ੍ਰੋਬਲਮਾਂ ਆਉਣੀਆਂ ਹੀ ਆ। ਹੋ ਸਕਦਾ ਸਾਡੇ ਬੱਚਿਆਂ ਦੇ ਵਿੱਚੋਂ ਹੀ ਮਤਲਬ ਕੋਈ ਏਦਾਂ ਦਾ ਹੋਵੇ ਜਿਹਨੂੰ ਜੇ ਮੁੰਡਾ ਹੈ ਤਾਂ ਉਹਨੂੰ ਮੁੰਡੇ ਪਸੰਦ ਹੋਣ, ਜੇ ਕੁੜੀ ਆ ਤਾਂ ਕੁੜੀ ਪਸੰਦ ਹੋਵੇ। ਨਹੀਂ ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਨਹੀਂਗਾ। ਪ੍ਰੋਬਲਮ ਸਾਡੀ ਵੱਡੀ ਇਸ ਕਰਕੇ ਬਣੀ ਹੋਈ ਹੈ, ਮੈਨੂੰ ਇਹ ਲੱਗਦਾ ਜਿੰਨਾ ਕੰਟਰੀਆਂ 'ਚ ਅਸੀਂ ਆਏ ਆ ਨਾ, ਇਸ ਚੀਜ਼ ਨੂੰ ਮਤਲਬ ਜਿੱਦਾਂ ਪਾਪ ਗਿਣਿਆ ਜਾਂਦਾ ਹੈ। ਇਸ ਚੀਜ਼ ਨੂੰ ਧਰਮ ਨਾਲ ਜੋੜ ਕੇ ਏਦਾਂ ਗਿਣਿਆ ਜਾਂਦਾ ਵੀ ਇਹਨੂੰ ਕਿਸੇ ਮਾੜੇ ਕਰਮ ਦੀ ਸਜ਼ਾ ਮਿਲੀ ਹੈ। ਜੇ ਸਜ਼ਾ ਮਿਲੀ ਹੈ ਤਾਂ ਉਹਨੂੰ ਫਿਰ ਸਜ਼ਾ ਵਧਾ ਕੇ ਦਿੱਤੀ ਜਾਂਦੀ ਹੈ ਇੱਥੇ ਜਿਹੜੀ ਹੈ। ਇਸ ਕਰਕੇ ਉਹਨੂੰ ਇਹ ਨਹੀਂ ਗਿਣਿਆ ਜਾਂਦਾਗਾ ਵੀ ਕੋਈ ਫਿਜ਼ੀਕਲੀ ਪ੍ਰੋਬਲਮ ਹੈ ਬੰਦੇ ਵਿੱਚ, ਵੀ ਉਹਦਾ ਹੱਲ ਲੱਭਿਆ ਜਾਵੇ ਕਿਤੇ। ਅੱਜ ਸਾਡੇ ਇੰਡੀਆ ਦੇ ਵਿੱਚ ਜਿਨ੍ਹਾਂ ਨੂੰ ਜਿੱਦਾਂ ਖੁਸਰੇ ਹਿਜੜੇ ਕਿਹਾ ਜਾਂਦਾ, ਉਹ ਕਿਉਂ ਮਜਬੂਰ ਹੈ? ਇੱਕ ਨਾ ਜਿਹੜੀ ਹਿਜੜਾ ਉਹਦੇ ਵਿੱਚੋਂ ਇੱਕ ਲੇਡੀ ਹੈ ਜਿਹੜੀ ਉਹ ਅਮੀਰ ਖਾਨ ਦੇ ਸ਼ੋਅ ਦੇ ਵਿੱਚ ਆਈ, ਸੁਣਿਆ ਹੋਣਾ ਕਈਆਂ ਨੇ ਨਾ। ਹੁਣ ਉਹਨੇ ਜਦੋਂ ਗੱਲ ਕੀਤੀ, ਉਹ ਕਹਿੰਦੀ ਵੀ ਮੈਂ ਜਿਹੜੀ ਹੈ ਸੈਕਸ ਵਰਕਰ ਦੇ ਤੌਰ ਦੇ ਉੱਤੇ ਕੰਮ ਕੀਤਾ ਬਹੁਤ ਚਿਰ, ਘਰਦਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ। ਕਿਉਂਕਿ ਕੋਈ ਵੀ ਮਾਂ ਪਿਓ ਜਿਹੜਾ ਜਿੱਦਾਂ ਇੰਡੀਆ ਦੇ ਵਿੱਚ ਹੈਗਾ ਆਪਣੇ ਆਪ ਨੂੰ ਬਦਨਾਮੀ ਗਿਣਦਾ, ਇਸ ਚੀਜ਼ ਨੂੰ ਬਦਨਾਮੀ ਗਿਣਦਾ। ਉਹਨਾਂ ਨੇ ਘਰੇ ਕੱਢ ਦਿੱਤਾ ਤੇ ਨਾਲੇ ਉਹਨਾਂ ਦੇ ਮਨ ਦੇ ਵਿੱਚ ਮਨੋਤ ਇਹ ਸੀ ਵੀ ਇਹਨੂੰ ਤਾਂ ਪਾਪ ਲੱਗਿਆ ਹੋਇਆ ਕਿਸੇ ਚੀਜ਼ ਦਾ, ਮਤਲਬ ਅਭਿਸ਼ਾਪ ਮਿਲਿਆ ਹੋਇਆ ਜਿੱਦਾਂ ਉਹ ਕਹਿੰਦੇ ਆ ਉਹ, ਵੀ ਇਹਨੂੰ ਜਿਹੜੀ ਇਸ ਕਰਕੇ ਘਰੇ ਰਹਿਣ ਦਾ ਅਧਿਕਾਰ ਨਹੀਂਗਾ। ਉਹਨਾਂ ਨੇ ਘਰੋਂ ਕੱਢ ਦਿੱਤਾ ਤੇ ਹੁਣ ਜਦੋਂ ਬਾਹਰ ਜਾਣਾ, ਉਹਨੇ ਬਾਹਰ ਕੋਈ ਬੰਦਾ ਵੀ ਆਪਣੇ ਬਿਜ਼ਨਸ ਦੇ ਵਿੱਚ ਉਹਨੂੰ ਜੋਬ ਨਹੀਂ ਦਊਗਾ। ਹੁਣ ਜਦੋਂ ਉਹਨੇ ਅਮੀਰ ਖਾਨ ਨੇ ਸਵਾਲ ਵੀ ਪੁੱਛਿਆ ਨਾ ਵੀ ਤੂੰ ਸੈਕਸ ਵਰਕਰ ਦਾ ਕੰਮ ਕਿਉਂ ਕੀਤਾ, ਉਹ ਕਹਿੰਦੀ ਕਿਉਂਕਿ ਮੈਨੂੰ ਕੋਈ ਜੋਬ ਨਹੀਂ ਦਿੰਦਾ ਸੀਗਾ। ਹੁਣ ਮੈਨੂੰ ਜਦੋਂ ਮੈਂ ਕਿਸੇ ਕੋਲ ਜੋਬ ਮੰਗਣ ਜਾਣਾ, ਕੋਈ ਵੀ ਇੰਡੀਆ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਕਿਸੇ ਵੀ ਬਿਜ਼ਨਸ ਤੇ ਕਿਸੇ ਫੀਲਡ ਦੇ ਵਿੱਚ, ਹੁਣ ਹੋ ਸਕਦਾ ਸ਼ਾਇਦ ਮਾੜੀ ਮੋਟੀ ਕੋਈ ਤਰੱਕੀ ਹੋ ਗਈ ਹੋਵੇ ਕਿਤੇ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ, ਨਹੀਂ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਕੋਈ ਬੰਦਾ ਉਹਨਾਂ ਨੂੰ ਕੰਮ ਨਹੀਂ ਦੇਊਗਾ। ਜਦੋਂ ਕੰਮ ਨਹੀਂ ਦੇਊਗਾ ਤਾਂ ਫਿਰ ਜਾਂ ਤਾਂ ਉਹ ਸੈਕਸ ਵਰਕਰ ਬਣਨਗੇ ਤੇ ਜਾਂ ਫਿਰ ਜਾ ਕੇ ਜਿਹੜਾ ਉਹ ਜਿੱਦਾਂ ਉਹ ਲਾਈਟਾਂ ਦੇ ਉੱਤੇ ਖੜ ਕੇ ਤਾੜੀ ਮਾਰ ਕੇ ਪੈਸੇ ਮੰਗਦੇ ਹੀ ਆ ਉਹ, ਫਿਰ ਢਿੱਡ ਭਰਨ ਵਾਸਤੇ ਮਾਪਿਓ ਨੇ ਤਾਂ ਰਿਜੈਕਟ ਕਰ ਦਿੱਤਾ, ਸਮਾਜ ਐਕਸੈਪਟ ਨਹੀਂ ਕਰ ਰਿਹਾਗਾ। ਜ਼ਿੰਦਗੀ ਤਾਂ ਜੀਣੀ ਹੈ ਨਾ ਆਪਣੀ, ਉਹਦੇ ਕਰਕੇ ਫਿਰ ਉਹਨਾਂ ਬੰਦਿਆਂ ਨੇ ਉਹ ਰਾਹ ਫੜਾਏ, ਲੁੱਟਾਂ ਖੋਹਾਂ ਵੀ ਕੀਤੀਆਂ ਉਹਨਾਂ ਨੇ, ਏਦਾਂ ਧੱਕਾ ਮੁੱਕੀ ਵੀ ਕੀਤੀ ਆ, ਸਾਰਾ ਕੁਝ ਹੋਇਆ ਉੱਥੇ। ਉਹਦੇ ਜ਼ਿੰਮੇਵਾਰ ਅਸੀਂ ਆ ਇਹਦੇ ਲਈ। ਅਸੀਂ ਇਸ ਚੀਜ਼ ਨੂੰ ਜਿਹੜਾ ਇਹਨੂੰ ਨਾ ਤਾਂ ਇਹਦੇ ਤੇ ਵਿਚਾਰ ਕੀਤੀ ਕਿਸੇ ਬੰਦੇ ਨੇ, ਨਾ ਕੋਈ ਬੰਦਾ ਇਹਨੂੰ ਪਬਲਿਕ ਜਿਹੜਾ ਉਹਦੇ ਵਿੱਚ ਲੈ ਕੇ ਆਇਆ। ਹੁਣ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਬੰਦੇ ਗਏ ਆ ਸਾਰੇ ਜੋਬਾਂ ਕਰਦੇ ਆ ਇੱਥੇ, ਕੋਈ ਬੰਦਾ ਏਦਾਂ ਥੋੜੀ ਕਰਦਾ ਇੱਥੇ। ਕੋਈ ਬੰਦਾ ਆਪਣੇ ਆਪ ਦੇ ਵਿੱਚ ਨਾ ਕਰਨਾ ਚਾਹੇ ਵੱਖਰੀ ਗੱਲ ਹੈ, ਨਹੀਂ ਇੱਥੇ ਉਹ ਇਹ ਨਹੀਂਗਾ, ਕਿਸੇ ਨਾਲ ਵਿਤਕਰਾ ਨਹੀਂਗਾ ਇਸ ਗੱਲ ਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਮਾਜ ਦਾ ਅੰਗ ਹੈ ਇਹ, ਕਿਸੇ ਦੇ ਵੀ ਬੱਚੇ ਦੇ ਨਾਲ ਇਹ ਹੋ ਸਕਦਾ, ਵਾਪਰ ਸਕਦਾ। ਇਸ ਕਰਕੇ ਉਹਨੂੰ ਐਕਸੈਪਟ ਕਿੱਦਾਂ ਕਰਨਾ ਅਸੀਂ? ਜਦੋਂ ਕਿਸੇ ਦੇ ਬੱਚੇ ਨੂੰ ਏਦਾਂ ਐਕਸੈਪਟ ਕਰ ਲਾਂਗੇ ਨਾ ਤਾਂ ਆਪਣੇ ਨੂੰ ਵੀ ਏਦਾਂ ਕਰਨਾ ਸੌਖਾ ਹੋ ਜਾਊਗਾ। ਜਦੋਂ ਹੁਣ ਸਾਡੇ ਰਿਵਾਜ ਪਤਾ ਕੀ ਹੈ, ਸਾਡੇ ਕਿਸੇ ਦੇ ਵਿੱਚ ਨਗੋਚਾਂ ਬਹੁਤ ਕੱਢਦੇ ਆ। ਹੁਣ ਜਿੱਦਾਂ ਸਾਡੇ ਘਰਾਂ 'ਚ ਸਮੱਸਿਆ ਪਤਾ ਕਦੋਂ ਵੱਧਦੀ ਹੈ, ਜਦੋਂ ਕਿਸੇ ਦੀ ਨੂੰਹ ਆਈ ਹੈ, ਹੁਣ ਉਹਨੇ ਦੇਖ ਕੇ ਲੈ ਉਹਦਾ ਨੱਕ ਵੇਖਿਆ ਕਿੱਡਾ ਫਿੱਡਲ ਜੀ, ਨੂੰਹ ਕਹਿੰਦੀ ਸੀ ਮੈਂ ਐਂ ਕਰੂੰਗਾ ਐਂ ਕਰੂੰਗੀ, ਅਗਲੇ ਨੂੰ ਭੰਡਣਾ ਹੈ। ਫਿਰ ਜਦੋਂ ਆਪਣੇ ਘਰੇ ਆਉਂਦੀ ਹੈ, ਕੁਦਰਤੀ ਨਹੀਂ ਚੱਜ ਦਾ ਰਿਸ਼ਤਾ ਮਿਲਦਾ, ਉਹੋ ਜੀ ਆ ਗਈ, ਫਿਰ ਨਮੋਸ਼ੀ ਹੁੰਦੀ ਹੈ ਉਸ ਗੱਲ ਦੇ ਲਈ। ਫਿਰ ਉਹ ਚਾਹੁੰਦੀ ਹੈ ਵੀ ਇਹ ਘਰੋਂ ਨਾ ਨਿਕਲੇ, ਕਿਉਂਕਿ ਜੇ ਘਰੋਂ ਨਿਕਲੂਗੀ ਤਾਂ ਲੋਕਾਂ ਦੀਆਂ ਬੁੜੀਆਂ, ਜਿੱਦਾਂ ਮੈਂ ਲੋਕਾਂ ਦੀਆਂ ਨੂੰਹਾਂ ਨੂੰ ਤਾਨੇ ਮਾਰਦੀ ਸੀਗੀ,
ਉਦਾਂ ਹੀ ਲੋਕਾਂ ਦੀਆਂ ਸੱਸਾਂ ਇਹਨੂੰ ਤਾਨੇ ਮਾਰਨਗੀਆਂ, ਮੈਨੂੰ ਮਾਰਨਗੀਆਂ ਵੀ ਉਹਦਾ ਨਖਰਾ ਐਡਾ ਸੀਗਾ ਤੇ ਨੋਕ ਇਹੋ ਜਿਹੀ। ਸਾਡੇ ਸਮੱਸਿਆਵਾਂ ਬੜੀਆਂ ਗੰਭੀਰ ਆ ਆਪਣੇ ਆਪ ਦੇ ਵਿੱਚ, ਕਿਉਂਕਿ ਅਸੀਂ ਸਾਡੀ ਜ਼ਿੰਦਗੀ ਸਾਰੀ ਦੀ ਸਾਰੀ ਤਾਨੇ ਮਿਹਣਿਆਂ ਇਹਨਾਂ ਦੇ ਉੱਪਰ ਖੜੀ ਹੈ। ਜਦੋਂ ਕਿਸੇ ਦੇ ਘਰ ਦੇ ਵਿੱਚ ਇਹੋ ਜਿਹਾ ਬੱਚਾ ਪੈਦਾ ਹੁੰਦਾ ਜਿਹੜਾ ਜਿੱਦਾਂ ਨਹੀਂ ਉਹ ਘਰ ਅਪੋਜਿਟ ਸੈਕਸ ਦੇ ਨਾਲ ਨਹੀਂ ਅਟਰੈਕਟ ਹੁੰਦਾ ਗਾ, ਆਪਣੇ ਨਾਲ ਦਿਆਂ ਨਾਲ ਹੁੰਦਾ, ਜਿਹੜੀਆਂ ਪ੍ਰੋਬਲਮ ਹੈ ਫਿਜ਼ੀਕਲੀ, ਉਹਨਾਂ ਨੂੰ ਬੜੀਆਂ ਭੈੜੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਸਾਡੇ ਉੱਥੇ। ਇਸ ਕਰਕੇ ਜਦੋਂ ਆਪਣੇ ਘਰੇ ਹੁੰਦਾ ਹੈ ਨਾ, ਜਾਂ ਤਾਂ ਬੰਦਾ ਮਾਰਨ ਤੱਕ ਜਾਂਦਾ ਉਹਨੂੰ, ਜਾਂ ਫਿਰ ਏਦਾਂ ਘਰੋਂ ਕੱਢ ਦਿੰਦਾ। ਇਹ ਸਾਰੀਆਂ ਘਟਨਾਵਾਂ ਸਾਡੇ ਇਸ ਕਰਕੇ ਜ਼ਿਆਦਾ ਵਾਪਰਦੀਆਂ। ਹਾਂਜੀ ਹਾਂਜੀ ਹਾਂਜੀ। ਅਸਲ ਦੇ ਵਿੱਚ ਬਲਜਿੰਦਰ ਸਿੰਘ ਜਦੋਂ ਹਨਾ ਕਿਸੇ ਕਨਸੈਪਟ ਨੂੰ ਵਿਚਾਰਿਆ ਜਾਂਦਾ ਹਨਾ, ਉਦੋਂ ਮੇਰੇ ਖਿਆਲ ਦੇ ਵਿੱਚ ਜਿਹੜੀ ਵੱਡੀ ਗੱਲ ਦੇਖਣ ਵਾਲੀ ਹੁੰਦੀ ਆ ਉਹ ਇਹ ਹੁੰਦੀ ਆ ਵੀ ਇਹ ਜਿਹੜਾ ਕਨਸੈਪਟ ਹੈ ਪ੍ਰਮੋਟ ਕੀ ਕਰਦਾ ਹੈ ਸਮਾਜ ਦੇ ਵਿੱਚ। ਜਿਹੜੇ ਧਾਰਮਿਕ ਕਨਸੈਪਟ ਆ ਨਾ, ਜੇ ਤੁਸੀਂ ਲੈ ਦੇ ਕੇ ਇਹਨਾਂ ਦਾ ਨਿਚੋੜ ਕੱਢੋਗੇ ਤਾਂ ਇਹ ਸਾਰੇ ਵਾਇਲੈਂਸ ਨੂੰ ਪ੍ਰਮੋਟ ਕਰਦੇ ਆ। ਜੇਕਰ ਮੈਂ ਗੁਰੂ ਨਾਨਕ ਦੇਵ ਜੀ ਬਾਰੇ ਸੁਣਨਾ ਨਹੀਂ ਚਾਹੁੰਦਾ ਵੀ ਕੋਈ ਬੁਰਾ ਬੋਲੇ, ਸੁਣਨਾ ਨਹੀਂ ਚਾਹੁੰਦਾ, ਜੇ ਕੋਈ ਬੁਰਾ ਬੋਲੂਗਾ ਤਾਂ ਮੈਂ ਕੀ ਕਰੂੰਗਾ? ਵਾਇਲੈਂਸ ਮਾਰੋਗੇ। ਹਾਂ, ਵਾਇਲੈਂਸ ਕਰੂੰਗਾ। ਹੁਣ ਅੱਛਾ ਚਲੋ, ਵੈਸੇ ਕੋਈ ਇਸ ਗੱਲ ਨੂੰ ਗਲਤ ਨਾ ਲਵੇ, ਮੈਂ ਤਾਂ ਕੰਪੈਰੀਜ਼ਨ ਕਰ ਰਿਹਾ। ਦੂਜੇ ਪਾਸੇ ਤੁਸੀਂ ਬਾਕੀ ਕਿਸੇ ਹੋਰ ਕਨਸੈਪਟ ਨੂੰ ਲੈ ਕੇ ਦੇਖੋ। ਫਰਜ਼ ਕਰ ਲਾ ਇੱਕ ਬੰਦਾ ਇੱਕ ਬੰਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਆ, ਮੰਨ ਲਓ ਉਹਦੇ ਨਾਲ ਰਹਿਣਾ ਚਾਹੁੰਦਾ, ਕਿਉਂਕਿ ਉਹ ਗੇ ਆ ਹਨਾ। ਗੇ ਜਿਹੜੇ ਹੁੰਦੇ ਆ ਉਹਨਾਂ ਦੇ ਜਿਹੜੇ ਹਾਰਮੋਨਸ ਹੁੰਦੇ ਆ ਲੇਡੀਜ਼ ਲਾਈਕ ਹੁੰਦੇ ਆ, ਮੰਨ ਲਓ ਬਹੁਤ ਕੁਛ ਉਹਨਾਂ ਦੇ ਜਿਹੜੇ ਹਾਰਮੋਨਸ ਹੁੰਦੇ ਆ ਜਨਾਨੀਆਂ ਵਾਲੇ ਹੁੰਦੇ, ਤਾਂ ਹੀ ਉਹਨਾਂ ਨੇ ਬਾਲ ਬੂਲ ਸਵਾਰਨ ਦਾ ਉਹਨਾਂ ਨੂੰ ਬਹੁਤ ਹੁੰਦਾ ਆ, ਤੇ ਲਿਪਸਟਿਕ ਲਾਉਣ ਦਾ ਹੁੰਦਾ, ਤੇ ਕੱਪੜੇ ਜਨਾਨੀਆਂ ਵਰਗੇ ਪਾਉਂਦੇ ਆ ਲਗਭਗ। ਮਤਲਬ ਹੁਣ ਜੇਕਰ ਉਹ ਕਨਸੈਪਟ ਤੁਸੀਂ ਵਿਚਾਰਦੇ ਆ, ਉਹ ਇਕੱਠੇ ਰਹਿਣ ਲੱਗ ਪੈਂਦੇ ਆ, ਤਾਂ ਸਮਾਜ ਦੇ ਵਿੱਚ ਐਸਾ ਗਲਤ ਕੀ ਆ? ਕੋਈ ਮੈਨੂੰ ਫੋਨ ਕਰਕੇ ਵੀ ਭਾਵੇਂ ਦੱਸ ਦੇਵੇ। ਨਹੀਂ ਕੋਈ ਉਹਦੇ ਵਿੱਚ ਪਤਾ ਪ੍ਰੋਬਲਮ ਕਿੱਥੇ ਸਾਡੇ ਵਿੱਚ ਆਈ ਵੀ ਜਿਹੜੀ ਮੈਨੂੰ ਲੱਗਦੀ ਹੈ ਉਹ ਇਹ ਹੈ ਵੀ, ਕਿਉਂਕਿ ਜੀ ਮੈਂ ਅੱਗੇ ਵੀ ਗੱਲ ਕਰਕੇ ਗਿਆ ਵੀ ਉਹ ਪਹਿਲੇ ਸਾਡੇ ਸਮਾਜ ਦੇ ਵਿੱਚ ਇਹ ਹੋਇਆ ਸੀ ਵੀ ਇਹਨਾਂ ਨੂੰ ਅਭਿਸ਼ਾਪ ਮਿਲਿਆ ਹੋਇਆ, ਜਿੱਦਾਂ ਹਿੰਦੀ ਚ ਕਹਿ ਦਿੰਦੇ ਹਨ, ਪੰਜਾਬੀ ਵਰਡ ਨਹੀਂ ਮੈਨੂੰ ਮਿਲ ਰਿਹਾ ਹੈਗਾ, ਸ਼ਰਾਪ, ਜਿਹੜਾ ਵੀ ਇਹਨੂੰ ਸ਼ਰਾਪ ਮਿਲਿਆ ਹੋਇਆ ਹੈ। ਹੁਣ ਜਿਹਨੂੰ ਸ਼ਰਾਪ ਮਿਲਿਆ ਹੋਇਆ ਉਹਦੇ ਤੇ ਸਾਰੇ ਜਾਣੇ ਥੂ ਕਰਦੇ ਆ ਉੱਥੇ ਵੀ ਇਹਨੂੰ ਕਿਸੇ ਪੁਰਾਣੇ ਕਰਮ ਦਾ। ਧਰਮ ਨੇ ਸਾਰੀ ਦੀ ਸਾਰੀ ਜਖਣਾ ਵੱਢੀ ਹੋਈ ਹੈ ਸਮਾਜ ਦੀ। ਅੱਜ ਜਿਨ੍ਹਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਧਰਮ ਨੂੰ ਦਾ ਜਿਹੜਾ ਜੂੜਾ ਪਿਆ ਹੋਇਆ ਸੀ ਇਹ ਗਲੋਂ ਲਾਹਤਾ ਜਿਨ੍ਹਾਂ ਕੰਟਰੀਆਂ ਨੇ, ਫਿਰ ਉਹਨਾਂ ਨੇ ਧਰਮ ਜਿਹੜਾ ਦਿੱਤਾ ਨਾ ਉਹ ਕਹਿੰਦੇ ਇਨਸਾਨੀਅਤ ਧਰਮ ਹੈ ਬਸ। ਜਿਹੜੀ ਗੱਲ ਭਿੰਦੇ ਭਾਈ ਤੁਸੀਂ ਅੱਗੇ ਵੀ ਕਰਦੇ ਹੋ, ਇਜ਼ਰਾਈਲ ਵਾਲੀ ਮੇਰੇ ਚੇਤੇ ਆ ਜਾਂਦੀ ਹੈ, ਉਹ ਕਹਿੰਦੇ ਵੀ ਤੁਸੀਂ ਜਿਹੜਾ ਵੀ ਮਨੋਤ ਹੈਗੀ ਤੁਹਾਡੀ ਉਹਨੂੰ ਚਰਚ ਚ ਮੰਨੋ ਆਪਦੇ, ਬਾਹਰ ਨਹੀਂ ਮੰਨਣ ਦੇਣੀ, ਕਿਉਂਕਿ ਦੇਸ਼ ਦਾ ਵਿਕਾਸ ਨਹੀਂ ਹੋਣਾ ਇਹਦੇ ਨਾਲ। ਦੇਸ਼ ਦਾ ਵਿਕਾਸ ਹੋਊਗਾ ਜਿਹੜੀਆਂ ਸਰਵਪੱਖੀ ਵਿਕਾਸ ਦੇ ਨਾਲ। ਇਹ ਚੀਜ਼ ਜਦੋਂ ਨਾ ਸਾਡੇ ਹੁਣ ਇੰਡੀਆ ਦੇ ਵਿੱਚ ਧਰਮ ਦਾ ਬੋਲਬਾਲਾ ਉੱਥੇ ਧਰਮ ਦੇ ਵਿੱਚ ਇਹਨੂੰ ਸ਼ਰਾਪਤ ਮੰਨਿਆ ਜਾਂਦਾ ਇਸ ਚੀਜ਼ ਨੂੰ। ਤਾਂ ਇਸ ਕਰਕੇ ਜੇ ਸਾਡਾ ਟਾਰਗੇਟ ਇਹ ਹੋਊਗਾ ਲੋਕਾਂ ਦਾ ਵੀ ਅੱਜ ਸਾਡਾ ਮਨੁੱਖੀ ਵਿਕਾਸ ਜਿਹੜਾ ਹੈ ਨਾ ਉਹ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਤੇ ਹੋਣਾ ਚਾਹੀਦਾ ਹੈ। ਕੋਈ ਧਰਮ ਵੀ ਕਿਸੇ ਕੋਲੇ ਵੀ ਇਹ ਅਧਿਕਾਰ ਨਹੀਂ ਹੋਣਾ ਚਾਹੀਦਾਗਾ ਵੀ ਕਿਸੇ ਬੰਦੇ ਦੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਜ਼ੋਰ ਪਾ ਕੇ ਉਹਦੀ ਜ਼ਿੰਦਗੀ ਬਰਬਾਦ ਕਰੇ। ਕਿਸੇ ਧਰਮ ਕੋਲੇ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ। ਜੇ ਸਾਡੇ ਬੰਦੇ ਏਦਾਂ ਸੋਚਣਾ ਸ਼ੁਰੂ ਕਰਨ ਕਿਸੇ ਨੇ ਧਰਮ ਮੰਨਣਾ ਆਪਦੇ ਘਰੇ ਮੰਨੇ, ਬਾਹਰ ਨਹੀਂ ਮੰਨਣ ਦੇਣਾ ਇਸ ਲੈਵਲ ਦੇ ਉੱਤੇ। ਜਿਹੜਾ ਸਾਡਾ ਮਤਲਬ ਜਿਹੜਾ ਮੋਟਿਵ ਹੈ ਜਿਹੜਾ ਜ਼ਿੰਦਗੀ ਦਾ, ਜਿਹੜੇ ਬੰਦੇ ਏਦਾਂ ਜੀਣਾ ਚਾਹੁੰਦੇ ਆ ਧਾਰਮਿਕ ਤੌਰ ਤੇ, ਉਹਦਾ ਇਹ ਹੋਣਾ ਚਾਹੀਦਾ ਵੀ ਸਮਾਜ ਨੂੰ ਕਿੱਦਾਂ ਸੋਹਣਾ ਬਣਾਉਣਾ। ਜਦੋਂ ਸਮਾਜ ਨੂੰ ਕਿੱਦਾਂ ਸੋਹਣਾ ਬਣਾਉਣਾ ਏਦਾਂ ਸੋਚਾਂਗੇ ਨਾ, ਫਿਰ ਗੇ ਕਿੱਦਾਂ ਸੋਹਣੇ ਬਣਾਉਣੇ ਆ, ਵਿੱਚੇ ਸਮਾਜ ਦਾ ਹਿੱਸਾ ਆ ਉਹ, ਕੱਢ ਥੋੜੀ ਦੇ ਸਕਦੇ ਆ ਅਸੀਂ। ਸਾਰਿਆਂ ਨੂੰ ਮੰਨਣਾ ਪੈਣਾ। ਇਹਨਾਂ ਕੰਟਰੀਆਂ ਦੇ ਵਿੱਚ ਧਰਮ ਦਾ ਬੋਲਬਾਲਾ ਨਹੀਂਗਾ, ਤਾਂ ਕਰਕੇ ਇੱਥੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਜਾ ਰਿਹਾ। ਇੰਡੀਆ ਦੇ ਵਿੱਚ ਉਹ ਕਹਿੰਦੇ ਵੀ ਕੋਈ ਨਹੀਂ, ਸ਼ਰਾਪ ਮਿਲਿਆ ਚੱਲਣ ਦਿਓ ਇਹਨੂੰ। ਹਾਂਜੀ ਨਹੀਂ, ਅਸਲ ਦੇ ਵਿੱਚ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਆ ਨਾ, ਸਭ ਤੋਂ ਖਤਰਨਾਕ ਜਿਹੜਾ ਕਨਸੈਪਟ ਉਹ ਹੈਗਾ ਹੀ ਇਹ ਆ ਬਈ ਜਿਹੜਾ ਧਾਰਮਿਕ ਬੰਦਾ ਆ ਉਹਦੀਆਂ ਆਪਣੀਆਂ ਕੁਝ ਮਾਨਤਾਵਾਂ ਆ। ਜਿੱਦਾਂ ਧਰਮ ਬਾਰੇ ਤੁਸੀਂ ਗੱਲ ਕੀਤੀ ਆ, ਭਾਵੇਂ ਉਹ ਕਹਿ ਲਈਏ ਵੀ ਸ਼ਰਾਪ ਮਿਲਦਾ ਆ ਜਾਂ ਉਹਦੀਆਂ ਕੁਛ ਇਸ ਤਰੀਕੇ ਦੀਆਂ ਮਨੌਤਾਂ ਆ ਦੇਵੀ ਦੇਵਤਿਆਂ ਪ੍ਰਤੀ ਜਾਂ ਸਿੱਖਾਂ ਦੀਆਂ ਗੁਰੂਆਂ ਦੇ ਪ੍ਰਤੀ ਵੀ ਉਹ ਕੁਛ ਸਿੱਖ ਸੁਣ ਨਹੀਂ ਸਕਦੇ। ਹੁਣ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਵੀ ਜਿੱਦਾਂ ਮੈਂ ਉਦੋਂ ਗੱਲ ਕੀਤੀ ਸੀ, ਉਹ ਹਦੀਤ ਸ਼ਬਦ ਵਰਤਦੇ ਆ ਵੀ ਕੁਛ ਹਦਾਇਤਾਂ ਉਹਨਾਂ ਨੂੰ ਹੋਈਆਂ ਜਿਹੜੀਆਂ ਉਹ ਕਹਿੰਦੇ ਅਸੀਂ ਪੂਰੀਆਂ ਕਰਨੀਆਂ ਵੀ ਸਾਡੇ ਪੈਗੰਬਰ ਸਾਨੂੰ ਕਰ ਗਏ ਆ। ਉਹ ਜਿਹੜੀਆਂ ਹਦਾਇਤਾਂ ਆ, ਭਾਵੇਂ ਚਲੋ ਆਪਾਂ ਸਿੱਖਾਂ ਤੇ ਗੱਲ ਰੱਖ ਲਈਏ ਵੀ ਜਿਹੜੇ ਕੰਮ ਅਸੀਂ ਸਿੱਖ ਕਰਦੇ ਆ ਹਨਾ, ਤੇ ਉਹ ਅਸਲ ਦੇ ਵਿੱਚ ਉਹ ਸਮਾਜ ਦੇ ਵਿੱਚ ਜਦੋਂ ਉਹਦੇ ਉਲਟ ਹੁੰਦਾ ਆ ਤਾਂ ਅਸੀਂ ਵਾਇਲੈਂਟ ਹੋ ਜਾਂਦੇ ਆ। ਬਿਲਕੁਲ। ਹੁਣ ਸਾਡੀ ਮਾਨਤਾ ਆ, ਕਿਸੇ ਨੂੰ ਪਸੰਦ ਨਹੀਂ ਆਈ, ਅਸੀਂ ਚੱਕ ਕੇ ਉਹਦਾ ਸਿਰ ਲਾਤਾ ਜਾਂ ਉਹਦੇ ਡਾਂਗ ਮਾਰਤੀ ਜਾਂ ਕਿਰਪਾਨ ਮਾਰ ਦਿੱਤੀ। ਇਹ ਗੱਲ ਸਮਝਣੀ ਮੇਰੇ ਲਈ ਔਖੀ ਹੋ ਰਹੀ ਆ ਬਈ ਉਹ ਕਿਹੜੀ ਏਦਾਂ ਦੀ ਮਨੌਤ ਆ, ਕਿਹੜਾ ਰੱਬੀ ਵਿਧਾਨ ਆ ਜਿਹਦੇ ਕਰਕੇ ਮੰਨ ਲਓ ਕਿਸੇ ਦੇ ਸਿਰ ਦੇ ਵਿੱਚ ਜਾਂ ਕਿਸੇ ਦੀ ਜਾਨ ਲਈ ਜਾ ਸਕਦੀ ਹੈ। ਉਹ ਹੈਰਾਨੀ ਆ ਤਾਂ ਬੰਦੇ ਸੋਚਦੇ ਹੀ। ਹਾਂਜੀ
ਹਾਂ ਸਿਰਫ ਆਪਣੇ ਰੂਪ ਦੇ ਵਿੱਚ ਇੱਕ ਹੁਣ ਨਾਨਕ ਸ਼ਾਹ ਫਕੀਰ ਦੀ ਗੱਲ ਕਰ ਲਓ ਫਿਲਮ ਦੀ, ਕਿੱਦਾਂ ਪੂਛ ਨੂੰ ਅੱਗ ਲਵਾਈ ਫਿਰਦੇ ਆ ਸਾਡੇ ਬੰਦੇ। ਨਾ ਉਹ ਕਮਲਾ ਜਾਂ ਟਕਸਾਲੀ ਇੱਕ ਲਾਈਵ ਹੋ ਕੇ, ਸੌਰੀ ਤੁਹਾਡੀ ਗੱਲ ਕੱਟਤੀ, ਉਹ ਲਾਈਵ ਹੋ ਕੇ ਫੇਸਬੁੱਕ ਤੇ ਕਹੀ ਜਾਂਦਾ, ਕਹਿੰਦਾ ਵੀ ਜਿਹੜਾ ਨਾਨਕ ਸ਼ਾਹ ਫਕੀਰ ਫਿਲਮ ਦੇਖਣ ਚਲਾ ਗਿਆ ਵੀ ਮੈਂ ਇਸ ਇਲਾਕੇ ਦਾ, ਕਿਰਪਾਨ ਹੱਥ ਫੜੀ ਆ, ਡੱਬ ਚ ਰਿਵਾਲਵਰ ਪਾਇਆ, ਵੀ ਕਹਿੰਦਾ ਮੈਂ ਗਿੱਟੇ ਵੱਢੂ ਉਹਦੇ ਜਾ ਕੇ। ਮਤਲਬ ਦੇਖੋ ਉਹਦਾ ਯਾਰ ਏਡਾ ਗਧਾ ਆ ਨਾ, ਲਾਲੀ ਆ ਉਹ, ਕੋਈ ਤਰਨ ਤਾਰਨ ਵਾਲਾ। ਉਹ ਮੈਨੂੰ ਮੰਗਲ ਸਿੰਘ ਦੀ ਪੋਸਟ ਤੇ ਮੈਂ ਦੇਖਿਆ, ਏਦਾਂ ਲੱਗਦਾ ਜਰਦਾ ਲਾਇਆ ਹੁੰਦਾ ਉਹਨੇ। ਸ਼ਾਮ ਨੂੰ ਕੈਮਰਾ ਮੈਨੂੰ ਲੱਗਦਾ ਦਰਖਤ ਤੇ ਟੰਗਿਆ ਤੇ ਉਹਦੇ ਮੋਹਰੇ ਏਦਾਂ ਘੁੰਮਦਾ ਫਿਰਦਾ। ਚਲੋ ਉਹ ਤੁਹਾਡੀ ਗੱਲ ਹਾਂ ਬਿਲਕੁਲ ਠੀਕ ਹੈ। ਮੈਂ ਗੱਲ ਕਰਦਾ ਸੀ ਵੀ ਆ ਜਿਹੜੀ ਭੜਕਾਹਟ ਸਾਡੇ ਵਿੱਚ ਆਉਂਦੀ ਆ ਨਾ ਸਾਡੀਆਂ ਮਨੌਤਾਂ ਕਰਕੇ, ਆ ਪ੍ਰੋਬਲਮ ਦੀ ਬਿਲਕੁਲ ਇਦੋਂ ਵੀ ਵੱਡੀ ਪ੍ਰੋਬਲਮ ਜਿਹੜੇ ਬੰਦੇ ਪੇਸ਼ ਕਰਦੇ ਆ ਸਮਾਜ ਦੇ ਵਿੱਚ, ਉਹ ਬੰਦੇ ਪੇਸ਼ ਕਰਦੇ ਆ ਜਿਹੜੇ ਕਹਿੰਦੇ ਆ ਵੀ ਦੂਜੇ ਬੰਦੇ ਨੂੰ, ਇਹ ਆਪਾਂ ਟੌਪਿਕ ਉਹਦਾ ਕਰ ਚੁੱਕੇ ਆ, ਇਹਦੇ ਬਾਰੇ ਗੱਲ ਮੈਂ ਦੁਬਾਰਾ ਤਾਂ ਕਰ ਚੁੱਕਿਆ ਵੀ ਲੜੀ ਜੁੜ ਜਵੇ ਜਿੱਦਾਂ। ਦੂਜੇ ਬੰਦੇ ਉਹ ਆ ਜਿਹੜੇ ਕਹਿੰਦੇ ਆ ਵੀ ਹਰੇਕ ਬੰਦੇ ਨੂੰ ਆਪਣਾ ਮਤਲਬ ਆਜ਼ਾਦੀ ਆ ਵੀ ਜੋ ਮੰਨਣਾ ਚਾਹੇ ਉਹ ਮੰਨ ਸਕਦਾ। ਇਹ ਜਿਹੜੀ ਸਟੇਟਮੈਂਟ ਆ ਬੜੀ ਖਤਰਨਾਕ ਆ। ਨਹੀਂ ਏਦਾਂ ਨਹੀਂ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਵੀ ਮੰਨ ਸਕਦਾ। ਮੈਂ ਕਿਉਂ ਸਿੱਖਾਂ ਨੂੰ ਮਤਲਬ ਇਸ ਗੱਲ ਦੇ ਵਿੱਚ ਖੁਸ਼ ਹੋਵਾਂ ਬਈ ਕੋਈ ਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਮੰਨਦਾ ਹੈ ਤੇ ਜਿੱਦਣ ਉਹਦੀਆਂ ਭਾਵਨਾ ਭੜਕਦੀਆਂ ਤਾਂ ਉਹ ਕਿਸੇ ਨੂੰ ਕੁੱਟੇ, ਤੇ ਮੈਂ ਕਹਾਂ ਬਈ ਹਾਂ ਵੀ ਉਹਦੀ ਮਨੌਤ ਸੀ, ਕਿਸੇ ਨੇ ਉਹਦਾ ਦਿਲ ਦੁਖਾਇਆ, ਉਹਨੇ ਜਾ ਕੇ ਬੰਦਾ ਮਾਰ ਦਿੱਤਾ, ਤੇ ਹੁਣ ਏਦਾਂ ਹੀ ਹੋਣਾ ਸੀ ਵੀ ਜੇ ਕਿਸੇ ਦਾ ਦਿਲ ਦਿਖਾਉਂਗੇ ਕੀ ਇਹ ਕੋਈ ਸੈਂਸ ਬਣਦੀ ਆ? ਨਹੀਂ ਕੋਈ ਸੈਂਸ ਨਹੀਂ। ਮੈਂ ਹਾਂ ਜਿਹੜੀਆਂ ਮਨੌਤਾਂ ਕੁਦਰਤ ਦੇ ਵਿਧਾਨ ਦੇ ਵਿੱਚ ਫਿੱਟ ਨਹੀਂ ਬਹਿੰਦੀਆਂ ਹੈਗੀਆਂ, ਅਸੀਂ ਕਿਉਂ ਕਹਿ ਰਹੇ ਹਾਂ ਵੀ ਲੋਕਾਂ ਨੂੰ ਮੰਨਣ ਦਾ ਹੱਕ ਹੋਣਾ ਚਾਹੀਦਾ? ਹਾਂ ਉਹਨਾਂ ਮਨੌਤਾਂ ਤੇ ਵਿਚਾਰ ਹੋਣੀ ਚਾਹੀਦੀ ਆ, ਭਾਵੇਂ ਉਹ ਮਨੌਤਾਂ ਸਿੱਖਾਂ ਦੀਆਂ ਹੋਣ। ਮੈਂ ਨਹੀਂ ਕਹਿੰਦਾ ਵੀ ਸਾਡਾ ਜ਼ੋਰ ਹਰੇਕ ਥਾਂ ਚੱਲਦਾ, ਜਿੱਥੇ ਜਿੰਨੀ ਥਾਂ ਤੇ, ਜਿੱਥੇ ਚਲੋ ਸਾਡਾ ਤਾਂ ਰੇਡੀਓ ਵਿਰਸੇ ਤੱਕ ਹੀ ਮਤਲਬ ਹੈ, ਅਸੀਂ ਤਾਂ ਉੱਥੇ ਗੱਲ ਕਰ ਸਕਦੇ ਹਾਂ ਹਨਾ। ਪਰ ਕੋਈ ਬੰਦਾ ਜਿਹੜਾ ਸੁਣਦਾ ਰੇਡੀਓ, ਉਹ ਸਾਨੂੰ ਆ ਕੇ ਇਹ ਗੱਲ ਦੱਸੇ ਵੀ ਜਦੋਂ ਅਸੀਂ ਇਹ ਕਹਿੰਦੇ ਆ ਵੀ ਅਧਿਕਾਰ ਹੋਣਾ ਚਾਹੀਦਾ ਆਪਣੀਆਂ ਮਨੌਤਾਂ ਮੰਨਣ, ਉਹ ਕਿਹੜੀ ਬਿਨਾਂ ਤੇ ਮਤਲਬ ਕਿਹੜੇ ਆਧਾਰ ਤੇ ਕਹਿੰਦੇ ਆ ਵੀ ਉਹ ਅਧਿਕਾਰ ਤੁਸੀਂ ਲੋਕਾਂ ਨੂੰ ਦੇ ਦਿਓ ਵੀ ਇਹਨਾਂ ਦੀਆਂ ਬੇਵਕੂਫੀਆਂ ਨੂੰ ਮੰਨਣ ਦਾ। ਫਿਰ ਬਾਅਦ ਦੇ ਵਿੱਚ ਸਮਾਜ ਦੇ ਵਿੱਚ ਆ ਕੇ ਉਹ ਆਪਣਾ ਜਿਹੜਾ ਵੀ ਮਤਲਬ ਉਹਨਾਂ ਦੀਆਂ ਜਦੋਂ ਮਾਨਤਾਵਾਂ ਟੁੱਟਣ ਤੇ ਉਹ ਆ ਕੇ ਮਤਲਬ ਲੋਕਾਂ ਦੇ ਨਾਲ ਲੜਾਈ ਕਰਨ, ਇਹ ਕਿਹੜੀ ਗੱਲ ਹੋਈ? ਬਿਲਕੁਲ ਜੀ, ਕੋਈ ਸ਼ੱਕ ਨਹੀਂਗਾ। ਏਦਾਂ ਸਮਾਜ ਦਾ ਜਦੋਂ ਨਾ ਆਪਣੇ ਆਪ ਤੇ ਲਾ ਕੇ ਦੇਖਣੀ ਕਈ ਵਾਰ ਔਖੀ ਲੱਗਦੀ ਹੈ। ਜਦੋਂ ਸਾਡੇ ਬੰਦੇ ਇਹ ਕਹਿੰਦੇ ਆ ਵੀ ਜਦੋਂ ਇੰਦਰਾ ਗਾਂਧੀ ਮਾਰੀ ਕਿਸੇ ਨੇ, ਤਾਂ ਸਾਡੇ ਨਿਰਦੋਸ਼ ਬੰਦੇ ਕਿਉਂ ਮਾਰੇ ਉਹਨਾਂ ਨੇ? ਹਾਂਜੀ, ਉਦੋਂ ਉਹਨਾਂ ਨੂੰ ਲੌਜਿਕ ਚੇਤੇ ਆਉਂਦਾ ਹੈ। ਅਗਲੇ ਕਹਿੰਦੇ ਸਾਡੀਆਂ ਭਾਵਨਾਵਾਂ ਹਰਟ ਹੋ ਗਈਆਂ, ਸਿੱਖਾਂ ਨੇ ਤੋੜਤੀਆਂ, ਅਸੀਂ ਮਾਰਤਾ। ਜਦੋਂ ਤੁਹਾਨੂੰ ਉਹ ਠੀਕ ਨਹੀਂ ਲੱਗਦੀਆਂ, ਤੁਸੀਂ ਕਰਦੇ ਤੁਹਾਨੂੰ ਉਦੋਂ ਠੀਕ ਜਸਟੀਫਾਈ ਕਿੱਦਾਂ ਕਰਦੇ ਹੋ ਆਪਣੇ ਆਪ? ਘੱਟੋ ਘੱਟ ਤੁਸੀਂ ਕਰਕੇ ਦਿਖਾਓ ਸਮਾਜ ਦੇ ਵਿੱਚ ਏਦਾਂ ਵੀ ਭਾਈ ਅਸੀਂ ਨਹੀਂ ਕਰੀਦਾ ਏਦਾਂ ਧੱਕਾ, ਇਹ ਕੇਅਰ ਅਸੀਂ ਨਹੀਂ ਕਰੀਦੀ ਏਦਾਂ, ਵੀ ਇਹ ਕੋਈ ਤਰੀਕਾ ਨਹੀਂਗਾ ਏਦਾਂ, ਵੀ ਜਿਹੜੀਆਂ ਮੇਰੀਆਂ ਭਾਵਨਾਵਾਂ ਸਾਰੇ ਉਹਨੂੰ ਮੰਨਣ ਏਦਾਂ, ਉਹ ਮੇਰੀਆਂ ਮੈਂ ਆਪਣੇ ਆਪ ਤੱਕ ਸੀਮਤ ਰੱਖਾਂ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ। ਅਸਲ ਦੇ ਵਿੱਚ ਆ ਜਿਹੜੀ ਤੁਸੀਂ ਗੱਲ ਕਹਿ ਕੇ ਹਟੇ ਨਾ, ਜੇਕਰ ਇਸ ਗੱਲ ਤੋਂ ਤੁਸੀਂ ਪਿੱਛੇ ਨੂੰ ਤੁਰਦੇ ਜਾਓ ਤਾਂ ਕਿਤੇ ਨਾ ਕਿਤੇ ਇਹ ਤੁਹਾਨੂੰ ਤੁਹਾਡੇ ਜਿਹੜੇ ਜਿੱਦਾਂ ਤੁਹਾਡੀਆਂ ਮਨੌਤਾਂ ਵਾਲੇ ਬੰਦੇ ਆ, ਤੁਹਾਡੀ ਵਾਲੀ ਸੋਚ ਵਾਲੇ ਬੰਦੇ ਆ, ਜਿੱਦਾਂ ਜਦੋਂ ਆਪਾਂ ਹੋਮਲੈਂਡ ਦੀ ਗੱਲ ਕਰਦੇ ਆ, ਖਾਲਿਸਤਾਨ ਦੀ ਗੱਲ ਕਰਦੇ, ਕਿਤੇ ਨਾ ਕਿਤੇ ਉਸ ਰਾਹ ਤੇ ਪਾ ਦਿੰਦੀ ਆ ਇਹ ਗੱਲ ਤੁਹਾਨੂੰ ਲਿਆ ਕੇ। ਕਿਉਂਕਿ ਜਿੱਦਾਂ ਹੁਣ ਤੁਸੀਂ ਕਿਹਾ ਵੀ ਇੰਦਰਾ ਗਾਂਧੀ ਉਹ ਤਾਂ ਦੇਸ਼ ਦਾ ਕਾਨੂੰਨ ਟੁੱਟਾ ਹਨਾ, ਜਦੋਂ ਤੁਸੀਂ ਕਿਸੇ ਨੂੰ ਮਾਰਿਆ ਤੇ ਉਹ ਅਗਲੇ ਨੇ ਤਾਂ ਤੁਹਾਨੂੰ ਸਜ਼ਾ ਦੇਣੀ ਆ। ਫਿਰ ਅਗਲਾ ਕਹਿੰਦਾ ਵੀ ਉਹਨਾਂ ਨੇ ਤਾਂ ਦੇਖੋ ਜੀ ਸਾਡਾ ਹਰਮੰਦਰ ਸਾਹਿਬ ਢਾਇਆ, ਕਹੂਗਾ ਹਨਾ ਵੀ ਹਰਮੰਦਰ ਸਾਹਿਬ ਢਾਇਆ। ਫਿਰ ਹੁਣ ਅਗਲਾ ਮੂਹਰੇ ਇਹ ਸਵਾਲ ਕਰੂਗਾ ਵੀ ਕੀ ਇੱਕ ਜਾਨ ਦੇ ਨਾਲ ਮਤਲਬ ਤੁਸੀਂ ਦੂਜਾ ਕਰੋਗੇ, ਆਹ ਕੰਪੇਅਰ ਕਰੋਗੇ ਮਤਲਬ ਇਮਾਰਤ ਨੂੰ? ਤੁਸੀਂ ਇਹ ਕਹੋਗੇ ਨਹੀਂ ਇਮਾਰਤ ਦੇ ਨਾਲ ਨਹੀਂ, ਇਹਨਾਂ ਨੇ ਤਾਂ ਸਾਡੇ ਹਜ਼ਾਰਾਂ ਬੰਦੇ ਮਾਰੇ ਆ। ਤੇ ਅਗਲਾ ਆਪਣੀ ਆਰਗੂਮੈਂਟ ਰੱਖੂਗਾ ਵੀ ਤੁਹਾਡੇ ਹਜ਼ਾਰਾਂ ਬੰਦੇ ਜਿਹੜੇ ਮਰੇ ਆ ਵੀ ਉਹਨਾਂ ਨੂੰ ਮਾਰਨ ਦਾ ਕਾਰਨ ਕੀ ਬਣਿਆ, ਫਿਰ ਉਹਦੇ ਤੇ ਡਿਬੇਟ ਹੋਊਗੀ। ਫਿਰ ਮਤਲਬ ਕਿਤੇ ਨਾ ਕਿਤੇ ਅਸੀਂ ਪਿੱਛੇ ਜਾ ਕੇ ਇਹ ਗੱਲ ਕਲੀਅਰ ਹੋ ਜਾਊਗੀ ਵੀ ਕਿਤੇ ਨਾ ਕਿਤੇ ਗਲਤ ਅਸੀਂ ਆ ਆਪਣੀਆਂ ਮਨੌਤਾਂ ਕਰਕੇ, ਆਪਣੇ ਇਰਾਦਿਆਂ ਕਰਕੇ ਅਸੀਂ ਮੌਕਾ ਦੇ ਰਹੇ ਹਾਂ ਸਟੇਟ ਨੂੰ ਵੀ ਉਹ ਸਾਡੇ ਤੇ ਜ਼ੁਲਮ ਕਰੇ, ਤੇ ਬਾਅਦ ਦੇ ਵਿੱਚ ਜਦੋਂ ਅਸੀਂ ਉਹਨਾਂ ਦਾ ਬੰਦਾ ਮਾਰ ਦਿੰਦੇ ਆ ਤੇ ਅਸੀਂ ਮਤਲਬ ਸਹੀ ਧਿਰ ਹੋਣ ਦੇ ਬਾਵਜੂਦ ਵੀ ਗਲਤ ਧਿਰ ਬਣ ਜਾਂਦੇ ਆ ਤੇ ਮੁੜ ਕੇ ਫਿਰ ਜੇਲ੍ਹ 'ਚ ਜਾਂਦੇ ਆ ਜਾਂ ਫਾਂਸੀਆਂ ਤੇ ਲਟਕਦੇ ਆ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਹਾਂ
ਉਹ ਜਿਹੜੀ ਵਿਚਾਰ ਆ ਉਹ ਮਤਲਬ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਹੋਣੀ ਚਾਹੀਦੀ ਆ। ਹੋਣੀ ਨਾ ਹੋਣੀ ਚਲੋ ਦੇਖੋ, ਪਰ ਇੱਕ ਆਹ ਹੀ ਜਿੱਦਾਂ ਤੁਸੀਂ ਕਹਿੰਦੇ ਵੀ ਭਾਈ ਰਣਜੀਤ ਸਿੰਘ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਵੀ ਜਿਹੜੇ ਆਹ ਕਨਸੈਪਟ ਉਹਨਾਂ ਨੇ ਪਰਮਾਤਮਾ ਨੂੰ ਲੈ ਕੇ, ਰੱਬ ਨੂੰ ਲੈ ਕੇ, ਕੁਦਰਤ ਨੂੰ ਲੈ ਕੇ ਸਾਡੇ ਸਾਹਮਣੇ ਖੋਲ ਕੇ ਰੱਖ ਦਿੱਤੇ ਆ। ਬਿਲਕੁਲ। ਉਦੋਂ ਬਾਅਦ ਵੀ ਜੇਕਰ ਅਸੀਂ ਭਾਰ ਚੱਕੀ ਫਿਰਨਾ ਤਾਂ ਫੇਰ ਸਾਡੀ ਮਰਜ਼ੀ ਆ, ਪਰ ਬੜਾ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਚਲੋ ਠੀਕ ਹੈ ਜੀ, ਥੈਂਕ ਯੂ ਤੇ ਸਾਰਿਆਂ ਦਾ ਧੰਨਵਾਦ ਜੀ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਜੀ। ਤੇ 0107 ਦੇ ਉੱਤੇ ਬਹੁਤ ਲੰਬੇ ਟਾਈਮ ਤੋਂ ਹੋਲਡ ਕੀਤਾ, ਆਪਾਂ ਚੈੱਕ ਕਰ ਲੈਂਦੇ ਫਿਰ ਵੀ। ਸਵਾਗਤ ਹੈ ਜੀ ਤੁਹਾਡਾ ਜੀ, ਹੈਗੇ ਹੋ ਤਾਂ ਜੀ? ਨਹੀਂ, ਆਸ ਨਹੀਂ ਕਿ ਮੈਨੂੰ ਵੀ, ਕਿਉਂਕਿ 20 ਮਿੰਟ ਤੋਂ ਹੋਲਡ ਹੋਇਆ ਪਿਆ ਫੋਨ। ਹਾਂਜੀ, 20 ਮਿੰਟ ਹੋਲਡ ਕਰਨਾ ਬੜਾ ਔਖਾ ਹੁੰਦਾ, ਪਰ ਕੋਈ ਨਹੀਂ, ਫਿਰ ਵੀ ਜੇ ਕੋਈ ਜ਼ਰੂਰੀ ਕੋਈ ਬੰਦਾ ਗੱਲਬਾਤ ਕਰਨਾ ਚਾਹੁੰਦਾ ਹੋਵੇ ਤਾਂ ਆਪਾਂ ਜਿਹੜਾ ਇਹਦਾ ਹੈ ਹੋਰ ਥੋੜਾ ਚਿਰ ਰੁਕ ਜਾਾਂਗੇ। ਸਵਾਗਤ ਹੈ ਜੀ ਤੁਹਾਡਾ 0107 ਦੇ ਉੱਤੇ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ ਜੀ? ਠੀਕ ਹੈ, ਬਹੁਤ ਵਧੀਆ ਜੀ। ਹਾਂਜੀ ਠੀਕ ਹੈ ਜੀ। ਮੈਂ ਜੀ ਤੁਹਾਡਾ ਆਪਣਾ ਰੇਡੀਓ ਬਾਰੇ ਸੁਣਿਆ ਸੀਗਾ YouTube ਤੇ, ਥੋੜੇ ਟੌਪਿਕ ਗੁਰੂਬਾ। ਹਾਂਜੀ 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 ਹਾਂਜੀ। ਤੁਸੀਂ ਹੁਣ ਲਾਈਵ ਫੋਨ ਤੇ ਚੱਲ ਰਿਹਾ ਕਿ ਤੁਸੀਂ ਆਪਣੇ? ਨਹੀਂ ਲਾਈਵ ਚੱਲ ਰਿਹਾ ਜੀ, ਸੁਣ ਰਹੇ ਆ ਸਾਰੇ ਬੰਦੇ ਤੁਹਾਨੂੰ। ਜਦੋਂ ਤੁਹਾਡਾ ਫੋਨ ਆਇਆ ਸਿੱਧਾ ਔਨ 에ਅਰ ਆਇਆ ਵਿਆ ਉਹ, ਔਰ ਸਾਰੇ ਸਰੋਤੇ ਸੁਣ ਸਕਦੇ ਆ ਤੁਹਾਨੂੰ। ਹਾਂਜੀ ਹਾਂਜੀ ਹਾਂਜੀ। ਨਹੀਂ, ਮੈਂ ਤਾਂ ਵੈਸੇ ਹੀ ਫੋਨ ਕੀਤਾ ਸੀਗਾ ਨਾ, ਮੈਨੂੰ YouTube ਤੇ ਤੁਹਾਡੇ ਕਾਫੀ ਮਤਲਬ ਸੀਗੇ ਅਪਲੋਡ ਕੀਤੇ ਹੋਏ ਪ੍ਰੋਗਰਾਮ। ਹਾਂਜੀ, ਤੇ ਕੱਲ ਪਤਾ ਨੀ ਪਰਸੋਂ ਦੀ ਗੱਲ ਹੈ ਸ਼ਾਇਦ, ਮੈਂ ਆਪਾਂ ਗੱਲ ਕਰਦੇ ਸੀਗੇ ਨਾ ਵੀ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਬਾਣੀ ਆ ਉਹ ਮਨੁੱਖ ਦੀ ਤਰੱਕੀ ਵਿੱਚ ਵਾਧਾ ਬਣਦੀ ਆ। ਹਾਂਜੀ 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 ਹਾਂਜੀ। ਮੈਂ ਭਾਜੀ ਉਹੀ ਪੁੱਛਣਾ ਚਾਹੁੰਦਾ ਵੀ ਉਹ ਕਿਸ ਤਰ੍ਹਾਂ, ਮਤਲਬ ਤੁਸੀਂ ਕਿਸ ਹਿਸਾਬ ਨਾਲ ਇਸ ਤਰ੍ਹਾਂ ਕਹਿੰਦੇ ਹੋ? ਉਹਦਾ ਲੰਬਾ ਵਿਸ਼ਾ। ਉੱਦਾਂ ਜੇ ਤੁਸੀਂ ਕੱਲ ਵਾਲੇ ਪ੍ਰੋਗਰਾਮ 'ਚ ਫੋਨ ਕਰ ਲਓ ਕਿਤੇ, ਕਿਉਂਕਿ ਉਹ ਭਾਜੀ ਹਰਨੇਕ ਸਿੰਘ ਹਰਿਆਣੇ ਨੇ ਕਿਹਾ ਸੀਗਾ, ਤੇ ਜੇ ਮੈਂ ਉਹਨਾਂ ਦੀ ਗੱਲ ਦਾ ਜਵਾਬ ਆਪਣੇ ਅੱਖਰਾਂ ਸ਼ਬਦਾਂ 'ਚ ਦਊਂਗਾ ਸ਼ਾਇਦ ਉਹਦਾ ਮੈਥੋਂ ਪੂਰਾ ਨਾ ਦੇ ਹੋਵੇ। ਕੱਲ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ 3 ਘੰਟੇ ਪ੍ਰੋਗਰਾਮ ਜਿਹੜਾ ਉਹਨਾਂ ਦਾ ਚੱਲਣਾ ਐਸੇ ਖੁੱਲੀ ਵਿਚਾਰਾਂ ਦੇ ਉੱਤੇ, ਮਤਲਬ। ਤੇ ਤੁਸੀਂ ਜੇ ਉਹਦੇ ਵਿੱਚ ਆਪਣਾ, ਮੈਂ ਵੈਸੇ ਇੱਥੋਂ ਮੈਂ ਆਸਟ੍ਰੇਲੀਆ ਤੋਂ ਬੋਲਦਾ ਜੀ, ਮੈਲਬਨ ਤੋਂ। ਹਾਂਜੀ 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 ਹਾਂਜੀ। ਮਤਲਬ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ, ਮਤਲਬ ਵੀ ਮੈਂ ਆਪਣੇ ਜੋ ਤੁਸੀਂ ਗੱਲਾਂ ਕਰਦੇ ਹੋ ਵੈਸੇ ਬਹੁਤ ਵਧੀਆ ਵਾ, ਚੰਗੀ। ਨਹੀਂ ਉਹ ਨਹੀਂ ਕੋਈ ਗੱਲ, ਅਸੀਂ ਉਹ ਨਹੀਂ, ਮੈਂ ਤੁਹਾਨੂੰ ਇਹ ਨਹੀਂ, ਅਸੀਂ ਹਜੇ ਇਹ ਨਹੀਂ ਆਪਣਾ ਡਿਸਾਈਡ ਕੀਤਾ ਵੀ ਤੁਸੀਂ ਵਿਰੋਧੀ ਹੋ ਸਾਡੇ। ਅਸੀਂ ਤਾਂ ਇਹ ਆ ਵੀ ਕਿਸੇ ਦੇ ਮਨ ਦੇ ਵਿੱਚ ਵੀ ਜਿਹੜਾ ਉਹ ਸ਼ੰਕਾ ਉੱਠ ਸਕਦਾ, ਕਿਉਂਕਿ ਇਹ ਭਾਜੀ ਹਰਨੇਕ ਸਿੰਘ ਹਰਿਆਣੇ, ਮੈਨੂੰ ਪਤਾ ਮੈਂ ਨਾਲ ਸੀ ਸ਼ਨੀਵਾਰ ਵਾਲੇ ਪ੍ਰੋਗਰਾਮ 'ਚ। ਹੁਣ ਮੈਂ ਜਵਾਬ ਮਤਲਬ ਮੈਂ ਦੇ ਕਰ ਸਕਦਾ ਇਹਦਾ ਆਪਣੇ ਹਿਸਾਬ ਨਾਲ ਐਕਸਪਲੇਨ, ਪਰ ਮੈਂ ਚਾਹੁੰਦਾ ਨਹੀਂ, ਮੈਨੂੰ ਵਧੀਆ ਏਦਾਂ ਹੈਗਾ ਵੀ ਇਸ ਗੱਲ ਤੇ ਖੁੱਲ ਕੇ ਗੱਲ ਹੋਣੀ ਚਾਹੀਦੀ ਜਿਹੜੀ ਗੱਲ ਤੁਸੀਂ ਪੁੱਛੀ ਹੈ। ਨਹੀਂ ਇਸ ਤਰ੍ਹਾਂ ਨਾ, ਜਿਵੇਂ ਆਪਾਂ ਇੱਕ ਦਿਨ ਮੈਂ ਸ਼ਾਇਦ ਪਹਿਲਾਂ ਵੀ ਰਿਕਾਰਡਿੰਗ ਸੁਣੀ ਸੀ, ਤੁਸੀਂ ਕਿਸੇ ਦੀ ਵੀਡੀਓ ਕਿਸੇ ਬੰਦੇ ਦਾ ਕੋਈ ਆਡੀਓ ਚਲਾਈ ਸੀਗੀ, ਉਹਦੇ ਚ ਲਿਖਿਆ ਸੀਗਾ ਕੁਛ ਬਾਣੀ ਦਾ ਅਰਬਦ ਨਰਬਦ ਧੁੰਦੂਕਾਰ ਸਮਥਿੰਗ ਇਸ ਤਰ੍ਹਾਂ ਨਾ, ਪੂਰਾ ਸ਼ਬਦ ਨਹੀਂ ਆਉਂਦਾ। ਉਹਦੇ ਤੇ ਵੀ ਸੀਗਾ ਵੀ ਇਹ ਗੁਰਬਾਣੀ ਵਿੱਚ ਵੀ ਇਹ ਕਿਉਂ ਸ਼ਬਦ ਆਇਆ ਗਿਆ, ਹਨਾ। ਮੈਂ ਮਤਲਬ ਇਹ ਸ਼ਾਇਦ ਤੁਸੀਂ ਕਿਹਾ ਸੀ, ਸ਼ਾਇਦ ਪਤਾ ਨਹੀਂ। ਹਾਂਜੀ ਹਾਂਜੀ, ਮੈਂ ਮੇਰੇ ਪ੍ਰੋਗਰਾਮ 'ਚ ਹੋਈ ਗੱਲ। ਹਾਂਜੀ, ਕੀ ਪੂਰਾ ਸ਼ਬਦ ਮੈਨੂੰ ਤਾਂ ਯਾਦ ਨਹੀਂ ਹੈਗਾ ਜੀ, ਕੀ ਪੂਰਾ ਸ਼ਬਦ ਇਸ ਤਰ੍ਹਾਂ ਕੁਛ ਸੀਗਾ ਜੀ। ਹਾਂ, ਪੰਥਪ੍ਰੀਤ ਸਿੰਘ ਹਰਿਆਣੇ ਨੇ ਕਿਹਾ ਸੀਗਾ ਜਦੋਂ ਧਰਤੀ ਹੈ ਨਹੀਂ ਸੀ, ਕੁਛ ਵੀ ਹੈ ਨਹੀਂ ਸੀਗਾ, ਉਦੋਂ ਸੁੰਨ ਸਮਾਧ ਲਗਾਏ ਦਾ ਜਿਹੜਾ ਪਰਮਾਤਮਾ ਸਮਾਧੀ ਲਾ ਕੇ ਬੈਠਾ ਸੀਗਾ, ਉਹਨਾਂ ਦੀ ਮਨੌਤ ਉਹਦੇ ਤੇ ਗੱਲ ਚੱਲਦੀ ਸੀਗੀ। ਅੱਛਾ ਅੱਛਾ। ਹਾਂ, ਉਹ ਇਸ ਤਰ੍ਹਾਂ ਮਤਲਬ ਮੈਂ ਹੁਣ ਸੀਗਾ, ਮੈਂ ਵੀ ਸਾਇੰਸ ਸਟੂਡੈਂਟ ਸੀਗਾ, ਮਤਲਬ ਹੁਣ ਤਾਂ ਚਲੋ ਮੈਨੂੰ ਹੋ ਗਿਆ, ਮਤਲਬ ਸਾਇੰਸ ਪੜ੍ਹੀ ਹੋਈ ਆ ਪਹਿਲਾਂ, ਤੇ ਐਸਟਰੋ ਫਿਜ਼ਿਕਸ ਵਿੱਚ ਮੇਰਾ ਕਾਫੀ ਇੰਟਰਸਟ ਸੀਗਾ। ਤੇ ਉਹ ਇਹ ਚੀਜ਼ਾਂ ਜਿਹੜੀਆਂ ਵਾ ਆਪਾਂ ਨੂੰ, ਮੈਂ ਪਹਿਲਾਂ ਗੁਰਬਾਣੀ ਦੇ ਕਾਫੀ ਅਗੇਂਸਟ ਸੀ, ਮਤਲਬ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਜਦੋਂ ਮੈਂ 22-23 ਸਾਲ ਦਾ ਕਾਲਜ ਪੜ੍ਹਦਾ ਹੁੰਦਾ ਸੀ, ਸਾਇੰਸ ਦੇ ਐਕਸਪੈਰੀਮੈਂਟ ਹੁੰਦੇ ਸੀ ਫਿਜ਼ਿਕਸ ਦੇ, ਤਾਂ ਮੈਨੂੰ ਬੜੇ ਜਾਣੀ ਕਿ ਜਿਹੜੀਆਂ ਮਨੌਤਾਂ ਸੀਗੀਆਂ, ਜਿਹੜੇ ਲੋਕਾਂ ਨੇ ਅੰਮ੍ਰਿਤ ਛਕਿਆ ਹੁੰਦਾ ਸੀ, ਉਹ ਡਿਫਰੈਂਟਲੀ ਮਤਲਬ ਮਨੌਤਾਂ ਸੀਗੀਆਂ ਉਹਨਾਂ ਦੀਆਂ, ਉਹ ਮੈਨੂੰ ਬੜੀਆਂ ਚੰਗੀਆਂ ਨਹੀਂ ਸੀ ਲੱਗਦੀਆਂ ਵੀ ਲੋਕ ਕਿੱਧਰ ਰੁੱਝੇ ਹੋਏ ਆ ਨਾ। ਪਰ ਜਦੋਂ ਜੀ ਥੋੜੀ ਸਮਝ ਆਈ ਆ, ਥੋੜਾ ਜਿਹਾ ਮਤਲਬ ਮੈਂ ਕਿਸੇ ਨੂੰ ਸੁਣਦਾ ਨਹੀਂ, ਕਿਸੇ ਕਦੇ ਕਥਾ ਕੀਰਤਨ ਜਿਹੜੇ ਅੱਜ ਕੱਲ ਕਰਦੇ ਕੀਰਤਨ ਸੁਣ ਲਈਦਾ, ਕਥਾ ਵਾਲਿਆਂ ਨੂੰ ਘੱਟ ਹੀ ਸੁਣਦਾ ਮੈਂ। ਪਰ ਬੁੱਕਸ ਪੜ੍ਹਨ 'ਚ ਕਾਫੀ ਮਤਲਬ ਯਕੀਨ ਆ, ਸਾਇੰਸ ਦੀਆਂ ਹੋ ਗਈਆਂ ਜਾਂ, ਪਰ ਮੈਂ ਗੁਰਬਾਣੀ ਜਦੋਂ ਮੈਂ ਆਪ ਪੜ੍ਹੀ ਆ ਤਾਂ ਮੈਨੂੰ ਕੋਈ ਉਹ 'ਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੱਗੀ। ਤਾਂ ਹੀ ਮੈਂ ਫੋਨ ਕਰਕੇ ਤੁਹਾਨੂੰ ਮਤਲਬ ਫੋਨ ਕੀਤਾ ਵੀ ਇਹਦੇ 'ਚ ਆਪਾਂ ਨੂੰ ਥੋੜਾ ਜਿਹਾ ਆਪਣੇ ਬ੍ਰੇਨ ਨੂੰ ਥੋੜਾ ਹੋਰ ਡਿਵੈਲਪ ਕਰਨ ਦੀ ਲੋੜ ਆ, ਵੀ ਆਪਾਂ ਉਸ ਲੈਵਲ ਤੱਕ ਸਮਝ ਸਕੀਏ ਸ਼ਾਇਦ ਵੀ ਗੁਰੂਆਂ ਨੇ ਜੋ
ਉਚਾਰਿਆ ਜਾਂ ਲਿਖਿਆ, ਤੁਸੀਂ ਏਦਾਂ ਕਰੋ, 1 ਮਿੰਟ ਹੋਲਡ ਕਰੋ, ਹਰਨੇਕ ਭਾਈ ਦਾ ਫੋਨ ਆ ਗਿਆ, ਸ਼ਾਇਦ ਉਹ ਤੁਹਾਡੀ ਗੱਲ ਦੇ ਉੱਤੇ ਕੋਈ ਜਵਾਬ ਦੇਣਾ ਚਾਹੁੰਦੇ ਹੋਣ, ਤੁਸੀਂ 1 ਸੈਕਿੰਡ ਏਦਾਂ ਹੀ ਹੋਲਡ ਰੱਖ ਲਿਓ। ਹਾਂਜੀ ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਖਾਲਸਾ ਜੀ ਫਤਿਹ। ਹੈਗਾ ਲਾਈਨ ਤੇ ਵੀਰ? ਹਾਂਜੀ 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 ਭਾਈ, ਸਤਿ ਸ੍ਰੀ ਅਕਾਲ ਜੀ। ਕਰ ਸਕਦੇ ਮੇਰੇ ਨਾਲ ਗੱਲ ਜੀ ਮਰਜੀ? ਹੈਲੋ, ਹਾਂਜੀ ਹਾਂਜੀ, ਸੁਣ ਰਹੇ ਤੁਹਾਡੀ ਗੱਲ ਭਾਜੀ, ਤੁਸੀਂ ਕਰੋ ਕੰਟੀਨਿਊ। ਹਾਂਜੀ ਹਾਂਜੀ ਭਾਜੀ, ਮੈਂ ਨਾ ਆਪਣਾ ਵੀਰੇ ਕਿੱਦਾਂ ਤੁਸੀਂ ਜਿਹੜੀ ਗੱਲ ਪੁੱਛਦੇ ਆ ਤੁਸੀਂ ਸੁਣੀ ਕਿੱਦਾਂ ਆ? ਕਿਵੇਂ ਜੀ? ਹੈਲੋ ਹੈਲੋ, ਹਾਂਜੀ ਹਾਂਜੀ, ਉਹ ਮਤਲਬ ਮੈਨੂੰ ਐ ਲੱਗਿਆ ਸੀਗਾ ਨਾ ਵੀ ਮੈਨੂੰ ਲੱਗਦਾ ਤੁਹਾਨੂੰ ਉਹਨਾਂ ਦੀ ਆਵਾਜ਼ ਗੱਲ ਨਹੀਂ ਸੁਣਦੀ ਗੀ, ਤੁਹਾਡੀ ਆਵਾਜ਼ ਜਿਹੜੀ ਉਹਨਾਂ ਨੂੰ ਸੁਣ ਰਹੀ ਹੈ, ਤੇ ਉਹਨਾਂ ਦੀ ਆਵਾਜ਼ ਜਿਹੜੀ ਵੀਰ ਦੀ ਆ ਉਹ ਤੁਹਾਨੂੰ ਨਹੀਂ ਸੁਣਦੀ ਗੀ। ਉਹ 01 ਹੁਣ ਉਹਨਾਂ ਦਾ ਫੋਨ ਕਿਹੜੀ ਲਾਈਨ ਤੇ ਆਇਆ? ਉਹਨਾਂ ਦਾ 0107 ਦੇ ਉੱਤੇ ਆਇਆ ਹੋਇਆ, ਤੇ 0108 ਤੇ ਲਾਈਨ ਫੋਨ ਆਇਆ ਕਿਸੇ ਦਾ? ਆਇਆ ਹੋਇਆ, ਹਾਂਜੀ। ਕੱਟ ਦਿੰਦੇ ਤੁਸੀਂ? ਕੱਟ ਦਿਓ ਫਿਰ, 2 ਮਿੰਟ ਬਾਅਦ ਚ ਕਰ ਲੈਂਦੇ ਹੋ। ਹਾਂਜੀ, 0108 ਵਾਲਿਆਂ ਨੂੰ ਬੇਨਤੀ ਹੈ ਜੀ, ਤੁਹਾਡਾ ਫੋਨ ਕੱਟਣ ਲੱਗੇ ਆ, ਉਹਦੇ ਤੇ ਹਰਨੇਕ ਭਾਈ ਦਾ ਫੋਨ ਆਉਣਾ, ਉਹਦੇ ਤੇ ਕੱਟ ਦਿਓ ਨਾ। ਹਾਂਜੀ, ਉਹਨਾਂ ਦਾ ਕੱਟਤਾ, ਤੁਸੀਂ 0108 ਦੇ ਉੱਤੇ ਫੋਨ ਕਰ ਲਓ। ਹਾਂ, ਦੇਖਿਓ ਤਾਂ ਆਇਆ। ਹਾਂਜੀ, 0108 ਦੇ ਉੱਤੇ ਆ ਗਿਆ, ਤੁਸੀਂ ਹੁਣ ਉਹਦੇ ਤੇ ਕਰ ਲਓ ਗੱਲ। ਹਾਂਜੀ ਉਧਰ ਹੈਗਾ। ਹਾਂਜੀ ਹਾਂਜੀ ਹਾਂ ਵੀਰੇ, ਕਿੱਦਾਂ ਤੁਸੀਂ ਸੁਣੀ ਕਿੱਦਾਂ ਆ ਗੱਲ? ਉਹ ਮੈਂ ਨਾ ਪਤਾ ਨਹੀਂ, ਸ਼ਾਇਦ ਕੱਲ ਸੈਟਰਡੇ ਨੂੰ, ਪਤਾ ਨਹੀਂ ਸੰਡੇ ਨੂੰ ਪ੍ਰੋਗਰਾਮ। ਨਹੀਂ, ਮੇਰਾ ਸਵਾਲ ਇਹ ਆ ਕਿ ਤੁਸੀਂ ਸੁਣੀ, ਜਿੱਦਾਂ ਤੁਸੀਂ ਸੁਣੀ ਆ ਨਾ, ਜੇ ਤੁਸੀਂ ਉਹ ਸ਼ਬਦ ਕਹੋ। ਕਿਹੜਾ ਸ਼ਬਦ ਭਾਜੀ? ਮਤਲਬ ਜਿੱਦਾਂ ਤੁਸੀਂ ਸੁਣੀ ਆ ਗੱਲ, ਤੁਹਾਨੂੰ ਤੁਸੀਂ ਜਿੱਦਾਂ ਕਿਹਾ ਵੀ ਅਸੀਂ ਕਿਹਾ ਵੀ ਜਿਹੜੀ ਗੁਰਬਾਣੀ ਆ ਉਹ ਬਹੁਤ ਵੱਡੀ ਰੁਕਾਵਟ ਆ ਇਨਸਾਨ ਦੀ ਤਰੱਕੀ ਵਾਸਤੇ। ਹਾਂ, ਨਹੀਂ, ਇਨਸਾਨ ਦੀ ਤਰੱਕੀ ਬਾਰੇ ਨਹੀਂ ਸੀ ਅਸੀਂ ਕਿਹਾ। ਹਾਂਜੀ, ਹੁਣ ਗੱਲ ਉਹਨੂੰ ਦੁਬਾਰਾ ਸੁਣਿਓ ਜਾ ਕੇ। ਠੀਕ ਹੈ ਜੀ। ਗੱਲ ਸੀਗੀ ਵੀ ਸਾਡੇ ਵਿਕਾਸ ਦੇ ਰਾਹ ਵਿੱਚ। ਹਾਂਜੀ ਹਾਂਜੀ, ਮਤਲਬ ਸਾਡੇ ਵਿਕਾਸ ਦੇ, ਆਪਣੇ ਸਿੱਖਾਂ ਦੇ ਇਹਨਾਂ ਨੂੰ ਤਰੱਕੀ ਕਰਨ ਵਾਸਤੇ ਰੁਕਾਵਟ। ਉਹ ਪਤਾ ਕਿੱਦਾਂ ਗੱਲ ਲੰਬੀ ਚੱਲੀ ਸੀ, ਜੇ ਤੁਸੀਂ ਪੂਰਾ ਸੁਣੋਗੇ ਤਾਂ ਹੋ ਜਾਊਗੀ ਕਲੀਅਰ। ਉਹਦੇ ਚ ਇਦਾਂ ਆ ਜਿੱਦਾਂ ਅਸੀਂ ਜਿਹੜਾ ਰੱਬ ਆ ਨਾ, ਹਾਂਜੀ ਹਾਂਜੀ, ਰੱਬ ਬਾਰੇ ਬੜੀ ਕਲੀਅਰ ਆ ਗੱਲ ਵੀ ਜੋ ਕੁਛ, ਜਿੱਦਾਂ ਹੁਣ ਅੱਜ ਇੱਕ ਵੀਰ ਦਾ ਕੈਨੇਡਾ ਤੋਂ ਫੋਨ ਆ ਗਿਆ, ਸੌਰੀ ਆਪਣੀ ਗੱਲ ਚੇਤੇ ਰੱਖੀ ਕਿੱਥੇ ਆ ਨਾ। ਹਾਂਜੀ, ਇੱਕ ਵੀਰ ਦਾ ਕੈਨੇਡਾ ਤੋਂ ਫੋਨ ਆ ਗਿਆ ਤੇ ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਜਿਹੜੀ ਗੱਲ ਜਾਚਕ ਹੁਣੀ ਕਹੀ ਆ, ਉਹਦਾ ਜਾਚਕ ਨੇ ਆਰਟੀਕਲ ਲਿਖਿਆ ਇੱਕ ਨਾ, ਹਾਂਜੀ, ਇੱਕ ਰੱਬ ਆ, ਉਸ ਰੱਬ ਨੇ ਨਿਯਮ ਬਣਾਏ ਆ, ਉਹ ਕਰਤਾ ਆ। ਹਾਂਜੀ, ਵੀ ਇਹ ਕਹੀ ਜਾਂਦੇ ਆ ਕੁਦਰਤ ਹੀ ਰੱਬ ਆ। ਹਾਂਜੀ ਹਾਂਜੀ, ਵੀ ਕਰਤੇ ਨੂੰ ਮੰਨਣਾ ਆ ਅਸੀਂ। ਠੀਕ ਹੈ। ਅੱਛਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕੈਨੇਡਾ ਕਿੰਨੇ ਸਾਲ ਤੋਂ ਰਹਿੰਦੇ? ਕਹਿੰਦੇ 8 ਪਤਾ ਨਹੀਂ 9 ਸਾਲ ਉਹਨੇ ਕਿਹਾ ਨਾ। ਹਾਂਜੀ, ਮੈਂ ਕਿਹਾ ਵੀ ਜਿਹੜੇ ਇੱਥੇ ਟਰਾਂਸਪੋਰਟੇਸ਼ਨ ਦੇ ਨਿਯਮ ਆ ਉਹਨਾਂ ਨੂੰ ਮੰਨਦੇ ਆ ਸਾਰਿਆਂ ਨੂੰ? ਹਾਂਜੀ, ਕਹਿੰਦੇ ਹਾਂ। ਮੈਂ ਕਿਹਾ ਕਦੇ ਫਾਈਨ ਹੋਇਆ ਕਿਸੇ ਗੱਲੋਂ? ਕਹਿੰਦੇ ਨਹੀਂ। ਤੇ ਬਰੰਟ ਵੀ ਲੈਣੇ, ਰਜਿਸਟ੍ਰੇਸ਼ਨ ਕਰਾਉਣੇ ਆ, ਸੱਜੇ ਹੱਥ ਚੱਲਦੇ ਆ, ਹਨਾ। ਹਾਂਜੀ, ਪਰ ਮੈਂ ਕਿਹਾ ਟਰਾਂਸਪੋਰਟ ਮੰਤਰੀ ਨੂੰ ਮਿਲੇ ਆ ਕਦੇ? ਹਾਂਜੀ ਹਾਂਜੀ, ਕਹਿੰਦਾ ਨਹੀਂ। ਮੈਂ ਕਿਹਾ ਵੀ ਏਜੰਡੇ 'ਚ ਹੈਗਾ ਆ, ਜ਼ਰੂਰ ਏਦਾਂ ਵਿਚਾਰ ਕੀਤੀ ਆ ਕਿ ਅਸੀਂ ਸੱਜੇ ਹੱਥ ਵੀ ਚੱਲਣਾ ਤੇ ਮੰਤਰੀ ਨੂੰ ਵੀ ਮਿਲਣਾ, ਵੀ ਜੇ ਮੰਤਰੀ ਨੂੰ ਨਾ ਮੰਨਿਆ ਅਸੀਂ ਫੇਰ ਕੀ ਫਾਇਦਾ? ਹੁਣ ਜਿਹੜਾ ਬੰਦਾ ਦੇਸ਼ ਵਿੱਚ ਆ ਕੇ ਕਾਨੂੰਨ, ਤੁਸੀਂ ਆਸਟ੍ਰੇਲੀਆ ਆਏ, ਤੁਸੀਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਮਿਲਿਆ? ਨਹੀਂ। ਕਦੇ ਸੋਚਿਆ ਵੀ ਮਿਲਣਾ ਉਹਨੂੰ ਜ਼ਰੂਰੀ ਆ? ਮਾਨੀ ਕੋਈ ਜ਼ਰੂਰਤ ਨਹੀਂ। ਉਹ ਹੈਗਾ ਚਾਹੇ ਨਹੀਂ ਹੈਗਾ। ਨਹੀਂ ਭਾਜੀ, ਮੈਂ ਤੁਹਾਡੀ ਗੱਲ ਕੱਟਣ ਲੱਗਿਆ। ਨਹੀਂ, ਉਹ ਫਿਰ ਮੇਰੀ ਗੱਲ ਨਹੀਂ ਨਾ ਪੂਰੀ ਹੋਣੀ। ਇਸ ਗੱਲ ਤੇ ਨਾ ਵਿਚਾਰ ਕਰੀਏ ਤਾਂ ਮੈਂ ਵਿੱਚ ਤੁਹਾਨੂੰ ਉਦਾਹਰਣ ਦਿੱਤੀ ਆ ਇੱਕ। ਹਾਂਜੀ ਹਾਂਜੀ, ਜਦੋਂ ਨਾ ਆਪਾਂ ਇਦਾਂ ਦੇਖਾਂਗੇ ਜ਼ਿੰਦਗੀ ਨੂੰ, ਜਾਣੀ ਜਿੱਦਾਂ ਹੁਣ ਆਸਟ੍ਰੇਲੀਆ ਆ ਕੇ ਇਮੀਗ੍ਰੇਸ਼ਨ ਦੇ ਕਾਨੂੰਨ ਮੰਨੀ ਜਾਂਦੇ ਤੁਸੀਂ। ਮੰਤਰੀ ਕੌਣ ਆ, ਤੀਵੀਂ ਆ, ਬੰਦਾ ਆ, ਹੈਗੀ ਆ, ਨਹੀਂ ਹੈਗੀ, 80 ਸਾਲ ਦੀ, 30 ਸਾਲ ਦੀ, 20 ਦੀ ਆ, ਉਹ ਕੋਈ ਮਾਇਨੇ ਨਹੀਂ ਰਖਾਉਂਦੀ। ਹੁਣ ਇਦਾਂ ਹੀ ਰੱਬ ਨੂੰ ਮੰਨ ਲਈਏ ਅਸੀਂ, ਉਹ ਕਾਨੂੰਨ ਜਿਹੜੇ ਉਹਦੇ ਬਣਾਇਓ ਆ ਉਹਨਾਂ ਨੂੰ ਫੋਲੋ ਕਰੀ ਜਾਈਏ, ਤੇ ਉਹ ਹੈਗਾ ਨਹੀਂ ਹੈਗਾ ਕਿੱਦਾਂ ਦਾ ਆ ਉਹ ਡਿਸਕਸ਼ਨ ਹੀ ਨਾ ਕਰੀਏ। ਹੁਣ ਜਿਹੜਾ ਬੰਦਾ ਜਦੋਂ ਨਾ ਰੱਬ ਨੂੰ ਮੰਨਣ ਦੀ ਗੱਲ ਕਰਨ ਲੱਗ ਪਿਆ, ਰੱਬ ਨੂੰ ਮਨਾਉਣ ਲੱਗ ਪਿਆ ਗੁਰਦੁਆਰੇ ਆ ਕੇ, ਉਹਨੂੰ ਉਹਦੇ ਦਿਮਾਗ ਨੂੰ ਇਹ ਮੈਸੇਜ ਮਿਲ ਗਿਆ ਵੀ ਹੁਣ ਤਾਂ ਮੈਂ ਰੱਬ ਨੂੰ ਮਨਾ ਲਿਆ,
ਹੁਣ ਥੋੜਾ ਬਚਿਆ ਮੇਰੇ ਕੋਲ ਹੋਰ ਕੁਝ ਵੀ ਕਰਨੇ ਨੂੰ। ਭਾਈ ਮੈਂ ਤੁਸੀਂ ਨਾ ਮੇਰੀ ਗੱਲ ਹੋਰ ਪਾਸੇ ਲੈ ਗਿਆ। ਮੈਂ ਇਹ ਜਿਹੜੀ ਤੁਹਾਡੀ ਮੈਂ ਅੰਡਰਸਟੈਂਡ ਕਰਦਾ ਸਾਰੀ ਗੱਲਾਂ ਜੀ। ਮੈਂ ਜਿਹੜੀ ਗੱਲ ਕਰਦਾ ਜੀ, ਮੈਂ ਉਹ ਕਿਉਂਕਿ ਮੈਂ ਸਾਇੰਸ ਸਟੂਡੈਂਟ ਹੋਣ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਐਜ਼ ਅ ਸਾਇੰਸ ਦੀ ਜਿਹੜੀ ਅੱਜ ਕੱਲ ਸ਼ਾਇਦ ਮੈਨੂੰ ਹੁਣ ਪਤਾ ਨਹੀਂ, ਤੁਸੀਂ ਸ਼ਾਇਦ ਪੜ੍ਹਦੇ ਹੋ, ਮਤਲਬ ਮੋਸਟਲੀ ਸਾਇੰਸ ਦੀਆਂ ਜਿੰਨੀਆਂ ਵੀਰੇ। ਇੱਕ ਸੈਕਿੰਡ ਪ੍ਰੋਬਲਮ ਪਤਾ ਕੀ ਹੋਈ ਆ? ਹਾਂਜੀ, ਤੁਸੀਂ ਕੀ ਸਮਝਦੇ ਆ, ਤੁਸੀਂ ਕਿੰਨੀ ਸਟੱਡੀ ਕੀਤੀ ਉਹ ਗੱਲ ਸੈਕੰਡਰੀ ਆ। ਪ੍ਰਾਇਮਰੀ ਇਹ ਆ ਵੀ ਤੁਸੀਂ ਰੇਡੀਓ ਤੇ ਆ ਕੇ ਇਹ ਸਵਾਲ ਕਰ ਦਿੱਤਾ ਵੀ ਜੀ ਤੁਸੀਂ ਇਹ ਗੱਲ ਕਹੀ ਸੀ ਵੀ ਗੁਰਬਾਣੀ ਬੰਦੇ ਦੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਆ, ਉਹ ਦੱਸੋ ਕਿੱਦਾਂ ਆ? ਹੁਣ ਤੁਹਾਡੀ ਜਿੱਦਾਂ ਤੁਸੀਂ ਸਮਝੇ, ਜਿੱਦਾਂ ਤੁਸੀਂ ਸਵਾਲ ਕਰ ਦਿੱਤਾ, ਉਹ ਮੰਨ ਲਓ 1000 ਬੰਦਾ 500 ਬੰਦਾ ਪ੍ਰੋਗਰਾਮ ਸੁਣੂਗਾ। ਹਾਂਜੀ ਹਾਂਜੀ। ਹੁਣ ਉੱਥੇ ਸਾਡੇ ਲਈ ਇਹ ਮਹਿਨਾ ਨਹੀਂ ਹੈਗਾ ਵੀ ਤੁਸੀਂ ਕੀ ਆ, ਤਾਂ ਮੈਨੂੰ ਉਹ ਗੱਲ ਪੂਰੀ ਕਰਨੀ ਪੈਣੀ ਆ ਨਾ। ਕਰ ਦੋ ਤੁਸੀਂ ਫਿਨਿਸ਼ ਕਰ ਦਿਓ। ਉਹ ਕਿਉਂਕਿ ਅੱਗੇ ਤੋਂ ਜਦੋਂ ਨਾ ਸਵਾਲ ਲੈ ਕੇ ਆਉਣੇ, ਪਹਿਲਾਂ ਗੱਲ ਪੂਰੀ ਸੁਣ ਕੇ ਉਹਨੇ ਬੇਸ਼ੱਕ ਉਹਦਾ ਕਲਿੱਪ ਕੱਟਿਆ ਕਰੋ। ਠੀਕ ਹੈ। ਕਲਿੱਪ ਕੱਟ ਕੇ ਇੱਥੇ ਆ ਕੇ ਅਗਲੇ ਨੂੰ ਕਹੋ ਜੀ ਵੀ ਆਹ ਮੈਂ ਤੁਹਾਨੂੰ ਭੇਜਣ ਲੱਗਾ, ਇਹਨੂੰ ਸੁਣਾ ਕੇ ਮੈਨੂੰ ਇਹਦੇ ਬਾਰੇ ਦੱਸੋ, ਤਾਂ ਕਿ ਸਾਡੇ ਸ਼ਬਦ ਨਾ ਤੋੜੇ ਮਰੋੜੇ ਜਾਣ। ਹੁਣ ਸਾਡੇ ਗੱਲ ਕੀ ਆ ਅੱਜ ਦੇਖੋ, ਨਾਨਕ ਸਰੀਏ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੋਤਰ 100 ਪਾਠ ਕਰੋ, ਇੰਨੇ ਕਰੋ, ਆਹ ਕਰੋ, ਆਹ ਕਰੋ, ਤੁਹਾਡਾ ਭਲਾ ਹੋਊਗਾ। ਟਕਸਾਲੀ ਕਹਿੰਦੇ ਸੰਪਟ ਪਾਠ ਕਰਨੇ ਨਾ ਹੋਊਗਾ। ਅਖੰਡ ਕੀਰਤਨੀ ਜਥੇ ਕਹਿੰਦੇ ਕੀਰਤਨ ਕਰਨੇ ਨਾ ਹੋਊਗਾ। ਸ੍ਰੀਨਗਰ ਵਾਲੇ ਬਾਕੀ ਉਹ ਸਾਰੇ ਕੀਰਤਨ ਕਰੀ ਜਾਂਦੇ ਆ। ਮਿਸ਼ਨਰੀ ਕਹਿੰਦੇ ਗੁਰਬਾਣੀ ਦੇ ਅਰਥ ਪੜ੍ਹਨੇ ਨਾ ਹੋਊਗਾ। ਹਾਂ ਠੀਕ ਹੈ। ਹਰਾਮ ਖੋਰੀਆਂ ਸਾਰੇ ਹੀ ਕਰੀ ਜਾਂਦੇ ਆ। ਉਹ ਤਾਂ ਤੁਹਾਡੀ ਗੱਲ ਮੈਂ ਅੰਡਰਸਟੈਂਡ ਕਰਦਾ। ਜਿਸ ਕਰਕੇ ਇਹ ਗੱਲ ਹੋਈ ਸੀ ਵੀ ਅੱਜ ਸਾਡੇ ਵਿਕਾਸ ਦੇ ਰਾਹ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੀ ਗੁਰਬਾਣੀ ਆ। ਹਰ ਬੰਦਾ ਗੁਰਬਾਣੀ ਨੂੰ ਆਪਣੀ ਮਰਜ਼ੀ ਨਾਲ ਆਪਣੇ ਅਰਥ ਕਰੀ ਜਾਂਦਾ। ਨਹੀਂ ਉਹੀ ਹੈ ਭਾਈ, ਸਮਝ ਨਹੀਂ ਨਾ ਗੱਲ ਉਹੀ ਆ ਨਾ। ਹੁਣ ਜਿਵੇਂ ਤੁਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕੀਤਾ ਹਨਾ, ਜਿਵੇਂ ਜਾਂ ਜਿੰਨੇ ਵੀ ਤੁਸੀਂ ਆਪਣੇ ਕੌਮ ਦੀ ਗੱਲ ਕਰਦੇ ਹੋ ਹਨਾ, ਪਰ ਹੁਣ ਕਈ ਬੰਦੇ ਇਸ ਤਰ੍ਹਾਂ ਦੇ ਆ, ਜਿਵੇਂ ਹੁਣ ਮੈਂ ਡਿਫਰੈਂਟਲੀ ਸੋਚਦਾ ਗੁਰਬਾਣੀ ਨੂੰ, ਕਿਉਂਕਿ ਮੈਂ ਕੰਪੇਅਰ ਕਰਦਾ ਵੀ ਜਿਵੇਂ ਹੁਣ ਅਰਬਦ ਨਰਬਦ ਧੁੰਦੂਕਾਰ ਵਾਲੀ ਗੱਲ ਆ, ਉਹ ਗੁਰਬਾਣੀ 'ਚ ਜੇ ਹੈਗੀ ਆ ਤਾਂ ਉਹ 100% ਸਹੀ ਆ। ਉਹਦੇ 'ਚ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਪਹਿਲਾਂ ਨਹੀਂ ਸੀਗਾ ਦਿਨ ਰਾਤ, ਕਿਉਂਕਿ ਅਗਰ ਬਿਗ ਬੈਂਗ ਥਿਊਰੀ ਜਿਹੜੀ ਆ ਤੁਸੀਂ ਪੜ੍ਹੀ ਆ ਤਾਂ ਉਹ ਤੋਂ ਬਾਅਦ ਕਿੰਨੇ ਮਿਲੀਅਨ ਸਾਲ ਡੈਂਸ ਫੌਗ ਹੀ ਰਹੀ ਆ। ਹਾਲੇ ਵੀ ਕਈ ਗਲੈਕਸੀਆਂ 'ਚ ਡੈਂਸ ਫੌਗ ਹੀ ਆ। ਸੌਰੀ ਵੀਰੇ, ਅਸੀਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਅਸੀਂ ਮੰਨਦੇ ਹੀ ਨਹੀਂ ਏਦਾਂ ਵੀ ਇਹ ਉਹਨਾਂ ਥਿਊਰੀਆਂ ਨਾਲ ਮੇਲ ਖਾਂਦੀਆਂ ਜਾਂ ਉਹਦੇ ਵਿਰੋਧ ਵਿੱਚ ਆ। ਉਹ ਕਿਸੇ ਨਾ ਕਿਸੇ ਸੰਦਰਭ ਦੇ ਵਿੱਚ ਕਈਆਂ ਗਈਆਂ ਆ। ਸਾਡੇ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਏਦਾਂ ਲੈਂਦੇ ਆ ਵੀ ਸਾਡੇ ਲਈ ਇਹ ਇਸ ਚੀਜ਼ ਦਾ ਪ੍ਰਤੀਕ ਆ ਵੀ ਜਿਹੜਾ ਗਿਆਨ ਆ ਨਾ, ਜਿਹੜਾ ਰੱਬ ਦਾ ਗਿਆਨ ਆ, ਬਹੁਤ ਵਿਸ਼ਾਲ ਆ। ਉਹ ਇਹ ਪ੍ਰਤੀਕ ਵਜੋਂ ਵੀ ਅਸੀਂ ਉਹ ਕੌਮ ਆ ਜਿਹੜੀ ਗਿਆਨ ਨੂੰ, ਸ਼ਬਦ ਨੂੰ ਗੁਰੂ ਮੰਨਦੀ ਆ। ਹਾਂ ਉਹ ਤਾਂ ਸ਼ੋਰ ਆ ਜੀ। ਮਤਲਬ ਗਿਆਨ ਜੇ ਦੇਖੋ ਜੀ, ਹੁਣ ਜਿਹੜਾ ਗਿਆਨ ਗੁਰੂ ਆ, ਆਪਣਾ ਗਿਆਨ ਹੀ ਸਾਰਾ ਕੁਛ ਆ, ਉਹ ਤਾਂ ਫਿਰ ਆਪਾਂ ਉੱਥੇ ਖੜ ਗਏ, ਕਿਉਂਕਿ ਹਿੰਦੂ ਧਰਮ ਵਿੱਚ ਵੀ ਗਿਆਨ ਨੂੰ ਹੀ ਰੱਬ ਮੰਨਦੇ ਆ ਵੀ ਗਿਆਨ ਹੀ ਰੱਬ ਆ ਜੀ। ਕਿਉਂਕਿ ਜੇ ਗਿਆਨ ਹੀ ਰੱਬ ਆ ਤੇ ਸਾਰੇ ਹੀ ਰੱਬ ਆ ਜੀ। ਜੇ ਹੁਣ ਕਿਸੇ ਨੂੰ ਗਿਆਨ ਪ੍ਰਾਪਤ ਹੋ ਗਿਆ, ਇਟ ਮੀਨਸ ਉਹ ਰੱਬ ਬਣ ਗਿਆ ਨਾ। ਉਹ ਜੋ ਨੇਚਰ ਵਿੱਚ ਹੋ ਰਿਹਾ ਉਹ ਨਹੀਂ ਕਰ ਸਕਦਾ। ਇਹਦੇ ਉੱਤੇ ਵੀ ਵੀਰਾ ਲੰਬੀ ਹਾਵੀ ਸਟੇਟਮੈਂਟ ਕੋਈ ਅਸੀਂ ਨਹੀਂ ਇਹ ਗੱਲ ਨਾਲ ਹੈਗੇ ਸਹਿਮਤ। ਹਿੰਦੂ ਧਰਮ ਨਹੀਂ ਕਹਿੰਦਾ ਵਿਗਿਆਨ ਰੱਬ ਆ। ਹਿੰਦੂ ਦੇ ਤਾਂ 33 ਕਰੋੜ ਰੱਬ ਆ। ਕਿਉਂਕਿ ਪੰਡਤ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਟਾਈਮ ਭਾਜੀ, ਮਤਲਬ ਉਹ ਆਪਣੇ ਗਿਆਨ ਹੋ ਗਿਆ ਸੀ। ਜਿਹਨੇ ਵੇਦ ਪੜ੍ਹ ਲਏ ਉਹ ਕਹਿੰਦਾ ਵੀ ਮੈਂ ਹੀ ਸਾਰਾ ਕੁਛ ਹਾਂ ਜੀ। ਵੇਦ ਉਹ ਗਿਆਨ ਪੜ੍ਹਦੇ ਸੀਗੇ ਦੂਜੇ ਨੂੰ ਹਰਾਉਣ ਦੇ ਲਈ, ਗਿਆਨ ਨੂੰ ਰੱਬ ਨਹੀਂ ਸੀ ਮੰਨਦੇ। ਦੇਖੋ ਗੱਲ ਗਿਆਨ ਨੂੰ ਰੱਬ ਮੰਨਣ ਦੀ ਨਹੀਂ। ਗਿਆਨ ਜਿਹੜਾ ਜਦੋਂ ਗੁਰੂ ਸਾਹਿਬ ਦਾ ਸੰਕਲਪ ਆ ਜਿਹੜਾ ਨਾ, ਵੀ ਜਿਹੜਾ ਸ਼ਬਦ ਗੁਰੂ ਦਾ ਆ, ਉਹ ਇਹੀ ਆ ਵੀ ਅਸੀਂ ਦੇਹ ਦੀ ਪੂਜਾ ਨਹੀਂ ਕਰਦੇ। ਜਿੰਨੀ ਤਰ੍ਹਾਂ ਦਾ ਕੁਦਰਤ ਦੇ ਵਿੱਚ ਗਿਆਨ ਹੈਗਾ ਆ ਉਹਨੂੰ ਅਸੀਂ ਐਕਸੈਪਟ ਕਰਦੇ ਆ। ਉਹਦੇ ਨਾਲ ਕੀ ਆ, ਬੰਦੇ ਦੀ ਰੱਬ ਤੱਕ ਰੱਬ ਹੈ ਵੀ, ਰੱਬ ਇੱਥੇ ਹੀ ਤਾਂ ਸਮਾਇਆ ਹੋਇਆ ਹਰ ਚੀਜ਼ ਦੇ ਵਿੱਚ। ਜਿੰਨੀਆਂ ਸੰਭਾਵਨਾਵਾਂ ਰੱਬ ਨੇ ਬਣਾਈਆਂ ਆ ਨਾ, ਜਿੰਨਾ ਕੁਛ ਬਣਾਇਆ ਆ, ਜਿੰਨੇ ਗ੍ਰਹਿ ਆ, ਬੰਦੇ ਦੇ ਅੰਦਰ ਇੰਨੀ ਸੰਭਾਵਨਾ ਆ ਵੀ ਸਾਰੇ ਗ੍ਰਹਿਆਂ ਦੀ ਜਾਣਕਾਰੀ ਲੈ ਲਵੇ। ਸਾਰੇ ਗ੍ਰਹਿਆਂ ਤੱਕ ਪਹੁੰਚ ਸਕਦਾ ਇੱਕ ਦਿਨ। ਹੋ ਸਕਦਾ 20 ਮਿਲੀਅਨ ਟ੍ਰਿਲੀਅਨ ਸਾਲ ਲੱਗ ਜਾਣ। ਸਾਰਾ ਕੁਝ ਜਾਣ ਸਕਦਾ ਉਹ। ਇੱਕ ਗੱਲ ਹੋਰ ਆ ਜੀ, ਮੈਂ ਤੁਸੀਂ
ਜਿਵੇਂ ਹੁਣ ਆਪਾਂ ਗੱਲ ਕਰਦੇ ਨਿਯਮ ਦੀ, ਹਨਾ, ਨਿਯਮਾਂ ਦੀ ਗੱਲ ਵੀ ਮੈਂ ਸੁਣੀ ਸੀਗੀ ਵੀ ਜੋ ਨੇਚਰ ਦੇ ਨਿਯਮ ਆ ਆਪਾਂ ਨੂੰ ਉਹਦੇ ਅਕੋਰਡਿੰਗ ਚੱਲਣਾ ਚਾਹੀਦਾ, ਠੀਕ ਹੈ ਜੀ, ਹੈ ਨਾ ਜੀ। ਹੁਣ ਮੈਂ ਡਿਫਰੈਂਟਲੀ ਸੋਚਦਾ, ਮਤਲਬ ਸਹੀ ਵੀ ਆ ਨਿਯਮ ਤਾਂ ਜਿੰਨੀ ਕੁ ਆਪਣੀ ਦ੍ਰਿਸ਼ਟੀ ਆ ਜੀ, ਆਪਾਂ ਹੁਣ ਇੱਥੇ ਪੈਦਾ ਹੋਏ, ਆਪਣੇ ਮਾਂ ਪਿਓ, ਇਹ ਜਨਰੇਸ਼ਨ ਆ, ਇਹ ਸਿਵਲਾਈਜੇਸ਼ਨ ਚੱਲ ਰਹੀ ਹੈ ਇੱਥੇ, ਇਹਨਾਂ ਨੂੰ ਇਹੀ ਕੁਛ ਜੋ ਆਪਾਂ ਨੂੰ ਦਿਖ ਰਿਹਾ ਵੀ ਦਰਖਤ ਉੱਪਰ ਨੂੰ ਉੱਗਦੇ ਆ, ਪਾਣੀ ਥੱਲੇ ਨੂੰ ਜਾਂਦਾ, ਅੱਗ ਤਾਂ ਨੂੰ ਜਾਂਦੀ ਆ, ਇਹ ਆਪਾਂ ਇਹਨਾਂ ਨੂੰ ਨਿਯਮ ਸਮਝ ਲਿਆ ਵੀ ਰੱਬ ਦੇ ਹੀ ਨਿਯਮ ਆ। ਪਾਣੀ ਉੱਪਰੋਂ ਡਿੱਗਦਾ, ਹੁਣ ਜਿਹੜੇ ਕਈ ਪਲੈਨਟ ਇਸ ਤਰ੍ਹਾਂ ਦੇ ਆ ਜਿਨ੍ਹਾਂ ਉੱਤੇ ਹੀਰਿਆਂ ਦੀ ਵਰਖਾ ਹੁੰਦੀ ਆ, ਹਾਂਜੀ, ਉਹ ਹੁਣ ਨਿਯਮ ਨਹੀਂ ਹੈਗਾ ਜੀ, ਉਹ ਵੀ ਰੱਬ ਦਾ ਨਿਯਮ ਹੀ ਹੈ ਜੀ, ਉਹ ਆਪਾਂ ਮੰਨਣਾ ਨਹੀਂ ਹੈਗਾ। ਏਦਾਂ ਦੀ ਡਿਸਕਸ਼ਨ ਨਹੀਂ ਕਿਤੇ ਵੀ ਹੋਈ ਵੀ ਜਿਹੜੇ ਏਦਾਂ ਇਹ ਗੱਲਾਂ, ਇਹ ਤਾਂ ਸਾਡੀ ਪਹੁੰਚ ਵਿੱਚ, ਆਪਾਂ ਨਿਯਮ ਨੂੰ ਸਿਰਫ ਇੰਨਾ ਹੀ ਸਮਝਦੇ ਆ ਭਾਜੀ ਵੀ ਇਹ ਵੀ ਜੋ ਆਪਾਂ ਨੂੰ ਦੇਖ ਰਿਹਾ ਵੀ ਇਹੀ ਨਿਯਮ ਹੈ। ਬੰਦੇ ਦੀ ਪਹੁੰਚ ਵਿੱਚ ਆਈਆਂ ਆ, ਸਾਡੀ ਬੰਦੇ ਦੀ ਖੋਜ ਇੰਨੀ ਹੋਈ ਵੀ ਪਾਣੀ ਨਿਵਾਣ ਨੂੰ ਜਾਂਦਾ ਆ, ਅੱਗੇ ਜਾ ਕੇ ਕਾਰਨ ਲੱਭ ਸਕਦਾ, ਪਾਣੀ ਉੱਤੇ ਨੂੰ ਵੀ ਜਾ ਸਕਦਾ। ਹੁਣ ਕੈਨੇਡਾ ਦੇ ਵਿੱਚ ਉਹ ਜਗ੍ਹਾ ਐਕਸਫੋਰਡ ਹੈਗੀ ਆ, ਠੀਕ ਹੈ ਜੀ। ਇਹ ਅਸੀਂ ਕਦੇ ਵੀ ਨਹੀਂ ਇਹ ਸਟੇਟਮੈਂਟ ਦਿੱਤੀ ਵੀ ਇਹ ਨਿਯਮ ਆ। ਗੱਲ ਅਸੀਂ ਇਹ ਗੱਲ ਕਹਿੰਦੇ ਆ ਵੀ ਜਿਹੜਾ ਨਿਯਮ ਬਣਿਆ ਨਾ, ਜਿਹੜਾ ਵੀ ਬਣਿਆ ਆ, ਉਹ ਨਿਯਮ ਅਟਾਲਿਆ। ਕੋਈ ਬੰਦਾ ਏਦਾਂ ਨਹੀਂ ਕਰ ਸਕਦਾ ਉਹ ਕਹੇ ਵੀ ਆਹ ਹੈਗਾ ਰੱਬ ਦਾ ਨਿਯਮ, ਹੁਣ ਮੈਂ ਰੱਬ ਨੂੰ ਮਨਾਉਣ ਲੱਗਾ ਆ, ਰੱਬ ਨੂੰ ਮੈਂ ਖੁਸ਼ ਕਰਨ ਲੱਗਾ ਤਾਂ ਮੈਂ ਨਿਯਮ ਬਦਲਵਾ ਲੈਣਾ ਆ। ਉਹ ਤਾਂ ਗਲਤ ਹੈ ਜੀ। ਗੱਲ ਡਿਸਕਸ਼ਨ ਇਹ ਆ ਸਾਡੀ। ਚਲੋ ਖੈਰ ਤੁਸੀਂ ਕਰ ਲਓ, ਮੇਰਾ ਤਾਂ ਆਹੀ ਕੰਸਰਨ ਸੀਗਾ ਵੀ ਏਦਾਂ ਸਟੇਟਮੈਂਟ ਜਿਹੜੀ ਹੈਗੀ ਉਹਦੇ ਉੱਤੇ ਕਰਾਂਗੇ ਅਸੀਂ ਕੱਲ ਨੂੰ ਚੰਗੀ ਤਰ੍ਹਾਂ ਗੱਲ ਕਰਨੀ, ਕੋਈ ਨਹੀਂ, ਹਨਾ। ਓਕੇ, ਹਾਂਜੀ, ਓਕੇ ਭਾਜੀ, ਬਸ ਠੀਕ ਹੈ ਜੀ, ਫਿਰ ਬਸ ਤੁਹਾਡੇ ਨਾਲ ਗੱਲ ਹੋ ਗਈ ਜੀ, ਕੋਈ ਗੱਲ ਨਹੀਂ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਧੰਨਵਾਦ ਤੁਹਾਡੇ ਦੋਹਾਂ ਦਾ, ਹਾਂਜੀ, ਜਿਨ੍ਹਾਂ ਨੇ ਤੁਸੀਂ ਗੱਲਾਂ ਬਾਤਾਂ ਕਰ ਲਈਆਂ। ਤੇ ਬਾਕੀ ਜੇ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਕਰ ਲਓ। ਇਹ ਗੱਲ ਜਿਹੜੀ ਬੜੀ ਕਲੀਅਰ ਆ ਆਪਣੇ ਆਪ ਦੇ ਵਿੱਚ, ਕਿਉਂਕਿ ਜਿਹੜੀ ਗੱਲ ਅਸੀਂ ਨਾ ਪਹਿਲਾਂ ਜਦੋਂ ਭਿੰਦੇ ਭਾਈ ਦਾ ਫੋਨ ਆਇਆ ਸੀ ਆਪਾਂ ਕਰਕੇ ਹਟੇ ਆ, ਹਾਂਜੀ, ਵੀ ਜਿਹੜਾ ਸਮਾਜ ਦੀ ਬਰਾਬਰੀ ਦੇ ਵਿੱਚ ਸਭ ਤੋਂ ਵੱਡਾ ਰੋੜਾ ਉਹ ਧਰਮ ਹੈ। ਜੇ ਧਰਮ ਨਾ ਹੁੰਦਾ ਤਾਂ ਸਮਾਜ ਨੂੰ ਬਿਹਤਰ ਬਣਾਉਣ ਵਾਲੇ ਪਾਸੇ ਬੰਦੇ ਦਾ ਜ਼ੋਰ, ਜਿੰਨਾ ਜ਼ੋਰ ਅੱਜ ਧਰਮ ਕਰਮ ਦੇ ਉੱਤੇ ਲੱਗ ਰਿਹਾ ਹੈ, ਤਰਕ ਸੀ ਬਾਕੀਆਂ ਨੂੰ ਛੱਡੀ, ਅਸੀਂ ਗੁਰਦੁਆਰਿਆਂ ਤੇ ਆਈਏ ਆਪਣੇ ਤੇ, ਜਿੰਨਾ ਪੈਸਾ ਸਾਡਾ ਗੁਰਦੁਆਰਿਆਂ ਤੇ ਲੱਗ ਰਿਹਾ, ਜਿੰਨੀ એનર્ਜੀ ਲੱਗ ਰਹੀ ਹੈ, ਜਿੰਨਾ ਜ਼ੋਰ ਸਾਡਾ ਲੱਗ ਰਿਹਾ ਅੱਜ, ਜੇ ਉਹ ਨਾ ਹੁਣ ਸਪੋਜ਼ ਕਰੋ, ਫਿਰ ਬੰਦਾ ਸੋਚੂਗਾ ਮੈਂ ਕੁਛ ਨਾ ਕੁਛ ਚੰਗਾ ਕਰਨਾ ਚਾਹੁੰਦਾ ਆਪਣੇ ਆਪ ਦੇ ਵਿੱਚ। ਜਦੋਂ ਬੰਦਾ ਚੰਗਾ ਕਰਨਾ ਚਾਹੂਗਾ, ਸੋਚੂਗਾ ਚੰਗਾ ਕਰਨ ਬਾਰੇ, ਤਾਂ ਫਿਰ ਕੀ ਕਰੂਗਾ ਉਹ? ਫਿਰ ਉਹ ਦੇਖੂਗਾ ਵੀ ਚੰਗਾ ਕਿੱਦਾਂ ਕੀਤਾ ਜਾ ਸਕਦਾ। ਚੰਗਾ ਕਰਨਾ ਕਿਹਦੇ ਵਾਸਤੇ? ਕੁੱਤੇ ਵਾਸਤੇ ਕਰਨਾ, ਗਧੇ ਵਾਸਤੇ ਕਰਨਾ, ਬੰਦੇ ਵਾਸਤੇ ਹੀ ਕਰਨਾ ਹੈ ਨਾ, ਆਪਣੇ ਸਮਾਜ ਵਾਸਤੇ ਕਰਨਾ ਸਾਰਿਆਂ ਨੇ, ਕਿਉਂਕਿ ਇਹ ਕੁਦਰਤ ਨੇ ਆਪਣੇ ਵਿੱਚ ਜਿਹੜੀ ਭਰ ਕੇ ਭੇਜਿਆ ਬੰਦੇ ਦਾ ਬੰਦੇ ਨਾਲ ਮੋਹ ਹੈ, ਬੰਦੇ ਦਾ ਸਮਾਜਿਕ ਪ੍ਰਾਣੀ ਹੈ, ਸਮਾਜ ਦੇ ਵਿੱਚ ਬੰਦਾ ਰਹਿੰਦਾ ਹੈ ਤੇ ਸਮਾਜ ਨੂੰ ਸੋਹਣਾ ਬਣਾਉਣਾ ਹਰੇਕ ਬੰਦਾ ਲੋਚਦਾ। ਕੋਈ ਉਹਦੇ ਚ ਇਨਪੁਟ ਪਾ ਸਕੇ ਨਾ ਪਾ ਸਕੇ ਉਹ ਵੱਖਰੀ ਗੱਲ ਹੈ। ਜਦੋਂ ਬੰਦਿਆਂ ਕੋਲੇ ਆਪਸ਼ਨ ਹੋਊਗੀ ਇਹ ਗੱਲ ਦੀ ਕਰਨ ਦੇ ਲਈ, ਬੰਦੇ ਕਿਉਂ ਨਾ ਕਰਨਗੇ? ਅੱਜ ਸਿਰਫ ਤੇ ਸਿਰਫ ਇਹ ਜਿਹੜੀ એનર્ਜੀ ਹੁੰਦੀ ਹੈ ਉੱਥੇ ਡਰੇਨ ਕਰ ਆਉਂਦੇ ਆ ਆਪਣੀ, ਕੋਈ ਮੰਦਿਰ ਚ ਕੋਈ ਗੁਰਦੁਆਰੇ ਦੇ ਵਿੱਚ ਜਾ ਕੇ। ਇਹੀ ਜਿਹੜੀ ਚੀਜ਼ ਹੈ ਨਾ, ਜਿਹੜਾ ਸਾਡੇ ਵਿਕਾਸ ਦੇ ਵਿੱਚ, ਜਦੋਂ ਹੁਣ ਗੁਰਬਾਣੀ ਨੂੰ ਵੀ ਇਦਾਂ ਲੈ ਲੈਂਦੇ ਹਾਂ, ਜਿਹੜੀ ਭਾਜੀ ਨੇ ਕਰਤੀ ਗੱਲ ਕਲੀਅਰ, ਵੀ ਜਦੋਂ ਹੁਣ ਗੁਰਬਾਣੀ ਨੂੰ ਵੀ ਇਸ ਐਂਗਲ ਦੇ ਨਾਲ ਹਰੇਕ ਬੰਦਾ ਆਪਣੇ ਮਤਲਬ ਦੇ ਲਈ ਵਰਤਣ ਲੱਗਿਆ, ਉਹਨੂੰ ਉਹਦੇ ਅਰਥ ਆਪਣੇ ਮਤਲਬ ਨਾਲ ਕਰਕੇ ਉਹਨੂੰ ਸੁਪਰੀਮ, ਉਹ ਕਹਿੰਦੇ 33 ਕਰੋੜ ਦੇਵੀ ਦੇਵਤੇ ਆ, ਸਾਡੇ ਵਾਲੇ ਕਹਿੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਹੈ, ਵੀ ਉਹ ਕਹਿੰਦੇ ਉੱਥੋਂ ਮਿਲਦਾ, ਉਹ ਕਹਿੰਦੇ ਨਹੀਂ ਇੱਥੋਂ ਮਿਲਦਾ। ਇਹ ਆਪਣੇ ਆਪ ਦੇ ਵਿੱਚ ਸਟੇਟਮੈਂਟਾਂ ਦੋਨੇ ਗਲਤ ਹੈ। ਜਿੰਨਾ ਚਿਕਰ ਅਸੀਂ ਇਸ ਚੀਜ਼ ਨੂੰ ਨਹੀਂ ਸਮਝਾਂਗੇ ਉਹਨਾਂ ਚਿਕਰ ਸਾਡਾ ਵਿਕਾਸ ਨਹੀਂ ਹੋ ਸਕਦਾਗਾ। ਇਸ ਕਰਕੇ ਅੱਜ ਜਿੰਨੀਆਂ ਗੱਲਾਂ ਅਸੀਂ ਕਰਦੇ ਹਾਂ, ਜਿਹੜੀਆਂ ਖਾਸ ਤੌਰ ਤੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਰੇਡੀਓ ਤੋਂ, ਉਹਦੇ ਸਭ ਤੋਂ ਜ਼ਿਆਦਾ ਡਰ ਲੋਕਾਂ ਨੂੰ ਪਤਾ ਕੀ ਲੱਗ ਰਿਹਾ? ਅੱਛਾ ਫਿਰ ਗੁਰੂ ਗ੍ਰੰਥ ਸਾਹਿਬ ਦਾ ਕੀ ਬਣੂਗਾ? ਇਹ ਆਪਣੇ ਆਪ ਦੇ ਵਿੱਚ ਡਰ ਪੈਣਾ ਸ਼ੁਰੂ ਹੋ ਗਿਆ। ਮੱਥਾ ਕਿੱਥੇ ਟੇਕਾਂਗੇ? ਕਿਉਂਕਿ ਮੱਥਾ ਟੇਕਣਾ ਅਗਲੇ ਨੂੰ ਲੱਗਦਾ ਮੱਥਾ ਟੇਕਣਾ ਜ਼ਰੂਰੀ ਹੈ, ਵੀ ਜੇ ਗੁਰੂ ਗ੍ਰੰਥ ਸਾਹਿਬ ਫਿਰ ਦੱਸੋ ਕਿਹਨੂੰ ਟੇਕੀਏ? ਗਿਆਨ ਦਾ ਮੱਥਾ ਨਹੀਂ ਟੇਕਿਆ ਜਾ ਸਕਦਾ ਗਾ। ਤਾਂ ਕਰਕੇ ਬੰਦੇ ਆਪਣੇ ਆਪ ਦੇ ਵਿੱਚ ਇਸੇ ਕਰਕੇ ਵਿਕਾਸ ਜਿਹੜਾ ਨਾ ਉਹਨਾਂ ਦਾ ਹੋ ਨਹੀਂ ਰਿਹਾ ਗਾ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੇ ਕਰਮ ਕਾਂਡ ਅਸੀਂ ਜੋੜ ਦਿੱਤੇ ਆ ਨਾ, ਉਹ ਵਿਕਾਸ ਨਹੀਂ ਹੋਣ ਦੇ ਰਹੇ ਬੰਦੇ। ਉਹ ਸਭ ਤੋਂ ਵੱਡੀ ਰੁਕਾਵਟ ਆ ਬੰਦੇ ਦੇ ਵਿਕਾਸ ਦੇ ਵਿੱਚ। 0108 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ, ਪ੍ਰੀਤ ਬੋਲਦਾ ਜੀ ਕੈਲੀਫੋਰਨੀਆ ਤੋਂ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਮੁਬਾਰਕਾਂ ਭਾਜੀ 5 ਸਾਲ ਦੀਆਂ। ਧੰਨਵਾਦ ਜੀ, ਧੰਨਵਾਦ ਤੁਹਾਨੂੰ ਸਾਰਿਆਂ ਨੂੰ, ਟੀਮ ਨੂੰ। ਤੇ ਭਾਜੀ ਜਿੱਦਾਂ ਆਪਣੀਆਂ ਗੱਲ ਚੱਲਦੀ ਆ, ਆਪਣੇ ਪਹਿਲਾਂ ਮੇਰਾ ਭਿੰਦੇ ਭਾਜੀ ਵੀ ਕਰਕੇ ਗਏ ਆ, ਉਹ ਜਿਹੜਾ ਗੇਆਂ ਵਾਲਾ ਜਾਂ ਲੈਸਬੀਅਨ ਵਾਲੀ ਜਿਹੜੀ ਗੱਲ ਕੀਤੀ ਆ, ਸਮਾਜ ਸਾਡਾ ਐਕਸੈਪਟ ਨਹੀਂ ਕਰਦਾ ਭਾਜੀ। ਇਹ ਤਾਂ ਚਲੋ ਗੇ ਆ, ਲੈਸਬੀਅਨ ਆ, ਬੰਦਾ ਜੇ ਜਨਾਨੀ ਆ ਨਾ, ਮਤਲਬ ਜਨਾਨੀ ਬੰਦਾ ਸਾਡੇ ਸਮਾਜ ਚ ਕਈ ਚੀਜ਼ਾਂ ਉਹਨਾਂ ਨੂੰ ਵੀ ਐਕਸੈਪਟ ਕਰਦੇ। ਹੁਣ ਕਈ ਵਾਰੀ ਜੇ ਰੰਗ ਕਾਲਾ ਨਾ, ਇੱਕ ਦਾ ਗੋਰਾ ਆ,
ਦੇਖੋ ਕਿੱਦਾਂ ਗੱਲਾਂ ਕਰਦੇ ਆ ਨਾ ਯਾ ਉਹ ਤੇਰਾ ਤਾਂ ਘਰ ਵਾਲਾ ਤਵੇ ਵਰਗਾ ਆ, ਕੁੜੀ ਕਿੰਨੀ ਸੁਰੱਖੀ ਆ, ਗੱਲਾਂ ਕਹਿਣ ਦਾ ਮਤਲਬ ਨਾ। ਇੱਕ ਬੰਦਾ ਲੰਮਾ ਆ, ਜਨਾਨੀ ਛੋਟੀ ਆ, ਉਹਦੇ ਵਿੱਚ ਵੀ ਆਪਾਂ ਪਿੱਛੇ ਪਿੱਛੇ ਗੱਲਾਂ ਕਰਦੇ ਆ, ਆਹ ਕਿਹੜੀ ਜੋੜੀ ਬਣ ਗਈ ਹੈ ਨਾ, ਕਹਿਣ ਦਾ ਮਤਲਬ। ਪਰ ਇਹਨਾਂ ਮੁਲਕਾਂ 'ਚ ਦੇਖ ਲਓ ਬਈ ਕਈ ਵਾਰੀ ਗੋਰੀਆਂ ਨੇ ਕਾਲਿਆਂ ਨਾਲ ਵਿਆਹ ਕਰਾਏ ਹੁੰਦੇ ਆ, ਕਾਲੀਆਂ ਨੇ ਗੋਰਿਆਂ ਦੇ ਨਿਆਣੇ ਐਕਸੈਪਟ ਕੀਤੇ ਹੁੰਦੇ ਆ ਇਨਸਾਨੀਅਤ ਦੇ ਤੌਰ ਤੇ, ਨਹੀਂ ਉਹ ਚੀਜ਼ਾਂ ਤੋਂ ਉੱਪਰ ਉੱਠ ਚੁੱਕੇ ਆ ਬੰਦੇ। ਸਾਡੀ ਸਮਝ ਸਾਡੀ ਉੱਥੇ ਤੁਰੀ ਫਿਰਦੀ ਆ ਲੈ, ਅਸੀਂ ਦੇਖ ਕੇ ਚਾਹੇ ਮੇਰਾ ਤਾਂ ਕੋਈ ਵਾਹ ਵਾਸਤਾ ਵੀ ਨਹੀਂ, ਨਾ ਮੇਰਾ ਕੋਈ ਧੀ ਆ, ਨਾ ਮੇਰਾ ਪੁੱਤ ਲੱਗਦਾ, ਫੇਰ ਵੀ ਸਟੇਟਮੈਂਟ ਦੇ ਦਿੰਦੀ ਆ ਦੇਖ ਲੈ ਕਿੱਦਾਂ, ਮਤਲਬ ਲੱਗਦੀ ਨੀ ਜੋੜੀ ਬਣਦੀ ਨੀ ਉੱਦਾਂ ਹੀ, ਕਹਿਣ ਦਾ ਮਤਲਬ। ਤਕਰੀਬਨ 500 ਸਾਲ ਪਿੱਛੇ ਆ ਅਸੀਂ ਇਹਨਾਂ ਤੋਂ ਹਜੇ। ਹਾਂਜੀ ਭਾਜੀ। ਤੇ ਭਾਜੀ ਆ ਜਿਹੜੀ ਇੱਕ ਗੱਲ ਆ ਨਿਯਮ ਦੀ ਚੱਲਦੀ ਸੀ ਭਾਜੀ ਉਹ ਨੀ ਕਰਦੇ, ਮੇਰੀ ਵੀ ਮਰਜ਼ੀ ਦਿਮਾਗ ਨਿਯਮ ਟਾਲਿਆ ਭਾਜੀ। ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਣ ਆਪਣਾ ਜਿਹੜਾ ਕੈਲੰਡਰ ਦਾ ਵੀ ਰੌਲਾ ਸੀਗਾ ਨਾਨਕਸ਼ਾਹੀ ਦਾ, ਜਿੱਦਾਂ ਵੀ ਇਹ ਰੁੱਤਾਂ ਦੇ ਹਿਸਾਬ ਨਾਲ ਆ ਨਾ, ਜਿਹੜੇ ਸੰਗਰਾਂਦ ਦੇ ਹੁਕਮਨਾਮੇ ਆਉਂਦੇ। ਹੁਣ ਉਹ ਦੇਖੋ ਉੱਥੇ ਪੰਜਾਬ 'ਚ ਰੁੱਤਾਂ ਦੇ ਹਿਸਾਬ ਨਾਲ ਆਉਂਦੇ, ਆਸਟ੍ਰੇਲੀਆ ਤੁਹਾਡੇ ਨਿਊਜ਼ੀਲੈਂਡ ਉਲਟਿਆ ਕੰਮ ਆ ਨਾ, ਉਹ ਆਪਣਾ ਨਿਯਮ ਆ ਪੂਰਾ। ਹਾਂ ਅਸੀਂ ਹੁਣ ਉੱਥੇ ਗੁਰਬਾਣੀ ਨੂੰ ਵੀ ਆਪਾਂ ਮਤਲਬ ਕਿਸ ਹਿਸਾਬ ਨਾਲ ਆਪਾਂ ਦੇਖਾਂਗੇ ਨਾ, ਰੱਬ ਦਾ ਨਿਯਮ ਆ ਉਹ। ਉਸ ਧਰਤੀ ਤੇ ਜਦੋਂ ਉਹ ਮਤਲਬ ਸਾਡੇ ਉਦੋਂ ਠੰਡ ਆ, ਉੱਧਰ ਗਰਮੀ ਹੁੰਦੀ ਆ, ਉਹਨਾਂ ਨੇ ਗਰਮੀ ਦੇ ਹਿਸਾਬ ਨਾਲ ਹੁਕਮਨਾਮੇ ਉੱਧਰ ਲਿਖੇ ਹੋਆ, ਜੇਠ ਹਾੜ ਦੇ ਰਾਈਟ ਜਾਂ ਕਿੱਦਾਂ ਇੱਧਰ ਵਿਸਾਖੀ ਦੇ ਇੱਧਰ ਹੋਰ ਹਿਸਾਬ ਆ। ਪਰ ਇੱਧਰ ਵੀ ਗੁਰੂ ਗ੍ਰੰਥ ਸਾਹਿਬ ਦਾ ਪੜ੍ਹਦੇ, ਇੱਧਰ ਆਪਾਂ ਹੁਕਮਨਾਮਾ ਦੂਜਾ ਪੜ੍ਹਦੇ ਹੁੰਦੇ ਆ ਨਾ, ਇਹ ਨਿਯਮ ਨੂੰ ਮੰਨਣਾ। ਉਹ ਤਾਂ ਐਗਜ਼ਾਮਪਲ ਹੈ ਜੀ, ਕੋਈ ਬੰਦਾ ਜਿਹੜਾ ਬੰਦਾ ਐਗਜ਼ਾਮਪਲ ਨੂੰ ਫੜਦਾ ਹੈ ਨਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮੂਰਖ ਆ ਉਹ ਬੰਦਾ। ਇਹ ਸਿਰਫ ਤੇ ਸਿਰਫ ਐਗਜ਼ਾਮਪਲ ਹੈ। ਕੁੱਤੇ, ਬਿੱਲੀ, ਕਿਸਾਨ, ਜਲਾਹੇ ਦੀਆਂ ਜਿਹੜੀਆਂ ਜਿਹੜੇ ਕਾਮੇ ਸੀ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ, ਉੱਥੇ ਰੁੱਤਾਂ ਦੀਆਂ ਉਦਾਹਰਨਾਂ ਦਿੱਤੀਆਂ ਉੱਥੇ ਗੁਰੂ ਸਾਹਿਬ ਨੇ, ਜਿਹੜੀਆਂ ਆਪਣੀ ਗੱਲ ਨੂੰ ਸਮਝਾਉਣ ਵਾਸਤੇ। ਹਰੇਕ ਬੰਦਾ ਜਦੋਂ ਅਸੀਂ ਵੀ ਗੱਲ ਕਰ ਰਹੇ ਹਾਂ ਆਪਣੀ ਗੱਲ ਨੂੰ ਸਮਝਾਉਣ ਵਾਸਤੇ ਜਿਹੜੇ ਮੁਲਕਾਂ 'ਚ ਅਸੀਂ ਰਹਿੰਦੇ ਹਾਂ ਇਹੋ ਜਿਹੀਆਂ ਉਦਾਹਰਨਾਂ ਦੇਈਆਂ ਜਿਹੜੀਆਂ ਸਾਡੇ ਆਲੇ ਦੁਆਲੇ ਵਾਪਰਦੀਆਂ। ਉਹ ਉਦਾਹਰਨ ਹੈ ਸਿਰਫ, ਉਹ ਆਪਣੇ ਆਪ ਦੇ ਵਿੱਚ। ਤਾਂ ਹੀ ਤਾਂ ਸਾਡੇ ਬੰਦੇ ਜਦੋਂ ਕਹਿੰਦੇ ਆ ਵੀ ਜਿਹੜੀ ਫਲਾਨੀ ਗੱਲ ਹੈਗੀ ਆ ਸਾਇੰਸ ਦੇ ਫਲਾਨੇ ਫਾਰਮੂਲੇ ਨਾਲ ਰਲ ਗਈ, ਨਹੀਂ ਕਿਸੇ ਫਾਰਮੂਲੇ ਨਾਲ ਨਹੀਂ ਰਲਦੀ ਗੀ ਕੋਈ ਵੀ ਗੱਲ ਜਿਹੜੀ ਹੈ। ਗੁਰਬਾਣੀ ਸਾਇੰਸ ਨਹੀਂ ਗੀ। ਜਦੋਂ ਇਹ ਬੰਦੇ ਦੇ ਮਨ ਦੇ ਵਿੱਚੋਂ ਵਹਿਮ ਨਾ ਨਿਕਲਿਆ ਜਿੰਨਾ ਚਿਰ ਉਹਨਾਂ ਚਿਰ ਏਦਾਂ ਹੀ ਜਿਹੜਾ ਲੱਖ ਆਗਾਸਾਂ ਆਗਾਸ, ਲੱਖ ਪਤਾਲਾਂ ਪਤਾਲ ਦੇ ਸ਼ਬਦਾਂ ਦੇ ਅਰਥ ਸਾਡੇ ਬੰਦਿਆਂ ਨੇ ਇਹੀ ਕਰਨੇ। ਸਾਇੰਸ ਨੂੰ ਅੱਜ ਪਤਾ ਲੱਗਿਆ, ਸਾਡੇ ਗੁਰੂ ਸਾਹਿਬ ਨੂੰ 500 ਸਾਲ ਪਹਿਲਾਂ ਪਤਾ ਸੀ। ਨਹੀਂ, ਉਹ ਏਦਾਂ ਨਹੀਂ ਗਾ, ਸਾਰੀਆਂ ਦੀਆਂ ਸਾਰੀਆਂ ਉਦਾਹਰਨਾਂ ਉਹ, ਜਿੱਦਾਂ ਰੁੱਤਾਂ ਦੀਆਂ, ਥਿੱਤਾਂ ਦੀਆਂ, ਵਾਰਾਂ ਦੀਆਂ, ਕੁੱਤਿਆਂ ਦੀਆਂ, ਬਿੱਲੀਆਂ ਦੀਆਂ, ਗਧਿਆਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ, ਉਦਾਂ ਹੀ ਇਹ ਸਾਰੀਆਂ ਉਦਾਹਰਨਾਂ ਆਪਣੀ ਗੱਲ ਨੂੰ ਸਮਾਜ ਨੂੰ ਸਮਝਾਉਣ ਵਾਸਤੇ ਗੱਲਾਂ ਕੀਤੀਆਂ। ਬਾਕੀ ਇਹਦੇ ਵਿੱਚ ਜੇ ਕੋਈ ਬੰਦਾ ਸਾਇੰਸ ਠੁੱਸਣੀ ਚਾਹਵੇ ਉਹਦੇ ਆਪਣੀ ਬੇਵਕੂਫੀ ਹੋ ਸਕਦੀ ਆ। ਉਹ ਤਾਂ ਭਾਜੀ ਕੈਸ਼ ਕਰਦੇ ਆ ਇਹਦਾ ਨਾਲ ਰਲਾ ਕੇ ਨਾ ਉਸ ਚੀਜ਼ ਨੂੰ ਗਾਂ, ਜਿੱਦਾਂ ਹੁਣ ਆਪਾਂ ਕਿ ਪੌਡਾ ਲਾ ਕੇ ਹੋਰ ਪੌਡਾ ਲਾ ਦਈਏ ਗਾਂ, ਉਹ ਇਹ ਚੀਜ਼ ਨੂੰ ਏਦਾਂ ਕਰਦੇ ਆ ਇਹ। ਦੂਜਾ ਭਾਜੀ ਹੁਣ ਇੱਕ ਹੋਰ ਆਪਣੇ ਮੀਡੀਆ ਤੇ ਵੀ ਬਹੁਤ ਜਲਦੀ ਖਬਰ, ਬਹੁਤ ਲੋਕ ਉੱਤੇ ਵਾਹਿਗੁਰੂ ਵੀ ਲਿਖਦੇ ਰਹਿੰਦੇ ਆ ਏਦਾਂ। ਉਹ ਨਾਸਾ ਦੇ ਵਿੱਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਪਿਆ ਉੱਪਰਲੀ ਮੰਜ਼ਲ ਤੇ, ਦੱਸੋ ਜੀ ਉਹ ਕਿੰਨੀ ਗਾਪਿਆ, ਜਾਨੀ ਕਿ ਸ਼ਰੇਆਮ ਗਾਪਿਆ ਉਹ ਕੋਰਾ ਝੂਠ ਆ। ਗ੍ਰੰਥਾਂ ਤੋਂ ਉੱਪਰ ਉਹ ਰੱਖਿਆ ਆ ਵੀ ਨਾਸਾ ਦੇ ਵਿੱਚ। ਨਾਸਾ ਵਾਲੇ ਜਿਹੜਾ ਮਰਜ਼ੀ ਪੁੱਛ ਲਓ ਭਾਜੀ, ਗੂਗਲ ਤੇ ਸਰਚ ਕਰਕੇ ਨੰਬਰ ਕਰਕੇ ਵੀ ਬੰਦਿਆਂ ਨੇ ਕਾਲ ਵੀ ਕੀਤੀ, ਪਤਾ ਵੀ ਕੀਤਾ, ਕੁਛ ਨਹੀਂ ਹੈਗਾ, ਕੋਈ ਏਦਾਂ ਦੀ ਚੀਜ਼ ਹੈ ਨਹੀਂ ਉੱਥੇ। ਨਹੀਂ ਉਹ ਤਾਂ ਸਾਡੇ ਬੰਦੇ ਇਨਫੀਰੀਟੀ ਆ, ਸਾਡੇ ਬੰਦਿਆਂ ਨੂੰ ਇਹਨੂੰ ਇਨਫੀਰੀਟੀ ਕਹਿੰਦੇ ਆ, ਇਹਨੂੰ ਸ਼ਰਮਿੰਦਗੀ ਕਹਿੰਦੇ ਆ। ਬੰਦਿਆਂ ਨੂੰ ਏਦਾਂ ਲੱਗਦਾ ਵੀ ਅਸੀਂ ਤਾਂ ਕਹਿੰਦੇ ਆ ਵੀ ਕੁੱਲ ਜਹਾਨ ਦਾ ਵਾਲੀ ਆ ਇਹ, ਤੇ ਨਾਸਾ ਵਾਲੇ ਜੇ ਨਾ ਰੱਖਿਆ ਤਾਂ ਉੱਥੇ ਫਿਰ ਕੁੱਲ ਜਹਾਨ ਦਾ ਵਾਲੀ ਕਿੱਦਾਂ ਬਣਾਂਗਾ। ਤਾਂ ਕਰਕੇ ਗੱਪ ਜੋੜੀ ਗਈ ਆ ਨਾਲ। ਇਹ ਆਪਣੇ ਆਪ ਦੀ ਜਿਹੜੀ ਕਮਜ਼ੋਰੀ ਹੁੰਦੀ ਆ ਨਾ, ਜਿਹੜੇ ਜਿਸ ਬੰਦੇ ਜੋ ਕਮਜ਼ੋਰੀ ਹੋਵੇ, ਜਿਸ ਚੀਜ਼ ਦੀ ਇਨਫੀਰੀਟੀ ਹੋਵੇ, ਜਿਸ ਬੰਦੇ ਨੂੰ ਮਤਲਬ ਜਿਸ ਚੀਜ਼ ਦੀ ਨਮੋਸ਼ੀ ਹੋਵੇ, ਬੰਦਾ ਉਸ ਚੀਜ਼ ਤੇ ਜ਼ਿਆਦਾ ਬੋਲੂਗਾ। ਤੁਸੀਂ ਕਦੇ ਵੀ ਦੇਖ ਲਿਓ। ਪਰ ਭਾਈ ਚੱਕਰ ਇਹ ਵੀ ਹੈ ਨਾ, ਜਿਹੜੇ ਬੰਦੇ ਗੁਰਬਾਣੀ ਇੰਨੀ ਪੜ੍ਹਦੇ ਆ, ਕਹਿੰਦੇ ਸਾਨੂੰ ਸੋਝੀ ਆ ਗਈ ਆ, ਉਹਨਾਂ ਦਾ ਦਿਮਾਗ ਵੀ ਤਾਂ ਕੰਮ ਕਰਨਾ ਚਾਹੀਦਾ, ਉਹਦੇ ਚੱਲ ਪੈਣਾ ਚਾਹੀਦਾ ਭਾਜੀ। ਨਹੀਂ ਏਦਾਂ ਨਹੀਂ ਨਾ, ਗੁਰਬਾਣੀ ਪੜ੍ਹਨ ਦੇ ਨਾਲ ਦਿਮਾਗ ਦਾ ਨਹੀਂ ਨਾ ਚੱਲਣਾ, ਕੁਛ ਵੀ ਲੈਣਾ ਦੇਣਾ। ਰੋਲਾ ਤਾਂ ਹਾਈ ਹੈ, ਇਸ ਸਿਸਟਮ ਤੇ ਕਹੀ ਜਾਂਦੇ ਆ ਅਸੀਂ। ਹਾਂ ਠੀਕ ਹੈ ਜੀ, ਧੰਨਵਾਦ ਤੁਹਾਡਾ। ਜਿਹੜੇ ਜ਼ਿਆਦਾ ਪੜ੍ਹਦੇ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਭਾਜੀ। ਧੰਨਵਾਦ ਜੀ, ਧੰਨਵਾਦ ਤੁਹਾਡੀ ਗੱਲ ਸਾਡੇ ਨੇ ਸਰੋਤੇ ਹੋਰਾਂ ਦੀ ਸੁਣ ਲਈ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰੂ ਫਤਿਹ ਜੀ। ਦਵਿੰਦਰ ਗਿੱਲ ਬੋਲਦਾ ਜੀ ਮੈਲਬਨ ਤੋਂ। ਹਾਂਜੀ ਵੀਰ ਜੀ, ਵਧਾਈਆਂ ਜੀ ਬਹੁਤ ਬਹੁਤ ਪਹਿਲਾਂ ਤਾਂ। ਹਾਂਜੀ ਤੁਹਾਨੂੰ ਵੀ। ਮੈਂ ਤਾਂ ਬਸ ਇੱਕੋ ਗੱਲ ਕਰਨੀ ਸੀ ਵੀ ਉਹ 14 ਚ ਇੱਕ ਹੋਰ ਵੀ ਹੋਇਆ ਸੀ ਕੰਮ ਉਹ ਇੰਡੀਆਨਾ ਵਾਲੀ ਕਾਨਫਰੰਸ, ਉਹ ਸ਼ਾਇਦ ਹਾਂਜੀ ਉਹ ਮੈਂ ਕਿਹਾ ਉਹ ਵੀ ਐਡ ਕਰ ਦਈਏ ਵਿੱਚ। ਹਾਂਜੀ ਘਟਨਾਵਾਂ ਵਿੱਚ ਹੋਰ ਕਾਫੀ ਹੋਈਆਂ, ਪਰ ਏਦਾਂ ਹੁਣ ਜਿੰਨੀਆਂ ਕੁ ਚੇਤੇ ਆਈਆਂ ਉਦੋਂ ਕਰ ਲਈਆਂ ਗੱਲ ਦੇ ਵਿੱਚ। ਧੁੰਦਾ ਵੀ ਔਨ 에ਅਰ ਆਇਆ ਸੀ ਉਦੋਂ, ਪ੍ਰੋਗਰਾਮ ਹੋਇਆ ਸੀ ਨਾ ਸਪੈਸ਼ਲ। ਹਾਂਜੀ ਤੇ ਉੱਥੋਂ ਲੇਡੀਜ਼ ਵੀ ਕਿਲੋ ਦੀਆਂ ਗਾਲਾਂ ਕੱਢਦੀਆਂ ਸੀ। ਜੇ ਧੁੰਦਾ ਸੁਣਦਾ ਹੋਵੇ ਤਾਂ ਹੁਣ ਉਹ ਲਾਹਣ ਤਾਂ ਅੱਜ ਵੀ, ਹੁਣ ਜਦੋਂ ਲੋਕੀ ਪੁੱਛਦੇ ਨੇ ਤੇ ਹੁਣ ਕਹਿੰਦਾ ਵੀ ਕੌਣ ਹਰਨੇਕ।
ਲੇਡੀਜ਼ ਵੀ ਗਾਲਾਂ ਕੱਢਦੀਆਂ ਸੀ ਫੋਨ ਕਰ ਉੱਥੋਂ। ਬਿਲਕੁਲ। ਹਾਂਜੀ ਚਲੋ ਟਾਈਮ ਹੋ ਗਿਆ ਤੁਹਾਡਾ ਫਿਰ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ 2014 ਚ ਉਹ ਵੀ ਇੰਸੀਡੈਂਟ ਜਿਹੜਾ ਹੋਇਆ ਸੀਗਾ, ਨਿੱਕੇ ਨਿੱਕੇ ਇੰਸੀਡੈਂਟ ਵਿੱਚ ਜਿਹੜੇ ਹੋਰ ਬਤੌਰ, ਕਿਉਂਕਿ ਪਹਿਲਾਂ ਤਾਂ ਮੈਂ ਪ੍ਰੋਗਰਾਮ ਤੇ ਹਜੇ ਆਉਣ ਦੀ ਮੇਰੀ ਏਦਾਂ ਨਹੀਂ ਸੀ, ਸ਼ੋਰ ਨਹੀਂ ਸੀਗਾ, ਨਾ ਹੀ ਕੋਈ ਏਦਾਂ ਤਿਆਰੀ ਸੀ ਵੀ ਕੀ ਬੋਲਣਾ ਇੱਥੇ। ਉਹ ਤਾਂ ਚਲਦੀ ਗੱਲ ਦੇ ਵਿੱਚ ਏਦਾਂ ਤੁਰਪੀ ਗੱਲ, ਤਾਂ ਕਰਕੇ ਨਹੀਂ ਤਾਂ ਬੰਦਾ ਦਾ ਸਾਨੂੰ ਚੇਤੇ ਕਰਕੇ ਆ ਜਾਂਦਾ ਜਿਵੇਂ ਜੇ ਮੈਨੂੰ ਪਤਾ ਹੁੰਦਾ ਏਦਾਂ ਕਰਨੀ ਹੈ ਤਾਂ। ਤੇ ਘਟਨਾਵਾਂ ਤਾਂ ਜਿਹੜੀਆਂ ਵਾਪਰੀਆਂ ਬਹੁਤ, ਪਰ ਘਟਨਾਵਾਂ ਦੀ ਗੱਲ ਇਹ ਹੈਗੀ ਹੈ ਵੀ ਜਿੱਦਾਂ ਸ਼ੁਰੂ ਹੋਇਆ ਸੀ ਤੇ ਕਿੱਥੇ ਪਹੁੰਚੇ ਆ, ਇਹਦੇ ਵਿੱਚ ਕੀ ਪਰਪਸ ਸੀ ਸੀਗਾ ਸਾਡਾ, ਤੇ ਕਿੱਦਾਂ ਜਿਹੜੀ ਗੱਲ ਜਿਹੜੀ ਅੱਜ ਇੱਥੋਂ ਤੱਕ ਪਹੁੰਚੀ ਆ। ਜਿਹੜੀਆਂ ਵਿਚਾਰਾਂ ਹੈਗੀਆਂ ਅੱਜ ਜਿਹੜੀਆਂ ਖੁੱਲ ਕੇ ਹੋਣੀਆਂ ਚਾਹੀਦੀਆਂ, ਰਿਸਕੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ। ਗਾਲਾਂ ਪੈਂਦੀਆਂ, ਰੱਜ ਕੇ ਪੈਂਦੀਆਂ ਇਸ ਗੱਲ ਦੇ ਲਈ। ਉਹ ਜੇ ਕੋਈ ਬੰਦਾ ਇਸ ਚੀਜ਼ ਤੋਂ ਜਿਹੜਾ ਘਬਰਾ ਗਿਆ ਨਾ ਇੱਕ ਵਾਰੀ, ਉਹ ਗੱਲ ਹੀ ਨਹੀਂ ਕਰ ਸਕਦਾ ਹੈਗਾ। ਸਮਾਜ ਦੇ ਵਿੱਚ ਜੇ ਸਿਆਣਿਆਂ ਦੀਆਂ ਬਹੁਤਾਤ ਹੋਵੇ ਨਾ, ਬਹੁ ਗਿਣਤੀ ਹੋਵੇ, ਫਿਰ ਤੁਹਾਨੂੰ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ ਉਹਨਾਂ ਸਮਾਜਾਂ ਦੇ ਵਿੱਚ। ਜਿੰਨਾ ਸਮਾਜਾਂ ਦੇ ਵਿੱਚ ਹੈ ਨਹੀਂ ਇਹ ਸਮੱਸਿਆ, ਉੱਥੇ ਤੁਹਾਨੂੰ ਪੰਗਾ ਪੈਂਦਾ ਹੀ ਪੈਂਦਾ। ਉੱਥੇ ਅਗਲਾ ਤੁਹਾਨੂੰ ਬਹੁਤ ਕੁਛ ਬੋਲੂਗਾ। ਉੱਥੇ ਜਿਹੜੀਆਂ ਵੀ ਮਰਿਆਦਾਵਾਂ ਧਰਮ ਦੇ ਨਾਂ ਦੇ ਉੱਤੇ ਬਣੀਆਂ ਪਈਆਂ ਲੋਕਾਂ ਦੇ ਵਿੱਚ, ਜਿਹੜੀਆਂ ਪਰਪੱਕ ਹੋਈਆਂ ਪਈਆਂ, ਜਦੋਂ ਤੁਸੀਂ ਉਹਦੇ ਤੇ ਚੋਟ ਕਰੋਗੇ, ਅਕਸਰ ਜਦੋਂ ਉਹਨਾਂ ਨੂੰ ਦਰਦ ਹੋਣਾ ਇਸ ਗੱਲ ਦੇ ਨਾਲ, ਜਦੋਂ ਦਰਦ ਹੋਣਾ ਤਾਂ ਉਹਦੇ ਨਾਲ ਫਿਰ ਜਿਹੜਾ ਪ੍ਰਤੀਕਰਮ ਦੇ ਵਿੱਚ ਅਗਲਾ ਆਪਣਾ ਗੁੱਸਾ ਜਿਹੜਾ ਜ਼ਾਹਰ ਕਰਦਾ, ਉਹ ਅਗਲੇ ਦਾ ਹੱਕ ਹੈ ਜ਼ਾਹਰ ਕਰਨਾ। ਅਸੀਂ ਕਿਸੇ ਤੋਂ ਕਿਸੇ ਦਾ ਹੱਕ ਨਹੀਂ ਖੋ ਸਕਦੇਗੇ, ਉਹ ਅਗਲਾ ਕਰ ਸਕਦਾ, ਪਰ ਅਸੀਂ ਕਿਸੇ ਨੂੰ ਬੁਰਾ ਲੱਗਦਾ ਇਸ ਕਰਕੇ ਅਸੀਂ ਇਹ ਨਹੀਂ ਕਰ ਸਕਦੇਗੇ ਵੀ ਜਿਹੜੀਆਂ ਉਹਨਾਂ ਦੀਆਂ ਗਲਤ ਮਨੌਤਾਂ ਉਹਨਾਂ ਨੂੰ ਐਕਸੈਪਟ ਕਰ ਲਿੱਤਾ ਜਾਵੇ ਸਮਾਜ ਦੇ ਵਿੱਚ। ਕਿਸੇ ਵੀ ਲੈਵਲ ਤੇ ਜਿਹੜਾ ਇਹ ਪੋਸੀਬਿਲਿਟੀ ਜਿਹੜੀ ਹੈ ਨਹੀਂ ਹੈਗੀ ਸਮਾਜ ਦੇ ਵਿੱਚ। 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਮਨਵੀਰ ਸਿੰਘ ਬੋਲਦਾ ਸੀ ਐਡਮਿੰਟਨ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਜਿਹੜੇ ਵੀਰ ਜੀ ਪਹਿਲਾਂ ਗੱਲ ਕਰਕੇ ਗਏ ਆ ਜੀ ਆਪਣੇ ਸਾਇੰਸ ਦੀ ਰਿਗਾਰਡਿੰਗ, ਮੈਂ ਉਹਦੇ ਰਿਗਾਰਡਿੰਗ ਹੀ ਉਹਨਾਂ ਦਾ ਆਨਸਰ ਦੇਣਾ ਚਾਹੁੰਦਾ ਸੀ ਵੀ ਜਿੱਦਾਂ ਬਹੁਤ ਸਾਰੇ ਮੁੰਡੇ ਅੱਜ ਕੱਲ੍ਹ ਜਿਹੜੇ ਸਾਇੰਸ ਪੜ੍ਹਦੇ ਆ ਜਾਂ ਨਹੀਂ ਪੜ੍ਹਦੇ ਜਾਂ ਜੋ ਵੀ ਹੈ, ਵੀ ਮੈਨੂੰ ਇਸ ਗੱਲ ਦਾ ਆਨਸਰ ਦੇਣ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਆ ਜਾਣ ਤੇ ਉਹ ਜੇ ਆਪਣੇ ਪੁੱਛਣ ਸਿੱਖਾਂ ਨੂੰ ਵੀ ਤੁਸੀਂ ਕੀ ਖੋਜਾਂ ਕੀਤੀਆਂ ਮੇਰੇ ਤੋਂ ਬਾਅਦ, ਤਾਂ ਉਹ ਨਾਸਾ ਵਾਲਿਆਂ ਨੂੰ ਇਹ ਕਹਿਣਗੇ ਵੀ ਸ਼ਾਬਾਸ਼, ਕਿ ਸਾਨੂੰ ਕਹਿਣਗੇ ਵੀ ਤੁਸੀਂ ਅਜੇ ਤੱਕ ਉੱਥੇ ਖੜੇ ਹੋ। ਉਹ ਨਹੀਂ ਬਿਲਕੁਲ, ਉਹ ਤਾਂ ਹੈਗੇ ਜਿਹੜੇ ਬੰਦਿਆਂ ਨੇ ਗਾਹਾਂ ਕੰਮ ਕੀਤਾ ਉਹਨਾਂ ਨੂੰ ਹੀ ਹੋਊਗਾ ਤਾਂ। ਹਾਂਜੀ, ਉਹ ਘੱਟੋ ਘੱਟ ਇਹ ਤਾਂ ਕਹਿਣਗੇ ਨਾ ਵੀ ਜੇ ਮੈਂ ਤੁਹਾਨੂੰ ਕੋਈ ਫਾਰਮੂਲਾ ਦੱਸ ਗਿਆ ਸੀ, ਜੇ ਤੁਸੀਂ ਉਸ ਫਾਰਮੂਲੇ ਦੇ ਹਿਸਾਬ ਨਾਲ ਉਹਨੂੰ ਵਰਤ ਕੇ ਅੱਗੇ ਪਤਾ ਕਰ ਲਿਆ ਵੀ ਹਾਂ ਵੀ ਆਹ ਚੀਜ਼ਾਂ ਹੈਗੀਆਂ, ਅੱਜ ਇਨਸਾਨ ਦਾ ਜੀਵਨ ਇੱਥੇ ਸਹੀ ਆ, ਅੱਜ ਤੋਂ 50 ਸਾਲਾਂ ਬਾਅਦ ਕਿਸੇ ਹੋਰ ਪਲੈਨਟ ਤੇ ਉਹਨੂੰ ਜੀਣ ਦੀ ਆਸ ਵੱਝ ਸਕਦੀ ਹੈ, ਉੱਥੇ ਜਾ ਸਕਦਾ, ਤੇ ਇਨਸਾਨ ਦੇ ਜੀਵਨ ਬਚਾਉਣ ਵਾਸਤੇ ਉਹਨਾਂ ਲੋਕਾਂ ਨੂੰ ਸ਼ਾਬਾਸ਼ ਮਿਲੂਗੀ ਕਿ ਸਾਨੂੰ ਮਿਲੂਗੀ ਕਿ ਅਸੀਂ ਲੱਖ ਕਾਸ਼ ਤੇ ਖੜੇ ਹਾਂ ਤੱਕ। ਨਹੀਂ ਉਹ ਤਾਂ ਸਾਨੂੰ ਤਾਂ ਸ਼ਤਰੋਲ ਹੋਣੀ ਸਾਡੇ ਤਾਂ ਜੇ ਆ ਜਾਂਦਾ ਕਿਤੇ ਏਦਾਂ ਜਿੱਦਾਂ ਜਿਹੜੇ ਸਾਡੇ ਬੰਦੇ ਕੰਮ ਕਰਨ ਲੱਗੇ। ਬਿਲਕੁਲ ਜੀ, ਗੁਰੂ ਗ੍ਰੰਥ ਸਾਹਿਬ ਨੂੰ ਸਾਇੰਸ ਅੱਜ ਤੋਂ 5 ਸਾਲ ਪਹਿਲਾਂ ਦੀ ਜੋ ਉਹਨਾਂ ਦੀ ਲੰਬੀ ਸੋਚ ਸੀ, ਉਸ ਗੁਰਬਾਣੀ ਨੂੰ ਉਹਨਾਂ ਨੇ ਮਤਲਬ ਉਹ ਦੂਰ ਅੰਦੇਸ਼ੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਦਿੱਤੀ, ਤੇ 500 ਸਾਲ ਤੋਂ ਬਾਅਦ ਜੋ ਸਾਡੀ ਦੂਰ ਅੰਦੇਸ਼ੀ ਆ ਅਸੀਂ ਉਹਨੂੰ ਉਹਦੇ ਨਾਲ ਕਿਵੇਂ ਮੈਚ ਕਰ ਸਕਦੇ? ਅੱਗੇ ਗੁਰੂ ਦੇ ਸਿੱਖ ਜੇ ਲਾਇਕ ਹੋਣ ਤਾਂ ਸਾਡੀ ਕੋਈ ਨਾ ਕੋਈ ਅਸੀਂ ਗੱਲਾਂ ਬਹੁਤ ਕਰ ਦਿੰਦੇ ਵੀ ਹੀਰਿਆਂ ਦੀ ਬਾਰਿਸ਼, ਪਹਿਲੀ ਗੱਲ ਤਾਂ ਹੀਰਿਆਂ ਦੀ ਬਾਰਿਸ਼ ਨਹੀਂ ਹੁੰਦੀ, ਉਹ ਮੈਟੀਓਰਾਈਟਸ ਉੱਤੋਂ ਪੱਥਰ ਡਿੱਗਦੇ ਆ, ਤੇ ਦੂਜੀ ਗੱਲ ਉਹਦੇ ਨਾਲ ਬੰਦੇ ਦਾ ਕੋਈ ਸੰਬੰਧ ਨਹੀਂ। ਜਿੱਥੇ ਬੰਦੇ ਨੂੰ ਜੀਵਨ ਮਿਲਿਆ ਉਹਦਾ ਫਰਜ਼ ਬਣਦਾ ਵੀ ਉਹ ਚੀਜ਼ਾਂ ਨੂੰ ਆਪਣੇ ਗਿਆਨ ਦੇ ਵਿੱਚ ਰੱਖ ਕੇ ਉੱਥੇ ਆਪਣੇ ਆਪਣਾ ਸਰਵਾਈਵਲ ਦੇਖੇ, ਮੈਂ ਹੋਰ ਕਿਵੇਂ ਅੱਗੇ ਆਉਣ ਵਾਲੀਆਂ 20 ਸਾਲ ਦੀਆਂ ਪੀੜ੍ਹੀਆਂ ਕਿਵੇਂ ਜੀ ਸਕਦੀਆਂ। ਜਿਵੇਂ ਹੁਣ ਆਪਣੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਇਹ ਆਉਣ ਵਾਲੇ 20 ਸਾਲਾਂ 'ਚ ਦੇਖਦੇ ਵੀ ਸਾਡੇ ਆਉਣ ਵਾਲੀ ਪਨੀਰੀ ਨੂੰ ਬੱਚਿਆਂ ਵਾਸਤੇ ਰਿਸੋਰਸਿਸ ਹੈ, ਉਹ ਜੀ ਸਕਦੇ, ਚੱਜ ਨਾਲ ਖਾ ਪੀ ਸਕਦੇ ਆ, ਪਰ ਆਪਾਂ ਜੇ ਉਹੀ ਪੁਰਾਣੀ 500 ਸਾਲ ਦੀ ਜਿਹੜੀ ਬਾਣੀ ਲਿਖੀ ਹੈ ਉਹਨੂੰ ਆਧਾਰ ਮੰਨ ਕੇ ਅਗਲੇ ਜੀਵਨ ਨੂੰ ਉਹਦੇ ਹਿਸਾਬ ਨਾਲ ਚਲਾਉਣਾ ਚਾਹੀਏ ਤਾਂ ਨਹੀਂ ਚਲਾ। ਅੱਜ ਜਿੰਨੇ ਵੀ ਆਪਣੇ ਆਪ ਨੂੰ ਇਹ ਚਾਹੇ ਧੁੰਦਾ ਹੈ, ਪੰਥਪ੍ਰੀਤ ਜੋ ਵੀ ਹੈ, ਇਹ ਸਾਰੀਆਂ ਸਾਇੰਸ ਦੀਆਂ ਯੂਜ਼ ਕੀਤੀਆਂ ਚੀਜ਼ਾਂ, ਚਾਹੇ ਮੋਬਾਈਲ ਹੋ ਗਿਆ, ਇਹ ਸਾਰੀਆਂ ਚੀਜ਼ਾਂ ਯੂਜ਼ ਕਰਦੇ ਪਏ ਆ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਇਹ ਜਿਹਨਾਂ ਬੰਦਿਆਂ ਨੇ ਬਣਾਈਆਂ ਉਹ ਅੰਮ੍ਰਿਤਧਾਰੀ ਸੀ। ਹਾਂਜੀ ਬਸ ਜੀ ਮੇਰਾ ਇੰਨਾ ਹੀ ਸੀਗਾ ਉਸ ਵੀਰ ਨੂੰ ਵੀ ਸਾਇੰਸ ਦੇ ਨਾਲ ਇਹਨੂੰ ਨਾਲ ਮੈਚ ਨਾ ਕਰੋ, ਤੁਸੀਂ ਆਪ ਸਾਇੰਸ ਤੇ ਚੱਲੋ, ਉਹ ਵੀ ਗਿਆਨ ਹੀ ਹੈ, ਉਹ ਵੀ ਬਾਣੀ ਹੋਈ ਹੈ। ਜੇ ਤੁਸੀਂ ਉਹਦੇ ਹਿਸਾਬ ਨਾਲ ਕਿਸੇ ਦੇ ਯੂਜ਼ ਹੋਣ ਵਾਲੀ ਕੋਈ ਚੀਜ਼ ਕੱਢਤੀ, ਬੰਦੇ ਦੇ ਬਚਾਅ ਲਈ ਅੱਗੇ ਸਰਵਾਈਵਲ ਲਈ ਕੋਈ ਇਹੋ ਜਿਹੀ ਖੋਜ ਕਰਤੀ, ਉਹ ਗੁਰਬਾਣੀ ਹੋਈ ਆ। ਬਿਲਕੁਲ ਜੀ, ਥੈਂਕ ਯੂ ਵੀਰ ਜੀ, ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। 0108 ਦੇ ਸਵਾਗਤ ਹੈ ਜੀ ਤੁਹਾਡਾ। ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰੇ ਸਾਰਿਆਂ ਨਾਲ ਪਹਿਲਾਂ ਤਾਂ ਮੁਬਾਰਕਾਂ 5 ਸਾਲ ਪੂਰੇ ਹੋਣ ਦੀਆਂ। ਹਾਂਜੀ ਧੰਨਵਾਦ ਜੀ ਤੁਹਾਨੂੰ। ਦੂਜਾ ਵੀਰੇ ਮੇਰਾ ਕੁਐਸਚਨ ਇਹ ਆ ਵੀ ਜਿਹੜੇ ਮਤਲਬ ਪ੍ਰਚਾਰਕ ਕਹਿੰਦੇ ਨੇ ਵੀ ਰੱਬ ਦੇ ਨਿਯਮ, ਜਾਂ ਪੰਥਪ੍ਰੀਤ ਸਿੰਘ ਕਹਿੰਦੇ ਨੇ ਵੀ ਰੱਬ ਮੁਹਤਾਜ ਨਹੀਂ,
ਵੀ ਮਤਲਬ ਫਿਰ ਇਹਦੇ ਨਾਲ ਰੱਬ ਇੱਕ ਮਿਸਟੀਰੀਅਸ ਫਿਗਰ ਨਹੀਂ ਬਣ ਜਾਂਦਾ ਵੀ ਜੇ ਰੱਬ ਬਦਲਦਾ ਜਾਂ ਕਰਦਾ ਫਿਰ ਤਾਂ ਮਤਲਬ ਦਿਮਾਗ ਹੈ ਜਾਂ ਫਿਰ ਜਾਂ ਜਿਵੇਂ ਮੈਂ ਹੁਣ ਛੋਟੇ ਹੁੰਦੇ ਦਿਮਾਗ 'ਚ ਭਰਿਆ ਗਿਆ ਜਾਂ ਫਿਰ ਜੇ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਵੀ ਜਿਹਨੂੰ ਆਪਾਂ ਕਹਿੰਦੇ ਸਰੂਪ ਆ ਰੱਬ ਦਾ ਦੱਸਿਆ ਹੋਇਆ ਤੇ ਫੇਰ ਐਂ ਲੱਗਦਾ ਵੀ ਜਿਵੇਂ ਐਨੀਮੇਸ਼ਨ ਫਿਲਮਾਂ ਦੇ ਵਿੱਚ ਦਿਖਾਉਂਦੇ ਨੇ ਵੀ ਇੱਕ ਲਾਈਟ ਜੀ ਆ ਯੈਲੋ ਜਿਹੜੀ ਵੀ ਕਲਰ ਦੀ ਆ ਵੀ ਉਹ ਆ ਰੱਬ ਵੀ ਇਹਦੇ ਨਾਲੋਂ ਵਧੀਆ ਇਹ ਨੀ ਵੀ ਜਿਵੇਂ ਭਾਈ ਰਣਜੀਤ ਸਿੰਘ ਕਹਿੰਦੇ ਨੇ ਵੀ ਨਿਯਮ ਰੱਬ ਨੇ ਜਿਹੜੇ ਉਹ ਚੱਲਦੇ ਨੇ ਰੂਲਸ ਚੱਲਦੇ ਨੇ ਵੀ ਨਾ ਤਾਂ ਨਿਯਮਾਂ ਦਾ ਕੋਈ ਰੂਪ ਹੁੰਦਾ ਤੇ ਉਹ ਰਹਿੰਦੇ ਵੀ ਪੱਕੇ ਨੇ ਤੇ ਨਾ ਨਿਯਮਾਂ ਕੋਈ ਕਿਸੇ ਦੇ ਚਾਪਲੂਸੀ ਕਰਨ ਨਾਲ ਬਦਲਦੇ ਨੇ ਤੇ ਨਾ ਨਿਯਮਾਂ ਨਾਲ ਕੋਈ ਵੀ ਛੇੜਛਾੜ ਹੁੰਦੀ ਹੈ ਇਹ ਤਾਂ ਪੱਕੇ ਰਹਿੰਦੇ ਆ ਨਹੀਂ ਹੈ ਹੀ ਏਦਾਂ ਹੈ ਜੀ ਉਹ ਤਾਂ ਬਿਲਕੁਲ ਗੱਲ ਏਦਾਂ ਹੀ ਰਹਿਣੀ ਜਿਹੜੇ ਬੰਦੇ ਪੰਥ ਪ੍ਰੀਤ ਵਾਲੇ ਤਾਂ ਕਨਫਿਊਜ਼ ਆ ਇਸ ਗੱਲ ਦੇ ਲਈ ਕਿਉਂਕਿ ਬੜੇ ਲੰਬੇ ਟਾਈਮ ਤੋਂ ਜਿਹੜਾ ਇਸ ਚੀਜ਼ ਨੂੰ ਸੁਣਦੇ ਪ੍ਰਚਾਰਦੇ ਆ ਰਹੇ ਆ ਤਾਂ ਇਸ ਕਰਕੇ ਉਹਨਾਂ ਨੂੰ ਏਦਾਂ ਲੱਗਦਾ ਜੇ ਕੋਈ ਬੰਦਾ ਕਹਿੰਦਾ ਨਾ ਵੀ ਰੱਬ ਮਤਲਬ ਜੇ ਸਾਡੇ ਕਹਿੰਦੇ ਆ ਵੀ ਰੱਬ ਬੰਦਿਆਂ ਵਰਗਾ ਨੀ ਗਾ ਰੱਬ ਨਿਰਕਾਰ ਹੈ ਜੇ ਉਹ ਕੰਮ ਬੰਦਿਆਂ ਵਾਂਗੂ ਕਰਦਾ ਭਾਵੇਂ ਨਿਰਕਾਰ ਹੋਵੇ ਭਾਵੇਂ ਆਕਾਰ ਹੋਵੇ ਉਹ ਡਜ਼ਨਟ ਮੈਟਰ ਉਹਦਾ ਕੋਈ ਮਤਲਬ ਨੀਗਾ ਕੋਈ ਬੰਦਾ ਕਹੇ 33 ਕਰੋੜ ਨੀਗਾ ਜਾਂ 3 ਨੀਗੇ 1 ਹੈ ਇੱਕ ਉਹਨਾਂ ਵਰਗਾ ਨੀਗਾ ਡਿਫਰੈਂਟ ਹੈ ਉਹਦਾ ਕੋਈ ਮਤਲਬ ਨਹੀਂ ਕਿਸੇ ਨੂੰ ਕੀ ਕੰਸਰਨ ਹੈ ਬੰਦਾ ਰੱਬ ਬ੍ਰਹਮੇ ਵਰਗਾ ਦਿਖਦਾ ਵਿਸ਼ਨੂੰ ਵਰਗਾ ਦਿਖਦਾ ਕਿ ਨਹੀਂ ਦਿਖਦਾਗਾ ਰੱਬ ਹਵਾ ਵਰਗਾ ਹੈ ਕਿ ਲਾਈਟ ਵਰਗਾ ਕਿਸੇ ਨੂੰ ਕੋਈ ਕੰਸਰਨ ਨੀਗਾ ਜੇ ਤੁਸੀਂ ਉਹ ਤੋਂ ਕੰਮ ਬ੍ਰਹਮੇ ਵਿਸ਼ਨੂੰ ਵਾਲੇ ਕਰਾਉਣੇ ਆ ਨਾ ਤਾਂ ਫਿਰ ਉਹਨੂੰ ਭਾਵੇਂ ਲਾਈਟ ਹੋਵੇ ਭਾਵੇਂ ਬਿਜਲੀ ਹੋਵੇ ਭਾਵੇਂ ਹਵਾ ਹੋਵੇ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਫਿਰ ਤਾਂ ਉਹੀ ਚੀਜ਼ ਬਣੀ ਹੁੰਦੀ ਫਿਰ ਤਾਂ ਉਹੀ ਚੀਜ਼ ਆ ਉਹ ਹਾਂ ਤੇ ਦੂਜਾ ਮੈਂ ਇਹਨਾਂ ਨੂੰ ਕੀਤਾ ਸੀ ਇਹੀ ਵੀਡੀਓ ਜਦ ਆਈ ਸੀ ਇਹਦੇ ਰਿਕਾਰਡਿੰਗ ਇਹਨਾਂ ਦਾ ਭਾਈ ਪੰਥਪ੍ਰੀਤ ਸਿੰਘ ਉਹਨਾਂ ਦਾ ਨੰਬਰ ਫੇਸਬੁੱਕ ਤੋਂ ਕਾਲ ਕੀਤੀ ਸੀ ਤੇ ਕਾਲ ਕਰਕੇ ਉਹ ਕਹਿੰਦੇ ਭਾਈ ਮੈਂ ਤਾਂ ਇਹਨਾਂ ਦਾ ਬੇਟਾ ਬੋਲਦਾ ਤੇ ਮੇਰੇ ਦਿਮਾਗ 'ਚ ਆਇਆ ਉਹ ਤੁਹਾਡੀ ਨੰਦੂ ਤੇ ਮੈਂ ਕਿਹਾ ਵੀ ਨਹੀਂ ਨੌਨ ਵੈਜ ਆਪਣੀ ਗੱਲ ਨੀ ਕਰਦੇ ਆਪਾਂ ਵੈਜੀਟੇਰੀਅਨ ਤੋਂ ਸ਼ੁਰੂ ਕਰ ਲੈਂਦੇ ਆ ਤੇ ਜਦੋਂ ਮੈਂ ਕਿਹਾ ਵੀ ਸ਼ੇਰ ਘਾਹ ਖਾ ਲੈਂਦਾ ਉਹ ਕਹਿੰਦੇ ਹੈਲੋ ਮੈਂ ਦੁਬਾਰਾ ਫੇਰ ਕਿਹਾ ਉਹ ਫੇਰ ਕਹਿੰਦੇ ਹੈਲੋ ਤੇ ਪਤਾ ਤਾਂ ਸੀਗਾ ਵੀ ਸੁਣਦਾ ਪਰ ਜਾਣ ਕੇ ਕਰਦੇ ਆ ਤੇ ਜਦੋਂ ਮੈਂ ਕਿਹਾ ਚਲੋ ਠੀਕ ਆ ਫਿਰ ਮੈਂ ਫੇਰ ਫੋਨ ਕਰਤਾ ਜਦ ਕਹਿੰਦੇ ਠੀਕ ਆ ਓਕੇ ਫਿਰ ਐਂ ਕਰਦੇ ਫਿਰ ਮੁੜ ਕੇ ਮੈਂ 2 ਵਾਰ ਕੀਤਾ ਵੀ ਵੈਸੇ ਫੋਨ ਪਰ ਚੱਕਿਆ ਨਹੀਂ ਉਹਨਾਂ ਨੇ ਨਹੀਂ ਉਹ ਕਹਿੰਦੇ ਉੱਥੋਂ ਪਿਓ ਪੁੱਤ ਦੀ ਨਾ ਇਹਨਾਂ ਗੱਲਾਂ ਤੋਂ ਨਹੀਂ ਬਣਦੀ ਉਹ ਕਹਿੰਦੇ ਸ਼ੇਰ ਘਾਹ ਖਾ ਲੈਂਦਾ ਉਹ ਕਹਿੰਦਾ ਜਮਾ ਨਹੀਂ ਖਾਂਦਾ ਉਹ ਕਹਿੰਦਾ ਮੈਂ ਨਹੀਂ ਖਾਂਦਾ ਸ਼ੇਰ ਕਿਵੇਂ ਖਾ ਲੂ ਸ਼ੇਰ ਹੋਈਏ ਤੇ ਘਾਹ ਖਾਈਏ ਕਿੱਦਾਂ ਨਾ ਓਕੇ ਜੀ ਧੰਨਵਾਦ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਸਰੋਤਿਆਂ ਦਾ ਸਾਰਿਆਂ ਦਾ ਹਾਂਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਤਕਰੀਰ ਤੇ ਕਹਿ ਲਓ ਨਹੀਂ ਤਾਂ ਸ਼ੇਰ ਘਾਹ ਖਾਊ ਅੱਜ ਤਾਂ ਤੇ ਚਲੋ ਜੀ ਧੰਨਵਾਦ ਆਪ ਸਾਰਿਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਬਾਕੀ ਜੇ ਰਹਿੰਦੀਆਂ ਵਿਚਾਰਾਂ ਕਿਉਂਕਿ ਖੁੱਲੀਆਂ ਵਿਚਾਰਾਂ ਕਰਨ ਵਾਸਤੇ ਪ੍ਰੋਗਰਾਮ ਸਿੱਖ ਪਾਤਸ਼ਾਹੀ ਤੇ ਭਗਤ ਦੇ ਮਸਲੇ ਬੜਾ ਸੂਟੇਬਲ ਹੈ ਕਿਉਂਕਿ ਲੰਬਾ ਟਾਈਮ ਹੁੰਦਾ ਉਹਦੇ ਵਿੱਚ 3 ਘੰਟਿਆਂ ਦਾ ਪ੍ਰੋਗਰਾਮ ਸਿੱਖ ਪਾਤਸ਼ਾਹੀ ਹੈ ਤੇ 4 ਘੰਟਿਆਂ ਦਾ ਭਗਤ ਦੇ ਮਸਲੇ ਆ ਉਹਦੇ ਵਿੱਚ ਜੇ ਵਿਚਾਰ ਲੰਬੀ ਵੀ ਚਲੀ ਜਾਵੇ ਤਾਂ ਕਾਹਲੀ ਨਹੀਂ ਹੁੰਦੀ ਹੁਣ ਸਾਡਾ ਪ੍ਰੋਗਰਾਮ ਜਿਹੜਾ ਹੁੰਦਾ ਥੋੜੇ ਟਾਈਮ ਦਾ ਹੁੰਦਾ ਉਹਦੇ ਵਿੱਚ ਲੰਬੀ ਵਿਚਾਰ ਜਿਹੜੀ ਹੈ ਕਰਨੀ ਜਿਹੜੀ ਹੈ ਪੋਸੀਬਲ ਨਹੀਂ ਹੁੰਦੀ ਕਈ ਵਾਰੀ ਇਸ ਕਰਕੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਆਪਾਂ ਕਰਦੇ ਹਾਂ ਕੋਈ ਵੀ ਸਵਾਲ ਆਇਆ ਹੋਵੇ ਤਾਂ ਤੁਸੀਂ ਕੱਲ ਨੂੰ ਪ੍ਰੋਗਰਾਮ ਜਿਹੜਾ ਸਿੱਖ ਪਾਤਸ਼ਾਹੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲੂਗਾ ਤੇ ਬਾਅਦ ਚ ਭਗਤ ਦੇ ਮਸਲੇ ਪ੍ਰੋਗਰਾਮ ਜਿਹੜਾ ਉਹ ਐਤਵਾਰ ਨੂੰ ਦੁਪਹਿਰੇ 1 ਤੋਂ 5 ਚੱਲਦਾ ਉਹਦੇ ਚ ਖੁੱਲੀਆਂ ਵਿਚਾਰਾਂ ਜਿਹੜੀਆਂ ਕਰ ਸਕਦੇ ਹੋ ਬਾਕੀ ਆਪਾਂ ਵੱਖਰੇ ਐਂਗਲ ਤੋਂ ਜਿਹੜੀਆਂ ਵਿਚਾਰਾਂ ਜਿਹੜੀਆਂ ਇਹਨਾਂ ਹੀ ਵਿਚਾਰਾਂ ਨੂੰ ਗਾਹਾਂ ਜਿਹੜਾ ਐਲਾਬੋਰੇਟ ਕਰੀਦਾ ਉਹ ਪ੍ਰੋਗਰਾਮ ਜਿਹੜੇ ਆ ਵੀਰਵਾਰ ਨੂੰ ਚਿੱਟੀ ਸਿਉਂਕ ਪ੍ਰੋਗਰਾਮ ਲੈ ਕੇ ਆਪਾਂ ਜਿਹੜੀ ਤੁਹਾਡੇ ਨਾਲ ਇਸ ਤੋਂ ਬਾਅਦ ਜਿਹੜੀ ਸਾਂਝ ਪਾਵਾਂਗੇ ਤੇ ਕੱਲ ਨੂੰ ਪ੍ਰੋਗਰਾਮ ਸਿੱਖ ਪਾਤਸ਼ਾਹੀ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ